ਜਥੇਬੰਦੀਆਂ ਕਹਿ ਸਕਦੇ ਵੀ 95% ਇਹ ਗੱਲ ਆਪਣੇ ਮਨ 'ਚ ਧਾਰ ਕੇ ਬੈਠੀਆਂ ਸੀ ਵੀ ਅਸੀਂ ਸ਼ੰਭੂ ਤੱਕ ਹੀ ਜਾਣਾ ਹੈ। ਗੱਲ ਤਾਂ ਇਹ ਸੀ ਕਿ ਜਦੋਂ ਦੀ ਮੋਦੀ ਸਰਕਾਰ ਬਣੀ ਸੀ ਉਹਨਾਂ ਨੂੰ ਕਿਸੇ ਨੇ ਪਿੱਛੇ ਨੂੰ ਮੋੜਿਆ ਨਹੀਂ ਸੀ, ਉਹਨਾਂ ਨੂੰ ਕਿਸੇ ਨੇ ਗਲਤ ਨੂੰ ਗਲਤ ਕਹਿਣ ਦੀ ਹੌਸਲਾ ਨਹੀਂ ਸੀ ਦਿਖਾਇਆ। ਸਰਕਾਰ ਨੇ ਵੀ ਗੱਲ ਸੋਚ ਲਈ ਸੀ ਵੀ ਹੁਣ ਇਹਨਾਂ ਨੂੰ ਸਾਨੂੰ ਪ੍ਰੇਮ ਪਿਆਰ ਨਾਲ ਹੈਂਡਲ ਕਰਨਾ ਪੈਣਾ। ਉਹਨਾਂ ਨੇ ਪ੍ਰਪੋਜ਼ਲਾਂ ਦੇਣੀਆਂ ਸ਼ੁਰੂ ਕਰਤੀਆਂ, ਜਿਵੇਂ ਦੱਸਿਆ ਬਰਾੜੀ ਗਰਾਊਂਡ ਦਾ ਪਹਿਲਾਂ ਉਹਨੇ ਪ੍ਰਪੋਜ਼ਲ ਦਿੱਤੀ। ਕਾਫੀ ਜਦੋਂ ਜਹਿਦ ਤੋਂ ਬਾਅਦ ਜਥੇਬੰਦੀਆਂ ਨੇ ਫਿਰ ਇੱਕ ਫੈਸਲਾ ਕੀਤਾ ਵੀ ਉੱਥੇ ਜਾ ਕੇ ਅਸੀਂ ਇਹਨਾਂ ਦੇ ਗੋਡੇ ਥੱਲੇ ਆਵਾਂਗੇ, ਇੱਥੇ ਅਸੀਂ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ। ਤੇ ਮਨੋਹਰ ਲਾਲ ਖੱਟਰ ਐਂਡ ਕੰਪਨੀ ਤੇ ਦਿੱਲੀ ਸਰਕਾਰ ਇਹਨਾਂ ਨੇ ਕੀ ਇਸ ਗੱਲ ਦਾ, ਜੇ ਕਿਸਾਨੀ ਆਗੂ ਜਿਹੜੇ ਨੇ ਇਸ ਗੱਲ ਤੇ ਬਹੁਤਾ ਉਹਨਾਂ ਨੂੰ ਕੋਈ ਪੱਕਾ ਨਹੀਂ ਸੀ ਪਤਾ ਕਿ ਕੀ ਹੋਣਾ ਤੇ ਕਿਵੇਂ ਕਰਨਾ, ਕਿੱਥੇ ਜਾ ਕੇ ਬੈਠਣਾ, ਤੇ ਇਹਨਾਂ ਨੂੰ ਕਿੰਨਾ ਕੁ ਪਤਾ ਸੀ ਤੇ ਇਹ ਕਿੰਨੀ ਕੁ ਤਿਆਰੀ ਕਰੀ ਬੈਠੇ ਸੀ। ਇਦਾਂ ਸਮਝ ਲਓ ਕਿ ਉਹਨਾਂ ਦੇ ਨਜ਼ਰਾਂ ਦੇ ਵਿੱਚ ਇਹ ਅੰਦੋਲਨ ਜਿਹੜਾ ਹੈ ਉਹ ਕੱਖ ਵੀ ਨਹੀਂ ਸੀ। ਤੇ ਸਦੀ ਦੇ ਮਹਾਨਾਇਕ ਜਿਹਨਾਂ ਬਾਰੇ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਜੇ ਉਹ ਸਦੀ ਦੇ ਮਹਾਨਾਇਕ ਸੀ ਫਿਰ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਮਦਨ ਲਾਲ ਢੀਂਗਰਾ ਕੌਣ ਸਨ? ਫਿਰ ਪਤਾ ਨਹੀਂ ਉਹ ਬੀਜੇਪੀ ਦੇ ਜਾਂ ਉਹ ਆਰਐਸਐਸ ਵਾਲਿਆਂ ਦੇ ਕਿਹੜੀ ਉਹ ਭਭੂਤੀ ਆ। ਜਦੋਂ ਜਿਆਣੀ ਸਾਹਿਬ ਉੱਥੇ ਗਏ ਆ ਜਾਂ ਗਰੇਵਾਲ ਉੱਥੇ ਗਏ ਆ, ਇਹਨਾਂ ਦੇ ਸਿਰ ਪਤਾ ਨਹੀਂ ਉਹਨੇ ਕੀ ਭੋਕਿਆ। ਇਹ ਨਹੀਂ ਮੁੜ ਕੇ ਉਸ ਗੱਲ ਤੇ ਦੁਬਾਰਾ ਆਏ। ਇਹ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਆ ਇਹਨਾਂ ਨੇ ਤੇ ਉਸ ਲਾਈਨ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਬਦਨਾਮ ਵੀ ਹੋਣਗੇ ਤਾਂ ਨਾਮ ਤਾਂ ਹੋਗਾ। ਕਿ ਹਰਜੀਤ ਸਿੰਘ ਜਿਹੜਾ ਹਰਜੀਤ ਸਿੰਘ ਗਰੇਵਾਲ ਆ ਇਹਨੂੰ ਪਹਿਲਾਂ ਕੋਈ ਜਾਣਦਾ ਸੀ ਕਿ ਬੀਜੇਪੀ ਦਾ ਲੀਡਰ ਹੈ ਕਿ ਨਹੀਂ? ਅੱਜ ਸਾਰੇ ਜਾਣਦੇ, ਹੁਣ ਸਾਰੇ ਜਾਣਦੇ। ਫਿਰ ਜਿਹੜਾ ਮਾਨ ਸਨਮਾਨ ਜਿਹੜਾ ਸਭ ਨੂੰ ਵੱਧ ਮਿਲਿਆ ਉਹ ਸਰਜੀਤ ਕੁਮਾਰ ਜਿਆਣੀ ਤੇ ਜਿਹੜਾ ਅੱਜ ਤੱਕ ਗਰੇਵਾਲ ਸਾਹਿਬ ਨੂੰ, ਜਿਹੜਾ ਅੱਜ ਤੱਕ ਵੀ ਲੈ ਰਹੇ ਆ, ਨਾਲ ਦੀ ਨਾਲ ਹੀ ਕੈਸ਼ ਹੀ ਮਿਲਦਾ ਉਹਨਾਂ ਨੂੰ, ਤਾਂ ਉਹ ਹੈਗਾ ਹਰਜੀਤ ਗਰੇਵਾਲ, ਜਿਹੜੇ ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ। ਜੀ ਇੰਨੀ ਵੱਡੀ ਸਟੇਜ ਬਣ ਗਈ ਤੇ ਉੱਥੋਂ ਕਿਸੇ ਰਾਜਨੀਤਿਕ ਆਗੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਰਵਨੀਤ ਬਿੱਟੂ ਦੀ ਪੱਗ ਵੀ ਲਾਈ ਗਈ। ਜਿੰਨੀਆਂ ਵੀ ਧਿਰਾਂ ਇਹਨਾਂ ਸਾਰੀਆਂ ਨੂੰ ਕਿਸਾਨਾਂ ਨੇ ਜਿੱਦਾਂ ਕਹਿੰਦੇ ਨਾ ਝਾੜ ਕੇ ਪਰੇ ਬਿਠਾਤਾ, ਉੱਥੇ ਹੋ ਕੇ ਬੈਠੋ। ਜੇ ਇਹਨਾਂ ਨੇ ਜੰਤਰ ਮੰਤਰ ਜਾ ਕੇ ਵੱਖਰਾ ਧਰਨਾ ਲਾਉਣਾ ਸੀ ਤੇ ਫਿਰ ਇਹ ਆਪਣੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਕਿਉਂ ਦੱਸਦੇ? ਇਹ ਗਾਂ ਨੂੰ ਵਧਣ ਵਾਲੇ ਹਾਲਾਤ ਪੈਦਾ ਹੋਏ ਆ ਜਾਂ ਅੱਜ ਦਿੱਲੀ ਦੇ ਧੌਣ ਤੇ ਗੋਡਾ ਰੱਖ ਕੇ ਕਿਸਾਨ ਬੈਠੇ ਆ ਨਾ, ਤੇ ਸਭ ਨੂੰ ਇੱਕ ਨੰਬਰ ਤੇ ਉਸ ਵੇਲੇ ਤੁਸੀਂ ਹਰਿਆਣੇ ਵਾਲੇ ਭਰਾਵਾਂ ਨੂੰ ਜਿਹੜਾ ਆ ਉਹਦਾ ਕ੍ਰੈਡਿਟ ਆਪਾਂ ਨੂੰ ਦੇਣਾ ਪਊਗਾ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਸਤਿ ਸ਼੍ਰੀ ਅਕਾਲ। ਅਸੀਂ ਆਪ ਜੀ ਲਈ ਇੱਕ ਵਾਰ ਫੇਰ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਹ ਪ੍ਰੋਗਰਾਮ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ। 6 ਮਹੀਨੇ ਹੋ ਗਏ ਨੇ ਦਿੱਲੀ ਦੇ ਬਾਰਡਰ ਤੇ ਬੈਠਿਆਂ ਹੋਇਆਂ, ਤੇ ਉਸ ਤੋਂ ਵੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਚੱਲ ਰਿਹਾ ਇਹ ਅੰਦੋਲਨ ਕਿਵੇਂ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਿਆ ਤੇ ਕਿਵੇਂ ਅੱਜ ਜਿਸ ਮੁਕਾਮ ਤੇ ਹੈ ਉੱਥੇ ਤੱਕ ਪਹੁੰਚਾ, ਇਹ ਅਸੀਂ 2-3 ਪ੍ਰੋਗਰਾਮਾਂ ਦੇ ਵਿੱਚ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ। ਪਿਛਲੇ ਪ੍ਰੋਗਰਾਮ ਵਿੱਚ ਆਪ ਜੀ ਦੇਖ ਚੁੱਕੇ ਹੋ, ਜਿਸ ਵਿੱਚ ਆਪ ਜੀ ਨਾਲ ਗੱਲਬਾਤ ਸਾਂਝੀ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਅੰਦੋਲਨ ਕਣਕ ਦੀ ਵਾਢੀ ਦੇ ਸਮੇਂ ਤੋਂ ਲੈ ਕੇ ਸ਼ੁਰੂ ਹੋਇਆ, ਹਲਕਾ ਥੋੜ੍ਹਾ ਬਹੁਤਾ ਫਿਰ ਪੰਜਾਬ ਵਿੱਚ ਵਿਰੋਧ ਸ਼ੁਰੂ ਹੋਇਆ ਤੇ ਫਿਰ ਮੋਰਚੇ ਲੱਗ ਗਏ ਥਾਹੋਂ ਥਾਈਂ, ਟੋਲ ਪਲਾਜ਼ਿਆਂ ਤੇ ਰੇਲ ਦੀਆਂ ਪਟੜੀਆਂ ਉੱਪਰ, ਤੇ ਕਿਸਾਨ ਲਾਮਬੰਦ ਜਥੇਬੰਦ ਹੋਣਾ ਸ਼ੁਰੂ ਹੋ ਗਏ। ਮੀਡੀਆ ਕਵਰੇਜ ਵੀ ਮਿਲਣੀ ਸ਼ੁਰੂ ਹੋਈ ਤੇ ਜੋ ਸ਼ੰਭੂ ਬੈਰੀਅਰ ਹੈ, ਜਦੋਂ ਪੰਜਾਬ ਤੋਂ ਹਰਿਆਣੇ ਵੱਲ ਨੂੰ ਅੰਬਾਲੇ ਵਾਲੀ ਸਾਈਡ ਨੂੰ ਐਂਟਰ ਕਰਦੇ ਹਾਂ ਤਾਂ ਹਰਿਆਣੇ ਦੀ ਬਾਰਡਰ ਤੇ ਜੋ ਟੋਲ ਪਲਾਜ਼ਾ ਹੈ ਉਸ ਨੂੰ ਸ਼ੰਭੂ ਬਾਰਡਰ ਜਾਂ ਸ਼ੰਭੂ ਬੈਰੀਅਰ ਵੀ ਆਖ ਦਿੱਤਾ ਜਾਂਦਾ ਹੈ। ਬੜਾ ਪੁਰਾਣਾ ਸਥਾਨ ਹੈ ਉਹ। ਉੱਥੇ ਮੋਰਚਾ ਬੜੇ ਲੰਬੇ ਸਮੇਂ ਤੋਂ ਲੱਗਾ ਹੋਇਆ ਸੀ, ਧਰਨਾ ਲੱਗਾ ਹੋਇਆ ਸੀ। ਉੱਥੋਂ ਫਿਰ ਇਕੱਠ ਬਣ ਕੇ ਗਾਂਹ ਚੱਲਣ ਦੀ ਤਿਆਰੀ। ਆਪਣੇ ਮਾਹਰ ਮਹਿਮਾਨਾਂ ਦੇ ਨਾਲ ਅੱਜ ਗੱਲਬਾਤ ਜਿਹੜੀ ਹੈ ਕਰਾਂਗੇ ਕਿ ਕਿਵੇਂ ਸਿੰਘੂ ਤੱਕ ਅਸੀਂ ਪਹੁੰਚੇ ਤੇ ਉੱਥੇ ਜਾ ਕੇ ਕਿਵੇਂ ਫਿਰ ਹਾਲਾਤ ਬਣੇ ਤੇ ਕਿਵੇਂ ਸਟੇਜਾਂ ਲੱਗੀਆਂ। ਮੇਰੇ ਨਾਲ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੰਮ੍ਰਿਤਪਾਲ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਬਿਲਗਾ ਸਾਹਿਬ, ਤੁਸੀਂ ਪਿਛਲੇ ਪ੍ਰੋਗਰਾਮ 'ਚ ਦੱਸ ਰਹੇ ਸੋ ਕਿ ਰਾਸ਼ਨ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਗਏ ਜੀ, ਤੇ ਪਿੰਡੋਂ ਪਿੰਡੀ ਥਾਂ ਥਾਈਂ ਸੁਨੇਹੇ ਆਵਾਜ਼ਾਂ ਪਹੁੰਚਾ ਦਿੱਤੀਆਂ ਗਈਆਂ ਜੀ। ਪਰ ਜਿਹੜਾ ਅੰਦੋਲਨ ਸੀ ਉਸ ਤੋਂ ਪਹਿਲਾਂ ਉਹ ਖਿਲਰਿਆ ਪੁਲਰਿਆ ਜਿਹਾ ਸੀ ਜੀ। ਕੋਈ ਇਸ ਤਰ੍ਹਾਂ ਅੰਦੋਲਨ ਇੱਕ ਜਗ੍ਹਾ ਨਹੀਂ ਸੀ ਕਿ ਕੋਈ ਇੱਕ ਜਗ੍ਹਾ ਤੋਂ ਕੋਈ ਸਾਂਝੀ ਕੋਈ ਆਵਾਜ਼ ਆਵੇ ਤੇ ਫਿਰ ਉਸ ਦੇ ਜ਼ਰੀਏ ਚੱਲਿਆ ਜਾਵੇ ਜੀ। ਇਹ ਪਹਿਲੀ ਕਾਲ ਸੀ ਜੋ ਸਾਂਝੇ ਤੌਰ ਤੇ ਦਿੱਤੀ ਗਈ ਜੀ ਕਿ ਦਿੱਲੀ ਨੂੰ ਕੂਚ ਕਰਨਾ ਹੈ। ਇਸ ਤੋਂ ਪਹਿਲਾਂ ਸਾਡੇ ਜਿਹੜੇ 3 ਖਿੱਤੇ ਨੇ ਪੰਜਾਬ ਦੇ, ਮਾਝਾ, ਮਾਲਵਾ, ਦੁਆਬਾ, ਇਹਨਾਂ ਵਿੱਚ ਵੱਖੋ-ਵੱਖ ਕਿਹੋ ਜਿਹੀਆਂ ਤਿਆਰੀਆਂ ਸਨ, ਸਾਨੂੰ ਦੱਸੋ। ਕੁਲਦੀਪ ਜੀ, ਗੱਲ ਇਸ ਤਰ੍ਹਾਂ ਆ ਕਿ ਇਹ ਬੜੀ ਅਹਿਮ ਗੱਲ ਆ ਵੀ ਅੱਜ ਤੱਕ ਜਿਹੜੇ ਵੀ ਅੰਦੋਲਨ ਹੋਏ ਇੰਨੀ ਇਕਮੁੱਠਤਾ ਜਿਹੜੀ ਆ ਉਹ ਪਹਿਲਾਂ ਕਦੀ ਨਹੀਂ ਦੇਖੀ ਗਈ। ਜਿਹੜੀ 26 ਤੇ 27 ਨਵੰਬਰ ਦੀ ਕਾਲ ਦਿੱਤੀ ਗਈ ਆ, ਸਿਰਫ 2 ਦਿਨ ਦੀ ਕਾਲ ਸੀ, ਪਰ ਲੋਕਾਂ ਦੇ ਵਿੱਚ ਇੱਕ ਇੱਦਾਂ ਦੀ ਤਿਆਰੀ ਕਰ ਲਈ ਗਈ ਸੀ। ਪਹਿਲਾਂ ਹੀ ਪਿੰਡਾਂ 'ਚ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟਾਂ ਕਰਨੀਆਂ, ਜਥੇਬੰਦੀਆਂ ਆਪਣੇ ਮਾਧਿਅਮ ਰਾਹੀਂ, ਸੋਸ਼ਲ ਮੀਡੀਆ ਰਾਹੀਂ ਬਈ 6 ਮਹੀਨੇ ਦੀ ਤਿਆਰੀ ਕਰਕੇ ਚੱਲੋ। ਇਹ ਗੱਲ ਲੋਕਾਂ ਦੇ ਦਿਲਾਂ ਵਿੱਚ, ਲੋਕਾਂ ਦੇ ਦਿਮਾਗ 'ਚ ਫੈਲ ਚੁੱਕੀ ਸੀਗੀ, ਭਾਵੇਂ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਅਹਿਸਾਸ ਨਹੀਂ ਸੀਗਾ ਵੀ ਇੰਨਾ ਟਾਈਮ ਲੱਗੂਗਾ। ਹਰ ਇੱਕ ਦੇ ਦਿਮਾਗ 'ਚ ਇਹ ਸੀ ਵੀ ਇੰਨਾ ਟਾਈਮ ਅੰਦੋਲਨ ਲੱਗਣਾ ਵੀ ਹੈ ਨਹੀਂਗਾ, ਤਾਂ ਕਦੀ ਹੁਣ ਦੀ ਪੀੜ੍ਹੀ ਨੇ ਦੇਖਿਆ ਵੀ ਹੈ ਨਹੀਂ, ਕਦੀ ਹੁਣ ਦੀ ਪੀੜ੍ਹੀ ਨੇ ਦੇਖਿਆ ਵੀ ਹੈ ਨਹੀਂ। ਪਰ ਫਿਰ ਵੀ ਜਦੋਂ ਪਿੰਡਾਂ ਦੇ ਵਿੱਚ ਤਿਆਰੀ ਸ਼ੁਰੂ ਹੋਈ, ਲੋਕਾਂ ਨੇ ਆਪਣੀਆਂ ਤਰਪਾਲਾਂ, ਕਿਉਂਕਿ ਉਸ ਵੇਲੇ ਮੂਹਰੇ ਠੰਡ ਦਾ ਮੌਸਮ ਆਉਂਦਾ ਜਾ ਰਿਹਾ ਸੀਗਾ,
ਤਰਪਾਲਾਂ ਦੇ ਹਿਸਾਬ ਨਾਲ ਰਾਸ਼ਨ ਲੈ ਲਿਆ, ਸਾਰਾ ਕੁਝ ਲੈ ਲਿਆ। ਪਰ ਆਪਾਂ ਇਹ ਦੇਖਦੇ ਆ ਕਿ ਜਿਸ ਤਰ੍ਹਾਂ ਲਾਮਬੰਦੀ ਕੀਤੀ ਆ ਤੇ ਇਹਦਾ ਜਿਹੜਾ ਸਿਹਰਾ ਆ ਉਹ ਜਿਹੜੀਆਂ 32 ਕਿਸਾਨ ਜਥੇਬੰਦੀਆਂ ਸੀ ਉਹਨਾਂ ਨੂੰ ਦੇਣਾ ਬਣਦਾ ਆ ਸਾਡਾ, ਕਿਉਂਕਿ ਜਿੰਨਾ ਉਹਨਾਂ ਨੇ ਆਪਣੀਆਂ ਜਥੇਬੰਦੀਆਂ, ਚਾਹੇ ਉਹ 'ਚ ਖੱਬੇ ਪੱਖੀ ਸੀ, ਚਾਹੇ ਕਿਸਾਨੀ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਸੀ, ਕੁਝ ਵਿੱਚ ਪੋਲੀਟੀਕਲ ਵੀ ਆਪਣੀ ਸਾਂਝ ਕਿਤੇ ਨਾ ਕਿਤੇ ਤਾਂ ਰੱਖਦੀਆਂ, ਸਾਰੇ ਰੱਖਦੇ ਲੀਡਰ, ਪਰ ਉਹਨਾਂ ਨੇ ਕਿਤੇ ਨਾ ਕਿਤੇ ਇਹ ਆਣ ਕੇ ਗੱਲ ਵਿੱਚ ਲੋਕਾਂ ਦੇ ਲਿਜਾਣ ਦੇ ਵਿੱਚ ਸਫਲ ਹੋ ਗਏ ਵੀ ਇਸ ਵੇਲੇ ਮੁੱਦਾ ਜਿਹੜਾ ਉਹ ਕਿਸਾਨੀ ਦਾ ਹੈ ਔਰ ਕਿਸਾਨੀ ਮੁੱਦੇ ਤੇ ਆਪਾਂ ਦਿੱਲੀ ਸਰਕਾਰ ਦੇ ਨਾਲ ਟੱਕਰ ਲੈਣੀ ਹੈ ਜੀ। ਜਦੋਂ ਉਹ ਟੱਕਰ ਲੈਣ ਲਈ ਫਿਰ ਤਿਆਰੀਆਂ ਹੋ ਗਈਆਂ, ਸਾਰਾ ਕੁਝ ਹੋ ਗਿਆ, ਤੇ ਜਿਵੇਂ ਆਪਾਂ ਦੇਖਦੇ ਕਿ ਆਪਣੇ ਪੰਜਾਬ ਦੇ ਵੱਡੇ ਦੋ ਖੇਤਰ ਜਿਹੜਾ ਮਾਝਾ ਤੇ ਮਾਲਵਾ, ਦੁਆਬੇ ਦੀ ਬੈਲਟ ਨੂੰ ਆਪਾਂ ਥੋੜੀ ਲੰਬੀ ਗਿਣਦੇ ਆ ਔਰ ਛੋਟੀ ਗਿਣਦੇ ਆ, ਛੋਟੀ ਗਿਣਦੇ, 2-3 ਜ਼ਿਲ੍ਹੇ ਨੇ ਮੁੱਖ ਤੌਰ ਤੇ। ਬਿਲਕੁਲ। ਤੇ ਪਰ ਪਹਿਲੀ ਵਾਰੀ ਇਹ ਦੇਖਿਆ ਕੁਲਦੀਪ ਜੀ ਵੀ ਦੁਆਬਾ ਹਮੇਸ਼ਾ ਹੀ ਜਿਹੜੀਆਂ ਦੋਨੇ ਖਿੱਤਿਆਂ ਦੀ ਜਥੇਬੰਦੀਆਂ ਨਾ, ਉਹ ਦੁਆਬੇ ਨੂੰ ਥੋੜਾ ਜਿਹਾ ਸੁਸਤ, ਢਿੱਲਾ ਜਾਂ ਘੱਟ ਆਂਕਦੇ ਸੀਗੇ ਕਰਕੇ ਵੀ ਤੁਸੀਂ ਅੰਦੋਲਨ ਦੇ ਵਿੱਚ ਹਿੱਸਾ ਘੱਟ ਲੈਂਦੇ ਹੋ ਜੀ। ਪਰ ਇਸ ਵਾਰੀ ਦੁਆਬੇ ਨੇ ਇਸ ਜਿਹੜਾ ਰੋਣਾ ਧੋਣਾ ਸੀ ਉਹਨੂੰ ਧੋਤਾ ਜੀ, ਕਿਉਂਕਿ ਵੀ ਆਪਾਂ ਗਾਂਹ ਚੱਲਦੇ ਤੁਹਾਨੂੰ ਦੱਸਾਂਗੇ ਵੀ ਸ਼ੰਭੂ ਮੋਰਚੇ ਤੇ ਜਦੋਂ ਬ੍ਰੇਕ ਕੀਤਾ ਜਾਂਦਾ ਬਾਰਡਰ ਅੰਬਾਲੇ ਵਾਲਾ ਤੇ ਰਾਜਪੁਰੇ ਵਾਲਾ, ਤੇ ਉੱਥੇ ਮੌਕੇ ਤੇ ਅਸੀਂ ਅੱਖੀਂ ਦ੍ਰਿਸ਼ ਕਿਹੜੇ ਦੇਖੇ ਆ, ਉੱਥੇ ਕਿੱਦਾਂ ਦੁਆਬੇ ਵਾਲਿਆਂ ਨੇ ਕੀਤੀ ਆ। ਉਸ ਤੋਂ ਪਹਿਲਾਂ ਇਹ ਹੋਇਆ ਵੀ ਜਦੋਂ 26-27 ਦੀ ਕਾਲ ਆ ਗਈ ਤਾਂ ਜਿਹੜਾ ਆਪਣਾ ਪਠਾਨਕੋਟ ਏਰੀਆ, ਗੁਰਦਾਸਪੁਰ, ਤਰਨਤਾਰਨ, ਸ਼੍ਰੀ ਅੰਮ੍ਰਿਤਸਰ ਸਾਹਿਬ, ਮਤਲਬ ਇਹ ਏਰੀਆ ਤਾਂ 24 ਤਰੀਕ ਨੂੰ ਹੀ ਆਪਣੇ ਚਾਲੇ ਪਾਤੇ ਸ਼ੁਰੂ, ਕੋਈ ਲੰਬੀ ਬਾੜ ਸੀਗੀ, ਇਹ ਬਾਰਡਰ ਤੋਂ ਨਿਕਲ ਗਿਆ ਸਨ। ਜਿਹੜੇ 24 ਤਰੀਕ ਨੂੰ ਜਿਹੜੇ ਲੰਬੇ ਏਰੀਆ ਵਾਲੇ ਸੀਗੇ, ਜਿੱਦਾਂ ਅਜਨਾਲਾ ਸਾਈਡ ਸੀਗੀ, ਡੇਰਾ ਬਾਬਾ ਨਾਨਕ ਸਾਈਡ ਸੀਗੀ, ਪੱਟੀ ਵਾਲਾ ਏਰੀਆ, ਇਹਨਾਂ ਨੇ ਤਾਂ ਆਪਣੀਆਂ 24 ਤਰੀਕ ਨੂੰ ਟਰਾਲੀਆਂ ਤੋਰ ਲਈਆਂ। ਠੀਕ ਆ ਜੀ। ਇਹ ਜਦੋਂ 24 ਤਰੀਕ ਨੂੰ ਤੁਰਦੀਆਂ ਤਾਂ ਜਿਹੜਾ ਦੁਆਬਾ ਖੇਤਰ ਆ ਉਹ ਫਿਰ ਤੁਰਦਾ 25 ਤਰੀਕ ਨੂੰ, 25 ਨਵੰਬਰ ਨੂੰ। ਠੀਕ ਆ ਜੀ। 25 ਨਵੰਬਰ ਨੂੰ ਦੁਆਬਾ ਤੁਰਦਾ ਆ ਤੇ ਜਦੋਂ ਦੁਆਬੇ ਦੀਆਂ ਟਰਾਲੀਆਂ ਦਾ ਇਕੱਠ-ਮੱਠ ਹੋ ਕੇ ਆਪਣਾ ਲੋਧੂਵਾਲ ਟੋਲ ਪਲਾਜ਼ਾ ਬਣਦਾ ਆ, ਉੱਥੋਂ ਫਿਰ ਕਦੀ ਮਤਲਬ 1000 ਟਰਾਲੀ, 5000 ਟਰਾਲੀ, 2000 ਟਰਾਲੀ, ਜਿੱਦਾਂ ਇੱਕ ਜਥਾ ਬਣ ਜਾਂਦਾ ਸੀ ਤੇ ਉਹ ਫਿਰ ਆਪਣਾ ਸਟੈਪ ਬਾਈ ਸਟੈਪ ਉੱਥੋਂ ਤੁਰਦਾ ਸੀਗਾ। ਪਰ ਦੁਆਬੇ ਵਾਲੀ ਜਿਹੜੀ ਜਥੇਬੰਦੀ ਸੀ ਇਹ ਇੱਧਰਲੇ ਸਾਰੇ ਖਿੱਤੇ ਨਾਲੋਂ ਅੱਗੇ ਸੀ। ਜਦੋਂ ਲੋਧੂਵਾਲ ਟੋਲ ਪਲਾਜ਼ੇ ਤੋਂ ਤਕਰੀਬਨ ਉੱਥੋਂ 11 ਤੋਂ 12 ਦੇ ਨੇੜੇ ਤੇੜੇ ਜਦੋਂ ਉੱਥੋਂ ਹਰੀ ਝੰਡੀ ਦਿੰਦੇ ਆ ਲੀਡਰ, ਤੇ ਉਦੋਂ ਪਿੱਛੇ ਮਾਝੇ ਵਾਲਾ ਵੀ ਜੁੜਨਾ ਸ਼ੁਰੂ ਹੋ ਗਿਆ, ਇੱਧਰ ਟਾਂਡੇ ਵਾਲੀ ਸਾਈਡ ਸਾਰੀ ਇਹ ਵੀ ਜੁੜਨੀ ਸ਼ੁਰੂ ਹੋ ਗਈ। ਤੇ ਇਹ ਚੱਲਦੇ ਚੱਲਦੇ ਸ਼ਾਮ ਨੂੰ ਤਕਰੀਬਨ 6-7 ਦੇ ਨੇੜੇ ਤੇੜੇ ਉਹਦੇ ਚਲੇ ਗਏ ਆਪਣੇ ਫਤਿਹਗੜ੍ਹ ਸਾਹਿਬ ਦੇ ਨੇੜੇ। ਉੱਥੇ ਜਾ ਕੇ ਫਿਰ ਜਥੇਬੰਦੀਆਂ ਨੇ, ਜਿਵੇਂ ਕਾਦੀਆਂ ਸਾਹਿਬ ਵਾਲਾ ਗਰੁੱਪ ਜਾਂ ਖੱਬੇ ਪੱਖੀ ਗਰੁੱਪ, ਇਹਨਾਂ ਨੇ ਫਿਰ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਹੁਣ ਜਿਹੜਾ ਸ਼ੰਭੂ ਤੋਂ ਆ ਉਹ 27-28 ਕਿਲੋਮੀਟਰ ਰਹਿ ਗਏ ਆ, ਵੀ ਇੰਨਾ ਵੱਡਾ ਆਪਾਂ ਜੇ ਜਾ ਕੇ ਹੁਣੇ ਰੋਡ ਜਾਮ ਕਰ ਦੇਵਾਂਗੇ ਤਾਂ ਆਮ ਪਬਲਿਕ ਜਿਹੜੀ ਹੋਣੀ ਆ ਉਹਨਾਂ ਨੂੰ ਬੜੀ ਤੰਗੀ ਆ ਜਾਣੀ ਆ, ਕਿਉਂਕਿ ਟ੍ਰੈਫਿਕ ਚੱਲਦਾ ਸੀ ਸ਼ਾਮ ਦੇ 8-9-10 ਵਜੇ ਤੱਕ ਵੀ, ਰਾਤ ਨੂੰ ਇਹ 25 ਤਰੀਕ ਨੂੰ ਚੱਲਦਾ ਸੀਗਾ। ਜੀ ਜੀ। ਇਹਨਾਂ ਨੇ ਫਿਰ ਕੀ ਕੀਤਾ, ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਨਾਲ ਸੰਪਰਕ ਕੀਤਾ, ਜਿੰਨਾ ਇਧਰੋਂ ਸਾਰਾ ਇਕੱਠ ਸੀਗਾ ਮਾਝੇ ਦਾ ਤੇ ਦੁਆਬੇ ਦਾ, ਉਹ ਸਾਰਾ ਹੀ ਨਹੀਂ ਫਿਰ ਬਲੌਕ ਉੱਥੇ ਕਰ ਲਿਆ ਗੁਰਦੁਆਰਾ ਸਾਹਿਬ। ਉੱਥੇ ਫਿਰ ਇਹ ਸਾਰਾ ਲੰਗਰ ਪਾਣੀ ਦਾ ਪ੍ਰਬੰਧ ਹੋਇਆ, ਉੱਥੇ ਰਹੇ ਸਾਰੇ ਤੇ ਰਹਿਣ ਦਾ ਵੀ ਪ੍ਰਬੰਧ ਸੀਗਾ। ਉਸ ਤੋਂ ਬਾਅਦ ਫਿਰ ਸਵੇਰੇ ਤੜਕੇ ਉੱਠ ਕੇ ਨਿਕਲਦੇ ਆ। ਅੱਛਾ ਜੀ। ਇੱਕ ਜਿਹੜੀ ਮੈਨੂੰ ਕੁਲਦੀਪ ਜੀ ਰਾਜ ਵਾਲੀ ਗੱਲ ਇਹ ਦੱਸਦਾ ਆ ਵੀ ਜਿਹੜੇ ਨੌਜਵਾਨ ਵੀ ਸੀਗੇ ਤੇ ਖਾਸ ਕਰਕੇ ਜਿਹੜੇ ਜਥੇਬੰਦੀਆਂ ਦੇ ਲੀਡਰ ਵੀ ਸੀ, ਮੇਰੀ ਪਰਸਨਲ ਵੀ ਗੱਲ ਹੋਈ ਆ ਹਰਮੀਤ ਕਾਦੀਆਂ ਨਾਲ ਜਾਂ ਹੋਰਾਂ ਦੋ ਚੌਂ ਦੇ ਨਾਲ। ਜਥੇਬੰਦੀਆਂ ਕਹਿ ਸਕਦੇ ਵੀ 95% ਇਹ ਗੱਲ ਆਪਣੇ ਮਨ 'ਚ ਧਾਰ ਕੇ ਬੈਠੀਆਂ ਸੀ ਵੀ ਅਸੀਂ ਸ਼ੰਭੂ ਤੱਕ ਹੀ ਜਾਣਾ ਹੈ, ਇਦੋਂ ਗਾਂ ਸਾਨੂੰ ਨਹੀਂ ਜਾਣ ਨਹੀਂ ਦੇਣਾ। ਇਹ ਪ੍ਰਪੇਅਰ ਸੀ ਇਸ ਗੱਲ ਲਈ। ਠੀਕ। ਜਿੰਨੇ ਜਥੇਬੰਦੀਆਂ ਲੀਡਰ ਜਿੰਨਿਆਂ ਨਾਲ ਮੇਰੀ ਗੱਲ ਹੋਈ, ਠੀਕ ਹੈ ਜੀ, ਕਿਸੇ ਨੂੰ ਨਹੀਂ ਸੀ ਇਸ ਗੱਲ ਦਾ ਪਤਾ। ਨੌਜਵਾਨ ਵਰਗ ਦੇ ਵਿੱਚ ਇੱਕ ਵਰਗ ਸੀ ਤੱਤਾ ਜਿਹੜਾ ਉਹ ਕਰਾਂਗੇ ਤੋੜਾਂਗੇ ਜਾਂ ਫਲਾਨਾ ਕਰੇ। ਜਥੇਬੰਦੀਆਂ ਇਹ ਕਹੀ ਜਾਂਦੀਆਂ ਸੀ ਜਿੱਥੇ ਸਾਨੂੰ ਪੁਲਿਸ ਨੇ ਰੋਕ ਲਿਆ ਅਸੀਂ ਉੱਥੇ ਬਹਿ ਜਾਣਾ, ਉੱਥੇ ਬਹਿ ਜਾਣਾ। ਅੱਛਾ, ਕੀਤੀ ਵੀ ਇਦਾਂ ਹੀ। ਹੁਣ ਉੱਥੇ ਜਾ ਕੇ ਕਿ ਸਭ ਨੂੰ ਫਰੰਟ ਲਾਈਨ ਤੇ ਦੀਪ ਸਿੱਧੂ ਵਾਲਾ ਟੈਂਟ ਲੱਗਾ ਸੀਗਾ। ਅੱਛਾ ਜੀ। ਜਦੋਂ 26 ਤਰੀਕ ਨੂੰ ਸਵੇਰੇ 9-10 ਵਜੇ ਨਾ 9 ਵਜੇ ਦੇ ਨੇੜੇ ਤੇੜੇ ਇਕੱਠ ਹੋਣਾ ਸ਼ੁਰੂ ਹੋ ਗਿਆ। ਇਸ ਗੱਲ ਤੇ ਆਣ ਕੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਜੇ ਗਾਂ ਨੂੰ ਵਧਣ ਵਾਲੇ ਹਾਲਾਤ ਪੈਦਾ ਹੋਏ ਆ ਜਾਂ ਅੱਜ ਦਿੱਲੀ ਦੇ ਧੌਣ ਤੇ ਗੋਡਾ ਰੱਖ ਕੇ ਕਿਸਾਨ ਬੈਠੇ ਆ ਨਾ, ਤੇ ਸਭ ਨੂੰ ਇੱਕ ਨੰਬਰ ਤੇ ਉਸ ਵੇਲੇ ਤੁਸੀਂ ਹਰਿਆਣੇ ਵਾਲੇ ਭਰਾਵਾਂ ਨੂੰ ਜਿਹੜਾ ਆ ਉਹਦਾ ਕ੍ਰੈਡਿਟ ਆਪਾਂ ਨੂੰ ਦੇਣਾ ਪਊਗਾ। ਜੇ ਹਰਿਆਣੇ ਵਾਲਿਆਂ ਨੇ ਮੂਹਰੇ ਲਲਕਾਰਾ ਮਾਰਿਆ ਤੇ ਇੱਧਰੋਂ ਜਿਹੜੇ ਆਪਣੇ ਮੁੰਡੇ ਵੀ ਜਿਹੜੇ ਸੀਗੇ ਫਿਰ ਗਰਮਾ ਗਰਮ ਵਾਲੇ, ਤੇ ਉੱਥੇ ਆਣ ਕੇ ਫਿਰ ਦੁਆਬੇ ਵਾਲੇ ਮੁੰਡੇ ਜਿਹੜੇ ਸੀਗੇ ਉਹ ਬਹੁਤਾਤ ਵਿੱਚ ਉਹ ਅੱਗੇ ਸੀਗੇ। ਦੁਆਬੇ ਵਾਲੇ ਮੁੰਡੇ ਬਹੁਤਾਤ ਵਿੱਚ ਜਦੋਂ ਫਿਰ ਇੱਕ ਵਾਰੀ ਉੱਧਰੋਂ ਚੀਕਾਂ ਚੂਕਾਂ ਮਾਰੀਆਂ, ਪੁਲਿਸ ਨੇ ਦੇਖਿਆ ਵੀ ਥੋੜ੍ਹਾ ਜਿਹਾ ਵਿਰੋਧ ਕੀਤਾ ਤੇ ਉਹ ਜਿਹੜੇ ਬੈਰੀਕੇਡ ਰੱਖੇ ਸੀ ਲੋਹੇ ਲੂਹੇ ਦੇ ਉਹ ਚੱਕ ਕੇ ਮਾਰੇ ਉਹਨੀ ਘੱਗਰ ਦਰਿਆ ਦੇ ਵਿੱਚ। ਤੇ ਘੱਗਰ ਦਰਿਆ ਤੋਂ ਬਾਅਦ ਜਦੋਂ ਪਿੱਛੋਂ ਵੀ ਲੱਗ ਗਿਆ ਵੀ ਹਰਿਆਣੇ ਵਾਲੇ ਪਾਸਿਓਂ ਵੀ ਜ਼ੋਰ ਪੈ ਗਿਆ, ਉਹ ਬਾਜਾਂ ਮਾਰਨ ਆ ਜਾਓ ਹੁਣ ਤੁਸੀਂ। ਤੇ ਉਹ ਉਸ ਵੇਲੇ ਮੁੰਡਿਆਂ ਨੇ ਜਿਨ੍ਹਾਂ ਦੇ ਮੂਹਰੇ ਟਰੈਕਟਰ ਦੇ ਤਾਰਾਂ ਵਗੈਰਾ ਪਾਈਆਂ ਸੀ, ਵੱਡੇ ਪੱਥਰ ਖਿੱਚ ਕੁਝ ਕੇ ਪਾਸੇ ਕੀਤੇ ਤਾਂ ਅੱਧੇ ਪੌਣੇ ਘੰਟੇ ਦੇ ਵਿੱਚ ਜਿਹੜੀ ਕਿ ਸ਼ੰਭੂ ਬਾਰਡਰ ਜਿਹੜਾ ਸੀ ਉਹ ਕਲੀਅਰ ਹੋ ਗਿਆ। ਉੱਥੇ ਸਮੱਸਿਆਵਾਂ ਇੱਕ ਹੋਰ ਬਹੁਤ ਵੱਡੀ ਆ ਗਈ। ਕਿਸ ਤਰ੍ਹਾਂ ਦੀ? ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਸੀ ਵੀ ਜਿੱਥੇ ਸਾਨੂੰ ਰੋਕ ਦੇਣਗੇ ਅਸੀਂ ਉੱਥੇ ਬਹਿ ਜਾਣਾ, ਅਸੀਂ ਕਿਸੇ ਨਾਲ ਝਗੜਾ ਨਹੀਂ ਕਰਨਾ ਤੇ ਅਸੀਂ ਕਿਸੇ ਦੇ ਨਾਲ ਉਹਨਾਂ ਦਾ ਇਹ ਕਹਿਣ ਸੀ ਵੀ ਅਸੀਂ ਕਿਸੇ ਦੇ ਪੁੱਤ ਨਹੀਂ ਮਰਵਾਉਣੇ, ਵੀ ਜਿੱਥੇ ਰੋਕ ਦੇਣਗੇ ਅਸੀਂ ਬਹਿ ਜਾਣਾ।
ਉੱਥੇ ਸਥਿਤੀ ਇਦਾਂ ਦੀ ਹੋ ਗਈ ਵੀ ਬਾਰਡਰ ਟੁੱਟ ਗਿਆ, ਅੰਬਾਲੇ ਵਾਲੇ ਮੂਹਰੇ ਬਾਜਾਂ ਮਾਰਦੇ ਆ, ਇਧਰੋਂ ਜਿਹੜੇ ਤੱਤੇ ਨੌਜਵਾਨ ਸੀ ਜਿਨ੍ਹਾਂ ਨੇ ਜ਼ੋਰ ਲਾ ਕੇ ਉੱਥੇ ਪੁਲਿਸ ਦੇ ਨਾਲ ਤੂੰ ਮੈਂ ਵੀ ਕਿ ਧੱਕਾ ਮੁੱਕੀ ਵੀ ਹੋਈ, ਥੋੜੇ ਵੇਲੇ ਆਸ ਦੇ ਗੋਲੇ ਵੀ ਛੱਡੇ ਗਏ। ਉਹ ਫਿਰ ਨਾ ਇਦਾਂ ਦੇ ਹਾਲਾਤਾਂ ਵਿੱਚ ਆ ਗਿਆ ਵੀ ਹੁਣ ਤੁਸੀਂ ਸਾਨੂੰ ਬਾਰਡਰ ਟੁੱਟ ਗਿਆ, ਪੁਲਿਸ ਭੱਜ ਗਈ ਆ, ਸਾਰਾ ਕੁਝ ਕਲੀਅਰ ਆ, ਹੁਣ ਤੁਸੀਂ ਉੱਠ ਕੇ ਤੁਰਦੇ ਕਰਦੇ ਨਹੀਂ। ਹੁਣ ਇਧਰੋਂ ਦੇਖੋ ਲਾ ਲਓ ਉਧਰ ਬਠਿੰਡਾ ਸਾਈਡ ਵੀ ਖਨੌਰੀ ਦੇ ਸਭ ਨੂੰ ਵੱਡਾ ਸ਼੍ਰੀ ਗੁਰੂ ਜੀ ਦਾ ਸੀਗਾ ਜਿਹੜਾ ਜੋਗਿੰਦਰ ਜੀ ਦਾ, ਉਹਨਾਂ ਦਾ ਸੀਗਾ ਉੱਥੇ। ਇਹ ਆਪਸ ਵਿੱਚ ਹੀ ਫਿਰ ਇੱਕ ਦੂਜੇ ਨਾਲ ਫੋਨਾਂ ਤੇ ਰਾਬਤਾ ਕਰਦੇ ਸੀ ਵੀ ਬਾਰਡਰ ਟੁੱਟ ਗਿਆ, ਹੁਣ ਜਾਣਾ ਕਿੱਦਾਂ ਹੈ, ਵੀ ਕੀ ਕਰੀਏ, ਜਾਈਏ ਕਿ ਨਾ ਜਾਈਏ। 10-10 ਕਿਲੋਮੀਟਰ ਤੋਂ ਮੁੰਡੇ ਮੁੜ ਕੇ ਫਿਰ ਆਏ ਦੁਬਾਰਾ ਜਦੋਂ ਇਹਨਾਂ ਦੇ ਮਗਰ ਨਹੀਂ ਕੋ ਤੁਰਿਆ। ਅੱਛਾ ਜੀ। ਆਣ ਕੇ ਮੈਂ ਹੀ ਅੱਖੀਂ ਦੇਖਿਆ, ਮੈਂ ਹੁਣ ਨਾਂ ਨਹੀਂ ਲਵਾਂਗਾ ਲੀਡਰਾਂ ਦਾ, ਟੌਪ ਮੋਸਟ ਲੀਡਰਾਂ ਦੇ ਮੋਹਰੇ ਨੌਜਵਾਨਾਂ ਨੇ ਸੱਟ ਕੇ ਨਾ ਬਿੱਲੇ ਫਿਰ ਉਹਨਾਂ ਜਿਹੜੇ ਲਾਏ ਸੀ ਇੱਥੇ ਟੈਗ, ਉਹ ਚੱਕ ਸਿੱਟੇ, ਚੱਕੋ ਵੀ ਤੁਸੀਂ ਸਾਨੂੰ ਕਹਿ ਕੇ ਦਿੱਲੀ ਦਾ ਲਿਆਏ ਆ, ਹੁਣ ਤੁਸੀਂ ਇੱਥੋਂ ਗਾਂਹ ਪੈਰ ਨਹੀਂ ਪੱਟਦੇ। ਰਾਈਟ। ਮਜਬੂਰੀ ਤੈਅ ਤੇ ਇਹਨਾਂ ਨੂੰ ਬਹੁਤ ਜਹਿਦ ਤੋਂ ਬਾਅਦ ਐਵਰੇਜ ਮੰਨ ਕੇ ਚਲੋ 12-1 ਵਜੇ ਦੇ ਨੇੜੇ ਤੇੜੇ ਫਿਰ ਇਹਨਾਂ ਨੇ ਮੋਹਰ ਨੂੰ ਚੱਲਣ ਦਾ ਇਹਨਾਂ ਨੇ ਆਪਸ ਵਿੱਚ ਹੀ ਫੈਸਲਾ ਲਿਆ। ਇਸੇ ਕਰਕੇ ਜੋਗਿੰਦਰ ਸਿੰਘ ਗੁਰਾਹਾ ਵਾਲਾ ਜਿਹੜਾ 1.5 ਦਿਨ ਉੱਥੋਂ ਖਨੌਰੀ ਤੋਂ ਲੇਟ ਚੱਲਿਆ, ਉਹ ਇੱਕੋ ਹੀ ਕਹਿੰਦਾ ਸੀ ਵੀ ਫੈਸਲਾ ਇਹ ਹੋਇਆ ਸੀ ਵੀ ਜਿੱਥੇ ਰੋਕਣਗੇ ਅਸੀਂ ਉਸ ਤੋਂ ਅੱਗੇ ਨਹੀਂ ਜਾਣਾ। ਸਾਡੇ ਨੌਜਵਾਨ ਜਿਹੜੇ ਉਹ ਨਹੀਂ ਤੋੜਨਗੇ। ਉੱਥੇ ਵੀ ਫਿਰ ਮੁੰਡੇ ਹਰਿਆਣੇ ਵਾਲੇ ਜਿਹੜੇ ਨੌਜਵਾਨ ਆਏ ਖਨੌਰੀ ਸਾਈਡ ਤੋਂ ਵੀ, ਉਹਨਾਂ ਨੇ ਇਹਨਾਂ ਦੀ ਹੈਲਪ ਕੀਤੀ। ਡੇਢ ਦਿਨ ਦੇ ਨੇੜੇ ਤੇੜੇ ਉਹ ਲੇਟ ਚੱਲੇ ਆ ਸ਼ੰਭੂ ਵਾਲਿਆਂ ਨਾਲ। ਤੇ ਜਦੋਂ ਫਿਰ ਉੱਥੋਂ ਚੱਲਦੇ ਗਏ, ਚਾਹੇ ਫਿਰ ਅੰਬਾਲਾ ਸੀਗਾ ਰੁਕਿਆ, ਚਾਹੇ ਕਰਨਾਲ ਸੀਗਾ, ਚਾਹੇ ਪਾਣੀਪਤ ਲੱਗੇ, ਪੁਲਿਸ ਨੇ ਜਿੰਨਾ ਕੁ ਕੀਤਾ ਸੀ ਪ੍ਰਬੰਧ ਰੱਖ ਲਓ, ਜਾਂ ਜਿੰਨਾ ਕੁ ਉਹਨਾਂ ਨੇ ਸੋਚਿਆ ਸੀ ਵੀ ਇੰਨਾ ਕੁ ਅਸੀਂ ਕਰਾਂਗੇ, ਉਨੀ ਵਿਰੋਧਤਾ ਕੀਤੀ, ਉਨੀ ਕੁ ਲਾਠੀਚਾਰਜ ਵੀ ਕੀਤਾ, ਕਿਤੇ ਨਾ ਕਿਤੇ ਅਥਰੂ ਗਏ ਤੇ ਗੋਲੇ ਵੀ ਛੱਡੇ। ਪਰ ਨੌਜਵਾਨ ਕਦਮ ਦਰ ਵੱਧਦੇ ਗਏ। ਆਪਾਂ ਪਿਛਲੇ ਐਪੀਸੋਡ ਵਿੱਚ ਵੀ ਗੱਲ ਕੀਤੀ ਸੀ ਵੀ ਜੇ ਕੋਈ 100 ਸੋਟਾ ਪੁਲਿਸ ਨੇ ਮਾਰਿਆ ਹੋਊ ਤਾਂ 80 ਹਰਿਆਣੇ ਵਾਲਿਆਂ ਨੇ ਕਰਦੇ ਆ, 20 ਸਾਡਿਆਂ ਦੇ ਪੰਜਾਬ ਵਾਲਿਆਂ ਦੇ ਪਏ ਹੋਣਗੇ। ਇਹ ਸਾਰੀ ਅੱਖੀ ਦੇਖਣ ਦੀ 26 ਤਰੀਕ ਸ਼ਾਮ ਤੱਕ ਜਿਹੜਾ ਸੀਗਾ ਉਹ ਕਾਫਲਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਜੋ ਆਪਾਂ ਸ਼ੰਭੂ ਤੋਂ ਤੁਰਿਆ ਹੋਇਆ, ਉਹ 26 ਤਰੀਕ 8-9 ਵਜੇ ਤੱਕ ਪਾਣੀਪਤ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉੱਥੇ ਪਹੁੰਚ ਗਿਆ ਸੀਗਾ। ਠੀਕ ਹੈ ਜੀ, ਇਹ ਗੱਲਬਾਤ ਜਾਰੀ ਰੱਖਾਂਗੇ। ਅੰਮ੍ਰਿਤਪਾਲ ਜੀ, ਮੈਂ ਆਪ ਜੀ ਵੱਲ ਆਵਾਂਗਾ ਤੇ ਇਸ ਵਿੱਚ ਗੱਲਬਾਤ ਕਰਾਂਗੇ ਕਿ ਕਿਸਾਨ ਅੰਦੋਲਨ ਜਦੋਂ ਤੋਂ ਪੰਜਾਬ ਵਿੱਚ ਸ਼ੁਰੂ ਹੋਇਆ ਤੇ ਕਿਵੇਂ ਬਾਕੀ ਵਰਗ ਫਿਰ ਇਹਨਾਂ ਦੇ ਨਾਲ ਮਿਲੇ। ਇਹਨਾਂ ਵਿੱਚ ਦੁਕਾਨਦਾਰ ਸਨ, ਆੜ੍ਹਤੀਏ ਸਨ, ਅਧਿਆਪਕ ਵਰਗ ਸੀ, ਹੋਰ ਵੀ ਇਹ ਜਿਹੜੇ ਖੇਮਿਆਂ ਦੇ ਖਿੱਤਿਆਂ ਦੇ ਵਿੱਚੋਂ ਖਿਡਾਰੀ, ਗੀਤਕਾਰ, ਸੰਗੀਤਕਾਰ, ਗਾਇਕ ਸਾਰੇ ਆਏ। ਉਹ ਗੱਲਬਾਤ ਵੀ ਅਸੀਂ ਅੱਗੇ ਕਰਦੇ ਹਾਂ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਜੀ। ਪੰਜਾਬੀ ਨੈਸ਼ਨਲ ਟੀਵੀ ਤੇ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਕਰ ਰਹੇ ਹਾਂ। ਸ਼ੰਭੂ ਬਾਰਡਰ ਕ੍ਰਾਸ ਕਰ ਚੁੱਕੇ ਹਾਂ ਅਸੀਂ ਤੇ ਉਸ ਤੋਂ ਅਗਾਂਹ ਦੇ ਹਾਲਾਤ ਤੇ ਕਿਵੇਂ ਫਿਰ ਵੱਖ-ਵੱਖ ਵਰਗ ਜੁੜ ਗਏ ਨੇ ਇਸ ਅੰਦੋਲਨ ਵਿੱਚ ਤੇ ਕਿਸਾਨ ਅੰਦੋਲਨ ਨੂੰ ਆਪਣਾ ਸਮਝ ਕੇ ਇਸ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖਲੋ ਗਏ ਨੇ। ਇਸ ਬਾਰੇ ਗੱਲਬਾਤ ਅੰਮ੍ਰਿਤਪਾਲ ਜੀ। ਜੀ ਸਰ, ਮੈਂ ਗੱਲਬਾਤ ਕਰਨੀ ਚਾਹੁੰਦਾ ਸਾਂ ਕਿ ਕਿਤੇ ਇਹ ਪੰਜਾਬ ਦੇ ਵਿੱਚ ਸੀ ਕਿ ਇਹ ਕਿਸਾਨਾਂ ਦੀ ਗੱਲ ਹੈ। ਬਿਲਕੁਲ ਜੀ। ਤੇ ਇਹ ਵੀ ਗੱਲ ਸੁਣੀ ਜਾਂਦੀ ਸੀ ਪੰਜਾਬ ਦੇ ਵਿੱਚ ਕਿ ਇਹ ਤੇ ਕਿਸਾਨ ਐਵੇਂ ਹੀ ਲੱਗੇ ਆ, ਕਿਹਦੇ ਨਾਲ ਮੱਥਾ ਲਾ ਕੇ ਮੋਦੀ ਨੇ ਕਿੱਥੇ ਮੰਨਣਾ ਹੈ, ਮੋਦੀ ਨੇ ਕੀ ਕਰਨਾ। ਅਜੇ ਵੀ ਮੰਨਿਆ ਤਾਂ ਨਹੀਂ, ਗੱਲ ਤਾਂ ਨਹੀਂ ਅਸੀਂ ਕਹਿ ਸਕਦੇ, ਪਰ ਝੁਕੇ ਜ਼ਰੂਰ ਨੇ। ਪੂਰਨ ਤੌਰ ਤੇ ਝੁਕੇ ਕਿ ਨਹੀਂ ਝੁਕੇ ਇਹ ਤੇ ਗੱਲ ਡਿਬੇਟੇਬਲ ਹੋ ਸਕਦੀ ਹੈ ਜੀ। ਇਹ ਦੱਸੋ ਕਿ ਹੌਲੀ-ਹੌਲੀ ਕਿਹੜੇ ਵਰਗ ਤੇ ਕਿਵੇਂ ਤੇ ਕਿਹੜੇ ਕਾਰਨਾਂ ਕਰਕੇ ਫਿਰ ਉਹਨਾਂ ਨੂੰ ਸ਼ਾਮਲ ਹੋਣਾ ਪਿਆ, ਮਜਬੂਰੀ ਬਸ ਹੋਏ ਜਾਂ ਦਿਲੋਂ ਸ਼ਾਮਲ ਹੋਏ? ਬਿਲਕੁਲ ਕੁਲਦੀਪ ਜੀ, ਤੁਸੀਂ ਬਿਲਕੁਲ ਸਹੀ ਦੱਸਿਆ। ਗੱਲ ਸਾਰੀ ਇਹ ਨਹੀਂ ਹੈਗੀ ਕਿ ਅਸੀਂ ਜਿੱਤ ਗਏ ਹਾਂ ਕਿ ਨਹੀਂ ਜਾਂ ਅਸੀਂ ਹਾਰ ਗਏ ਹਾਂ। ਗੱਲ ਤਾਂ ਇਹ ਸੀ ਕਿ ਜਦੋਂ ਦੀ ਮੋਦੀ ਸਰਕਾਰ ਬਣੀ ਸੀ ਉਹਨਾਂ ਨੂੰ ਕਿਸੇ ਨੇ ਪਿੱਛੇ ਨੂੰ ਮੋੜਿਆ ਨਹੀਂ ਸੀ, ਉਹਨਾਂ ਨੂੰ ਕਿਸੇ ਨੇ ਗਲਤ ਨੂੰ ਗਲਤ ਕਹਿਣ ਦੀ ਹੌਸਲਾ ਨਹੀਂ ਸੀ ਦਿਖਾਇਆ। ਅਸੀਂ ਉਹਦੇ ਲਈ ਕਈ ਵਾਰ ਗੱਲ ਕੀਤੀ ਹੈ। ਜਿੰਨੇ ਵੀ ਉਹਨਾਂ ਨੇ 7 ਸਾਲਾਂ 'ਚ ਕੰਮ ਕੀਤੇ, ਚਾਹੇ ਉਹਨੇ ਸਾਰੇ ਦੇ ਸਾਰੇ ਮੁਲਕ ਨੂੰ ਬੈਂਕਾਂ ਦੀਆਂ ਲਾਈਨਾਂ 'ਚ ਖੜੇ ਕਰਤਾ ਸੀਗਾ ਨੋਟਬੰਦੀ ਕਰਕੇ, ਚੈਲੰਜ ਨਹੀਂ ਹੋਇਆ ਉਸ ਮੁੱਦੇ ਤੇ, ਉਹਨਾਂ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ। ਮੈਂ ਅੱਜ ਵੀ ਇਸ ਗੱਲ ਤੇ ਹੈਰਾਨ ਆ ਵੀ ਜਿਸ ਸਪੀਡ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਭਾਅ ਜਿਹੜੇ ਵੱਧ ਰਹੇ ਨੇ, ਹਾਲੇ ਵੀ ਕਿਸਾਨਾਂ ਨੂੰ ਛੱਡ ਕੇ ਕੋਈ ਵੀ ਹੋਰ ਵਰਗ ਉਹਦੇ ਮੋਹਰੇ ਇੱਕ ਪ੍ਰਤੀਰੋਧ ਜਿਹੜਾ ਆ, ਇੱਕ ਗਤੀਰੋਧ ਆ, ਇੱਕ ਵਿਰੋਧ ਆ, ਇੱਕ ਅੰਦੋਲਨ ਆ, ਕੋਈ ਵੀ ਸ਼ੁਰੂ ਨਹੀਂ ਕਰ ਰਿਹਾ। ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਰਜਿਸਟਰਡ ਪਾਰਟੀਆਂ ਹੋਣੀਆਂ, MLA ਵੀ ਨੇ, ਹੋਰ ਪਾਰਟੀਆਂ ਦੇ MP ਵੀ ਨੇ, ਰਾਜ ਸਭਾ ਮੈਂਬਰ ਵੀ ਨੇ, ਸਾਬਕਾ ਵੀ ਨੇ, ਹਾਰੇ ਹੋਏ ਵੀ ਨੇ। ਕੋਈ ਵੀ ਇਹੋ ਜਿਹਾ ਕੋਈ ਹੋਰ ਅੰਦੋਲਨ ਖੜਾ ਕਰਕੇ ਸਰਕਾਰ ਨੂੰ ਇਸ ਗੱਲ ਲਈ ਨਹੀਂ ਦੱਸ ਪਾ ਰਿਹਾ। ਫੇਸਬੁੱਕ ਜ਼ਰੂਰ ਦੱਸਦੀ ਆ। ਆਪਾਂ ਜਦੋਂ ਤੁਸੀਂ ਗੱਲ ਕਰੋ, ਤੁਸੀਂ ਇਦਾਂ ਨਾ ਕਹੋ ਰਾਮਲੀਲਾ ਮੈਦਾਨ ਖਾਲੀ ਹੈ ਤੇ ਬਾਬਾ ਰਾਮਦੇਵ ਵੀ ਹੱਲੇ ਹੈਗਾ ਆ ਤੇ ਉਹ ਕਾਇਮ ਆ, ਉਹਨੂੰ ਕੋ ਅੰਦੋਲਨ ਸ਼ੁਰੂ ਕਰੇ। ਅੰਨਾ ਹਜ਼ਾਰੇ ਵੀ ਉੱਥੇ ਰਾਲੇ ਸਿੱਧੀ ਰਾਲੇ ਗਾਂ ਤੋਂ ਆ ਕੇ ਅੰਦੋਲਨ ਸ਼ੁਰੂ ਕਰਨ। ਕਿਹੜਾ ਰਾਹ ਨਹੀਂ ਉਹਦਾ ਦਿੱਲੀ ਦਾ। ਰਾਮਦੇਵ ਤਾਂ ਅੰਦੋਲਨ ਸ਼ੁਰੂ ਕਰਨ ਲਈ ਤਿਆਰ ਆ, ਹੁਣ ਉਹਨੂੰ ਕੋਈ ਬੀਬੀ ਆਪਣਾ ਸੂਟ ਨਹੀਂ ਦਿੰਦੀ। ਠੀਕ ਹੈ ਜੀ। ਮੈਂ ਗੱਲ ਕਰ ਰਿਹਾ ਜਿਹੜੇ ਵਰਗ ਪੰਜਾਬ ਦੇ ਖਾਸ ਤੌਰ ਤੇ ਜਿਸ ਵਿੱਚ ਆੜ੍ਹਤੀਆ, ਦੁਕਾਨਦਾਰ ਵਰਗ, ਅਧਿਆਪਕ ਵਰਗ, ਹੋਰ
ਜਿਹੜੇ ਇੱਕ ਈਵਨ ਮੁਲਾਜ਼ਮ ਜਥੇਬੰਦੀ, ਸਰਕਾਰੀ ਮੁਲਾਜ਼ਮ ਜਥੇਬੰਦੀਆਂ ਵਾਲੇ ਲੋਕ, ਇਹਨਾਂ ਬਾਰੇ ਉਮੀਦ ਨਹੀਂ ਕੀਤੀ ਜਾਂਦੀ ਵੀ ਕਿਸੇ ਅੰਦੋਲਨ ਵਿੱਚ ਸਰਕਾਰ ਦੇ ਖਿਲਾਫ ਉਹ ਕਿਸੇ ਨਾਲ ਖੜੇ ਹੋਣਗੇ। ਉਹਨਾਂ ਨੇ ਫਿਰ ਕੀ ਸੋਚ ਕੇ ਜੁੜ ਗਏ, ਬੇਫਿਕਰ ਹੋ ਕੇ ਜੁੜੇ ਹੋ? ਜਦੋਂ ਅੰਦੋਲਨ ਬਣ ਗਿਆ, ਜਿੱਦਾਂ ਤੁਸੀਂ ਜਿੱਦਾਂ ਬਿਲਗਾ ਸਾਹਿਬ ਨੇ ਸਾਰੀ ਬ੍ਰਿਤਾਂਤ ਦੱਸਿਆ, ਇਹਨਾਂ ਨੇ ਸਾਨੂੰ ਦਿਖਾਲ ਦਿੱਤਾ ਵੀ ਕਿੱਥੇ ਕਿੱਥੇ ਕੀ ਹੋਇਆ। ਉਹਦੇ ਪਿਛਲੇ ਪਾਸੇ ਜੋ ਕੁਝ ਚੱਲ ਰਿਹਾ ਸੀਗਾ, ਸਾਡੇ ਵਿਦਵਾਨ ਜਿਹੜੇ ਖੇਤੀ ਮਾਰਿਆ ਜਾਂ ਹੋਰ ਜਥੇਬੰਦੀਆਂ ਦੇ ਆਗੂ ਆ, ਇਸ ਗੱਲ ਦੇ ਉੱਤੇ ਅਕਸਰ ਰੋਸ ਪ੍ਰਗਟ ਕਰਦੇ ਆ ਵੀ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਕਦੇ ਵੀ ਕਿਸੇ ਸੰਘਰਸ਼ ਲਈ ਲੜਦੀਆਂ ਨਹੀਂ। ਕਾਰਲ ਮਾਰਕਸ ਵੀ ਇਹ ਗੱਲ ਕਹਿੰਦਾ ਵੀ ਜਦ ਤੱਕ ਮਜ਼ਦੂਰ ਇਕੱਠੇ ਹੋ ਕੇ ਆਪਣੀ ਸਮੱਸਿਆ ਸਰਕਾਰ ਦੇ ਸਾਹਮਣੇ ਨਹੀਂ ਰੱਖਦੇ, ਤਦ ਤੱਕ ਕੋਈ ਹੱਲ ਨਹੀਂ ਹੋਣਾ। ਤੇ ਇਹ ਅੰਦੋਲਨ ਜਿਹੜੇ ਆ, ਕੋਈ ਵੀ ਸਾਡੀ ਮੰਗ ਪੂਰੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਅਸੀਂ ਇਕਜੁੱਟ ਨਹੀਂ ਹੁੰਦੇ। ਤੇ ਪੰਜਾਬ ਦੇ ਵਿੱਚ ਜਦੋਂ ਕਿਸਾਨ ਇਕਜੁੱਟ ਹੋ ਗਏ, ਫਿਰ ਉਹ ਸ਼ਾਇਦ ਕਿਤੇ ਨਾ ਕਿਤੇ ਬਾਕੀ ਸਾਰੀਆਂ ਗੱਲਾਂ ਲੋਕਾਂ ਨੂੰ ਇਹ ਗੱਲ ਸਮਝ ਆਈ ਮੌਕੇ ਦੇ ਨਾਲ ਕਿ ਜਿਹੜਾ ਸਭ ਤੋਂ ਜ਼ਰੂਰੀ ਮਸਲਾ ਆ ਉਹ ਰੋਟੀ ਆ। ਜੇ ਕਿਸਾਨੀ ਨੂੰ ਇੰਨਾ ਸੈਟਬੈਕ ਲੱਗੇਗਾ ਤੇ ਫਿਰ ਬਾਕੀਆਂ ਦਾ ਕੀ ਹੋਵੇਗਾ? ਉਹਦੇ 'ਚ ਇਕੱਲੀ ਇੱਕ ਕੇਂਦਰ ਸਰਕਾਰ ਦੀ ਗੱਲ ਨਹੀਂ ਹੈਗੀ, ਸਮੇਂ ਦੀਆਂ ਬਾਕੀ ਸਰਕਾਰਾਂ ਵੀ, ਚਾਹੇ ਸਾਡੀਆਂ ਸਟੇਟ ਦੀਆਂ ਸਰਕਾਰਾਂ ਨੇ, ਜਿੱਦਾਂ ਤੁਸੀਂ ਅਧਿਆਪਕ ਦਲ ਦੀ ਜਾਂ ਬਾਕੀ ਸਰਕਾਰੀ ਮੁਲਾਜ਼ਮਾਂ ਦੀ ਗੱਲ ਕੀਤੀ, ਅਸੀਂ ਜਦੋਂ ਅੰਕੜੇ ਦੇਖਦੇ ਹਾਂ ਤਾਂ ਪਿਛਲੇ 10, 15, 20 ਸਾਲਾਂ ਦੇ ਵਿੱਚ ਬਹੁਤ ਨਿਗੁਣੀਆਂ ਜਿਹੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਭਰਤੀਆਂ ਹੋਈਆਂ ਜੀ। ਤੇ ਬਹੁਤ ਸਾਰੇ ਅਫਸਰ ਐਸੇ ਨੇ ਜਿਹੜੇ 15-15 ਸਾਲ ਤੋਂ ਆਪਣੀਆਂ ਪ੍ਰਮੋਸ਼ਨਾਂ ਉਡੀਕ ਰਹੇ ਨੇ। ਕੱਚੇ ਭਰਤੀ ਕੀਤੇ ਨੂੰ ਕਈ ਸਾਲ ਹੋ ਗਏ ਨੇ, ਉਹਨਾਂ ਦੀ ਤਨਖਾਹ ਦਾ ਲੈਵਲ ਹੀ ਕੋਈ ਨਹੀਂ, ਪੱਧਰ ਹੀ ਕੋਈ ਨਹੀਂ। ਅਸੀਂ ਕਰੋਨਾ ਦੇ ਦੌਰ 'ਚ ਵੀ ਦੇਖਿਆ ਵੀ 10-10 ਹਜ਼ਾਰ ਦੀ ਨੌਕਰੀ ਤੇ ਡਾਕਟਰ ਲੱਗੇ ਹੋਏ ਨੇ, ਉਹਨਾਂ ਨੇ ਕਈਆਂ ਨੇ ਆਪਣੀਆਂ ਨੌਕਰੀਆਂ ਛੱਡੀਆਂ ਵੀ ਜੀ। ਸੋ ਹਰ ਵਰਗ ਜਿਹੜਾ ਸੀਗਾ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਤੋਂ ਸਤਾਇਆ ਹੋਇਆ ਸੀ, ਪਰ ਇਕੱਠੇ ਨਹੀਂ ਸੀ ਹੋ ਰਹੇ। ਪਰ ਜਦੋਂ ਫਿਰ ਕਿਸਾਨ ਅੰਦੋਲਨ ਨੇ ਝੰਡਾ ਚੱਕਿਆ ਤੇ ਫਿਰ ਉਸ ਝੰਡੇ ਥੱਲੇ ਸਾਰੇ ਜਿਹੜੇ ਆ ਇਕੱਠੇ ਹੋਣੇ ਸ਼ੁਰੂ ਹੋ ਗਏ ਜੀ। ਉਹਦੇ ਵਿੱਚ ਵੱਡਾ ਯੋਗਦਾਨ, ਹਾਲਾਂਕਿ ਸਾਰਿਆਂ ਦਾ ਯੋਗਦਾਨ ਘੱਟ ਨਹੀਂ, ਕਿਸੇ ਨੂੰ ਵੀ ਗਿਣਤੀ ਦੇ ਹਿਸਾਬ ਨਾਲ ਜਾਂ ਕਿਸੇ ਦੀ ਮਾਇਕ ਤਰੀਕੇ ਦੇ ਨਾਲ ਉਹਨੂੰ ਮਾਪਿਆ ਨਹੀਂ ਜਾ ਸਕਦਾ, ਪਰ ਜਿਹੜਾ ਸਭ ਤੋਂ ਜ਼ਰੂਰੀ ਯੋਗਦਾਨ ਸੀ, ਸਭ ਤੋਂ ਜਿਹੜਾ ਵੱਡਾ ਯੋਗਦਾਨ ਸੀ, ਉਹ ਕਲਾਕਾਰ ਲੋਕਾਂ ਦਾ ਸੀ। ਉਹਨੂੰ ਮੇਰਾ ਵੱਡਾ ਕਹਿਣ ਦਾ ਪ੍ਰਮੁੱਖ ਕਾਰਨ ਇਹ ਆ ਕਿ ਸਾਡੀ ਜਿਹੜੀ ਯੂਥ ਆ, ਸਾਡੇ ਜਿਹੜੇ ਨੌਜਵਾਨ ਆ, ਸਾਡੀ ਜਿਹੜੀ ਨਵੀਂ ਪੀੜ੍ਹੀ ਆ, ਉਹਨਾਂ ਨੂੰ ਫੋਲੋ ਕਰਦੀ। ਚਾਹੇ ਤੁਸੀਂ ਉਹਨਾਂ ਦੇ ਨਵੇਂ ਕਲਾਕਾਰਾਂ ਦੇ ਗਾਣੇ ਸੁਣਦੇ ਜਾਂ ਨਹੀਂ ਸੁਣਦੇ, ਚਾਹੇ ਮੈਂ ਸੁਣਦਾ ਕਿ ਨਹੀਂ ਸੁਣਦਾ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਸੁਣਦੇ ਨੇ, ਉਹਨਾਂ ਵਰਗੇ ਕੱਪੜੇ ਪਾਉਂਦੇ ਨੇ, ਉਹਨਾਂ ਵਰਗਾ ਹੇਅਰ ਸਟਾਈਲ ਬਣਾਉਂਦੇ ਨੇ, ਉਹਨਾਂ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਨੇ। ਤੇ ਫਿਰ ਜਦੋਂ ਇਹੋ ਜਿਹੇ ਲੋਕ ਉਸ ਪਲੇਟਫਾਰਮ ਦੇ ਨਾਲ ਸਾਂਝੇ ਹੋਏ, ਜਦੋਂ ਉਹਨਾਂ ਨੂੰ ਵੰਗਾਰ ਪਈ, ਫੇਸਬੁੱਕ ਤੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪੈਸੇ ਲੈ ਕੇ ਗਾਉਣ ਤਾਂ ਆ ਜਾਂਦੇ ਆ, ਤੇ ਜੇ ਹੁਣ ਕਿਸਾਨ ਜਿਨ੍ਹਾਂ ਦੇ ਜੱਟਾਂ ਦੇ ਤੁਸੀਂ ਘਰ ਗਾਉਣ ਜਾਂਦੇ ਆ ਜਦੋਂ ਹੁੰਦਾ ਕੋਈ ਪ੍ਰੋਗਰਾਮ, ਤੇ ਹੁਣ ਉਹਨਾਂ ਦੇ ਨਾਲ ਕਿਉਂ ਨਹੀਂ ਖੜਦੇ ਜੀ। ਫਿਰ ਉਹ ਜਿਸ ਨੌਜਵਾਨ ਦਾ ਜ਼ਿਕਰ ਬਿਲਗਾ ਸਾਹਿਬ ਨੇ ਹੁਣੇ ਕੀਤਾ, ਦੀਪ ਸਿੱਧੂ, ਉਹਨੇ ਕਾਫੀ ਚੰਗੀਆਂ ਫਿਲਮਾਂ ਪੰਜਾਬੀ 'ਚ ਕੀਤੀਆਂ ਤੇ ਉਹਦੀ ਆਪਣੀ ਇੱਕ ਫੈਨ ਫੋਲੋਇੰਗ ਸੀ ਜੀ। ਉਸ ਸਾਰੇ ਦਾਰੋਮਦਾਰ ਦੇ ਵਿੱਚ ਫਿਰ ਜਦੋਂ ਕਲਾਕਾਰ ਭਾਈਚਾਰਾ ਵੀ ਆ ਗਿਆ, ਅਧਿਆਪਕ ਜਿਹੜਾ ਯੂਨੀਅਨ ਸੀਗੀਆਂ, ਬਾਕੀ ਸਾਰੇ ਜਿੰਨੇ ਵੀ ਜਿੱਥੋਂ ਸੀਗੇ, ਕਿਸਾਨਾਂ ਦੇ ਨਾਲ ਫਿਰ ਸਭ ਤੋਂ ਜ਼ਿਆਦਾ ਜੁੜੇ ਹੋਏ ਲੋਕ ਸੀ ਆੜ੍ਹਤੀਏ ਜੀ। ਤੇ ਪੰਜਾਬ ਦੇ ਵਿੱਚ ਬਹੁਤਾਤ ਦੇ ਵਿੱਚ ਜਿਹੜੇ ਆੜ੍ਹਤੀਏ ਨੇ ਉਹ ਅੱਗੇ ਦੁਕਾਨਦਾਰ ਨੇ ਜੀ। ਫਿਰ ਉਹ ਸਾਰਾ ਕਰਦਿਆਂ ਜਿਹੜੀ ਚੇਨ ਸੀ ਉਹ ਬਣ ਗਈ, ਤੇ ਸਾਰਾ ਹੀ ਪੰਜਾਬ ਇਹਦੀ ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਹੋ ਗਿਆ। ਜਾਂ ਇਦਾਂ ਸਮਝ ਲਓ ਕਿ ਉਹਨਾਂ ਨੂੰ ਇਹ ਲੱਗਾ ਕਿ ਯਾਰ ਸਾਨੂੰ ਇਹਨਾਂ ਲੋਕਾਂ ਦੀ ਮਦਦ ਕਰਨੀ ਪਏਗੀ, ਕਿਉਂਕਿ ਅਸੀਂ ਆਮ ਤੌਰ 'ਤੇ ਜਦੋਂ ਕਿਸੇ ਬਾਜ਼ਾਰ 'ਚ ਕਿਸੇ ਵਪਾਰੀ ਨਾਲ ਗੱਲ ਕਰਦੇ ਹਾਂ ਤਾਂ ਉਹ ਇਹੀ ਕਹਿੰਦਾ ਪੰਜਾਬ ਦੇ ਵਿੱਚ ਬੈਠ ਕੇ ਵੀ ਸਾਡੀ ਰੋਟੀ ਰੋਜੀ ਜਾਂ ਸਾਡੇ ਕੋਲ ਤੇ ਗਾਹਕ ਉਹੀ ਆਉਣਾ ਜਦੋਂ ਕਿਸੇ ਦੀ ਖੇਤ ਦੇ ਵਿੱਚ ਚੰਗੀ ਫਸਲ ਹੋਣੀ। ਬਿਲਕੁਲ ਠੀਕ ਹੈ ਜੀ। ਬਿਲਗਾ ਸਾਹਿਬ, ਇਹ ਅਮਰਤ ਜੀ ਨੇ ਜਿਹੜਾ ਪੰਜਾਬ ਦੇ ਜਿਹੜੇ ਵੱਖ-ਵੱਖ ਵਰਗ ਸੀ ਉਹਨਾਂ ਦੀ ਗੱਲ ਕੀਤੀ ਹੈ, ਜਿਸ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਸੀ, ਹੋਰ ਸਾਰੇ ਸੀ। ਇੱਕ ਵਰਗ ਇੱਦਾਂ ਦਾ ਜਿਹਦਾ ਪੰਜਾਬ ਦੇ ਵਿੱਚ ਬਹੁਤ ਪ੍ਰਭਾਵ ਰਹਿੰਦਾ ਹੈ, ਚਾਹੇ ਉਹ ਰਾਜਨੀਤੀ ਹੋਵੇ, ਚਾਹੇ ਵੋਟਾਂ ਹੋਣ, ਚਾਹੇ ਪਿੰਡਾਂ ਦੀ ਭੂਗੋਲਿਕ ਸਥਿਤੀ, ਪਿੰਡਾਂ ਦਾ ਆਰਥਿਕ ਪੱਧਰ, ਸਾਰਾ ਕੁਝ ਖੇਤੀਬਾੜੀ ਨਾਲ ਸਭ ਕੁਝ ਨਾਲ ਜੁੜਿਆ ਹੋਇਆ। ਇੱਥੋਂ ਤੱਕ ਕਿ ਵੱਡੇ ਸ਼ਹਿਰ ਜਿਹੜੇ ਪੰਜਾਬ ਦੇ 4-5 ਵੱਡੇ ਸ਼ਹਿਰ ਨੇ, ਉੱਥੇ ਦੇ ਜੁੜੇ ਹੋਏ, ਉੱਥੇ ਦੇ ਜਿਹੜੇ ਕੱਪੜੇ ਦੇ ਵੱਡੇ ਸ਼ੋਰੂਮ ਨੇ, ਗਹਿਣਿਆਂ ਦੇ ਵੱਡੇ ਸ਼ੋਰੂਮ ਨੇ, ਇੱਥੋਂ ਕੰਸਟਰਕਸ਼ਨ ਦਾ ਕੰਮ ਹੈ, ਇਹਨਾਂ ਸਾਰਿਆਂ 'ਤੇ ਪ੍ਰਭਾਵ ਪਾਉਂਦਾ NRI ਵਰਗ ਜੀ। NRI ਵਰਗ ਕਰੋਨਾ ਕਰਕੇ ਜਿਹੜਾ ਹੈ ਪਾਬੰਦੀਆਂ ਲੱਗੀਆਂ ਹੋਈਆਂ ਸੀ ਤੇ ਫਲਾਈਟਾਂ ਬਹੁਤ ਘੱਟ ਆ ਜਾ ਰਹੀਆਂ ਸਨ। ਫਿਰ ਵੀ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਯੋਗਦਾਨ ਤੇ ਕਦੋਂ ਇਸ ਵਿੱਚ ਸ਼ਾਮਲ ਹੋਣਾ ਸ਼ੁਰੂ ਹੋਏ, ਇਸ ਦੇ ਬਾਰੇ ਕੋਈ ਹੈ ਤੁਹਾਡੇ ਕੋਲ ਜਾਣਕਾਰੀ? ਇਸ ਬਾਰੇ ਵੀ ਕਰਦੇ ਗੱਲ, ਪਰ ਇਸ ਤੋਂ ਪਹਿਲਾਂ ਇੱਕ ਵਰਗ ਦੀ ਹੋਰ ਗੱਲ ਕਰਨੀ ਕੁਲਦੀਪ ਜੀ ਬਣਦੀ ਆ। ਉਹ ਵਰਗ ਜਿਹਨੂੰ ਦੇਖ ਕੇ ਕਈ ਵਾਰੀ ਤੁਹਾਡਾ ਮਨ ਵੀ ਭਰਦਾ। ਇੱਕ ਲੱਤ ਤੋਂ ਕੋਈ ਅੰਗਹੀਣ ਆ, ਕੋਈ 2 ਲੱਤਾਂ ਤੋਂ ਅੰਗਹੀਣ ਜੀ, ਕੋਈ ਸਰੀਰ ਦਾ ਕੋਈ ਥੱਲੇ ਵਾਲਾ ਹਿੱਸਾ ਨਹੀਂ ਚੱਲਦਾ ਜੀ, ਕਿਸੇ ਦੀ ਬਾਂਹ ਹੈ ਨਹੀਂ। ਬਿਲਕੁਲ, ਮਤਲਬ ਇਦਾਂ ਦੇ ਲੋਕ ਅਸੀਂ ਉੱਥੇ ਦੇਖੇ ਜਿਹਨਾਂ ਦਾ ਸਿੱਧਾ ਖੇਤੀ ਨਾਲ ਕੋਈ ਸਰੋਕਾਰ ਹੀ ਨਹੀਂ ਜੀ। ਸਿੱਧੇ ਰੂਪ ਤੇ ਹਰ ਕਦਾ ਹੈਗਾ ਸਿੱਧਾ। ਜਦੋਂ ਤੁਸੀਂ ਉਹਨਾਂ ਨੂੰ ਟਰਾਈਸਾਈਕਲਾਂ ਤੇ ਜਾਂਦਿਆਂ ਦੇਖਿਆ, ਸਾਈਕਲਾਂ ਤੇ ਜਾਂਦਿਆਂ ਦੇਖਿਆ, ਉਹ ਚੀਜ਼ ਦੇਖ ਕੇ ਬੰਦਾ ਸੋਚਦਾ ਆ ਵੀ ਇਦਾਂ ਦਾ, ਜਿੱਦਾਂ ਸ਼ਰਮਾ ਜੀ ਨੇ ਦੱਸਿਆ ਕਿ ਪਿਛਲੇ 7 ਸਾਲ ਤੋਂ ਕਿਸੇ 'ਚ ਇੰਨੀ ਹਿੰਮਤ ਨਹੀਂ ਸੀ, ਕਿਉਂਕਿ ਪੋਲੀਟੀਕਲ ਤੌਰ ਤੇ ਤਾਂ ਵਿਰੋਧੀ ਧਿਰ ਕਾਂਗਰਸ ਸੀਗੀ ਵੱਡੀ ਪਾਰਟੀ, ਉਹ 2014 'ਚ ਖਤਮ ਕਰਤੀ। 2019 ਜਿਹੜੀ ਰਹਿੰਦੀ ਹੁੰਦੀ ਸੀਗੀ ਆਲ ਓਵਰ ਇੰਡੀਆ ਦੇ ਵਿੱਚ ਉਹਨਾਂ ਨੇ ਤਾਂ ਆਪਣੇ ਸਹਿਯੋਗੀਆਂ ਨਾਲੋਂ ਵੀ ਮਤਲਬ
ਆਪਣੀ ਵੱਡਾ ਧਿਆਰੀ ਬਣਾ ਲਈ ਵੀ ਉਹਨਾਂ ਨੂੰ ਕਿਸੇ ਸਹਿਯੋਗੀ ਦੀ ਜ਼ਰੂਰਤ ਨਹੀਂ ਸੀ। ਜ਼ਰੂਰਤ ਨਹੀਂ। ਚਾਹੇ ਉਹਨੇ ਜਿਹੜੇ ਰੱਖੇ ਦੇ ਨਾਲ ਫਿਰ ਗੋਡੇ ਦੇ ਥੱਲੇ ਦੇ ਕੇ ਰੱਖੇ, ਚਾਹੇ ਉਹ ਮਹਾਰਾਸ਼ਟਰ ਵਾਲੇ ਸੀਗੇ ਸ਼ਿਵ ਸੈਨਾ ਵਾਲੇ, ਤੇ ਚਾਹੇ ਅਕਾਲੀ ਦਲ ਵਾਲੇ ਦਾ ਆਪਾਂ ਅੱਖੀ ਹਾਲ ਦੇਖ ਲਿਆ। ਬਿਲਕੁਲ। ਤੇ ਪਰ ਉਹ ਜਿਹੜਾ ਵਰਗ ਸੀ, ਜਿਹੜਾ ਵਿਕਲਾਂਗ ਸੀ, ਜਿਹਨਾਂ ਕੁਝ ਲੈਣਾ ਨਹੀਂ ਸੀ, ਦੇਣਾ ਨਹੀਂ ਸੀ, ਉਹ ਵਰਗ ਨੇ ਜਦੋਂ ਨਾਲ ਇਹਦੇ ਜੁੜਦਾ ਸੀ ਨਾ, ਤੇ ਲੋਕਾਂ ਦੇ ਵਿੱਚ ਗੱਲ ਉੱਭਰ ਕੇ ਆਉਂਦੀ ਸੀ। ਦੌੜ ਕੇ ਵੀ ਪਹੁੰਚੇ ਗਏ, ਬਹੁਤ ਦੌੜ ਕੇ ਤੁਰ ਕੇ ਗਏ। ਐਸੇ ਬੜੇ ਲੋਕਾਂ ਮੁੰਡੇ ਜਿਹੜੇ ਸੀਗੇ ਦੁਆਬੇ ਤੋਂ ਵੀ, ਸਾਡੇ ਲਾਗੇ ਪਿੰਡ ਪੁਆਧੜਾ ਆ, ਉੱਥੋਂ ਨੌਜਵਾਨ ਹੋ ਕੇ 5-6 ਦਿਨ ਦੇ ਵਿੱਚ ਪਹੁੰਚੇ, ਪੈਰਾਂ 'ਚ ਛਾਲੇ ਹੋ ਗਏ। ਜਿਹੜੇ ਆਪਣੇ ਹੁਣ ਆਪਾਂ ਦੇਖਦੇ ਮੁੰਡੇ ਕਿੰਨਾ ਕੁ ਕੰਮ ਕਰਦੇ, ਘਰੋਂ ਨਿਕਲੇ ਮੋਟਰਸਾਈਕਲ ਤੇ ਜਾਂ ਟਰੈਕਟਰ ਤੇ, ਪਰ ਇੱਕ ਅੰਦਰ ਇੱਕ ਲਗਨ ਸੀਗੀ। ਇਹ ਤਾਂ ਚੱਲਦੇ ਚੱਲਦੇ ਜਦੋਂ ਆਪਾਂ ਦੇਖਦੇ ਹਾਂ ਵੀ ਆਪਾਂ ਪਾਣੀਪਤ ਜਦ ਸ਼ਾਮ ਨੂੰ ਪਹੁੰਚਦੇ ਆ, ਜਿਹੜਾ ਰਸਤਾ ਪਿੰਡਾਂ ਦੇ ਵਿੱਚੋਂ ਇਕੱਠੀਆਂ ਕੀਤੀਆਂ ਗਈਆਂ ਸੀਗੀਆਂ ਜੀ, ਕੁਛ ਤਾਂ ਉਹਦੇ ਵਿੱਚ ਜ਼ਿਆਦਾ ਤਾਂ ਸੀਗਾ ਲੋਕਾਂ ਦਾ ਆਪਣਾ, ਕਿਸੇ ਨੇ ਆਟਾ ਦੇ ਦਿੱਤਾ, ਕਿਸੇ ਨੇ ਦਾਲਾਂ ਲੈਤੀਆਂ, ਜੇ ਕਿਸੇ ਸੌਦਾ ਲੈਤਾ। ਪਰ ਜਿਹੜੀ NRI ਦੀ ਤੁਸੀਂ ਗੱਲ ਕੀਤੀ ਹੈ, ਜੇ ਅੱਜ ਤਕਰੀਬਨ ਕਹਿ ਸਕਦੇ 9-10 ਮਹੀਨੇ ਦਾ ਅੰਦੋਲਨ ਇਹ ਹੋ ਚੱਲਿਆ, ਜੇ 9-10 ਮਹੀਨੇ ਤੱਕ ਅੰਦੋਲਨ ਪਹੁੰਚਿਆ, ਤੇ ਜੇ ਸਭ ਨੂੰ ਵੱਡਾ ਆਰਥਿਕ ਪੱਖ ਦੇਖਣਾ ਹੋਵੇ, ਤੇ ਅਸੀਂ ਕਿਸੇ ਪਾਸਿਓਂ ਵੀ ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਜੀ। ਕਿਉਂਕਿ ਸ਼ੁਰੂਆਤੀ ਦੌਰ ਤੋਂ ਭਾਵੇਂ ਥੋੜਾ ਹੀ ਸੀਗਾ, ਕਿਉਂਕਿ ਉਸ ਵੇਲੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਇੰਨਾ ਲੰਬਾ ਚੱਲਣਾ। ਜਦੋਂ ਇਹ ਅੰਦੋਲਨ ਪਹੁੰਚ ਜਾਂਦਾ ਉੱਥੇ, ਉਸ ਤੋਂ ਬਾਅਦ ਫਿਰ ਲਾ ਲਓ ਵੀ 5-7 ਦਿਨ ਬਾਅਦ ਹੀ ਪ੍ਰਬੰਧਕੀ ਤੌਰ ਤੇ ਜਿੰਨਾ ਪੈਸਾ ਫਿਰ NRI ਨੇ ਮਤਲਬ ਭਰਾਇਆ, ਕੋਈ ਹਿਸਾਬ ਹੀ ਨਹੀਂ ਅੱਜ ਤੱਕ। ਕੋਈ ਆਪਣੇ ਅੰਕੜੇ ਨਾਲ ਕੋਈ ਕਰੋੜਾਂ 'ਚ ਗਿਣ ਜਾਵੇ, ਕੋਈ ਅਰਬਾਂ 'ਚ ਗਿਣ ਜਾਵੇ। ਆਪਾਂ ਹੁਣ ਗੱਲ ਕਰਦੇ ਪਾਣੀਪਤ ਜਦੋਂ ਰੁਕੇ ਜਾ ਕੇ, ਪਾਣੀਪਤ ਰੁਕਦਿਆਂ ਉੱਥੇ ਜਥੇਬੰਦੀਆਂ ਨੇ ਇਹ ਕਿਹਾ ਵੀ ਅਸੀਂ ਰਾਤ ਨੂੰ ਨਹੀਂ ਤੁਰਨਾ, ਵੀ ਅਸੀਂ ਸਵੇਰੇ ਉੱਠ ਕੇ ਤੁਰਾਂਗੇ। ਉੱਥੋਂ ਤਕਰੀਬਨ 70-80 ਕਿਲੋਮੀਟਰ ਜੀ ਇੰਨਾ ਕਰ ਮੋਟਾ ਜੀ। ਪਰ ਜਿਹੜੇ ਤੱਤੇ ਨੌਜਵਾਨ ਸੀ, ਜਿਹੜੇ ਪਿੱਛੋਂ ਡਾਂਗਾ ਵੀ ਖਾਂਦੇ ਆਏ ਸੀ ਤਾਂ ਬੈਰੀਅਰ ਭਾਂਦੇ ਆਏ ਸੀ, ਉਹ ਰੁਕਣ ਨੂੰ ਤਿਆਰ ਨਹੀਂ ਸੀਗੇ। ਉੱਥੋਂ ਫਿਰ ਜਾ ਕੇ ਕੋਈ ਘੰਟਾ ਪਹਿਲਾਂ ਤੁਰ ਪਿਆ ਜਾਂ ਕੋਈ ਪਰ ਵੀ 27 ਦਿਨ ਕਿੰਨੀਆਂ ਕੋ ਟਰਾਲੀਆਂ ਉੱਥੇ ਪਾਣੀਪਤ ਤੱਕ ਹੋਣਗੀਆਂ। 27 ਤਰੀਕ ਤੁਸੀਂ ਟਰਾਲੀਆਂ ਦਾ ਹਿਸਾਬ ਰੱਖ ਲਓ ਜੀ, ਵੀ ਜਿੱਥੋਂ ਇੱਥੋਂ ਅੰਬਾਲੇ ਤੋਂ ਨਿਕਲੇ ਆ, ਅੰਬਾਲੇ ਤੋਂ ਜਦੋਂ ਅਸੀਂ ਟਰਾਲੀਆਂ ਦੀ ਲਾਈਨ ਲੱਗ ਗਈ ਤਾਂ ਅਸੀਂ ਤਕਰੀਬਨ ਪਾਣੀਪਤ ਤੱਕ ਇੱਕ ਤਾਂ ਟਰਾਲੀਆਂ ਦੀ ਲਾਈਨ ਕਿਤੇ ਟੁੱਟੀ ਨਹੀਂ। ਗਿਣਤੀ ਤੋਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਅੰਬਾਲੇ ਤੋਂ ਤੁਰੀਆਂ ਕਿ ਪੰਜਾਬ ਤੋਂ ਜਦੋਂ ਇੱਧਰੋਂ ਜਾਂਦੇ ਆਪਾਂ ਫਲੋਰ ਤੋਂ ਲੁਧਿਆਣੇ ਤੋਂ ਚੜ੍ਹਦੇ ਆ, ਪਰ ਲਾਈਨਾਂ ਤਾਂ ਇੱਦਾਂ ਲੱਗੀਆਂ ਜਾਂਦੀਆਂ ਸੀ। ਕਿਤੇ ਜਾ ਕੇ ਕਹਿ ਲਓ ਵੀ 1-2 ਕਿਲੋਮੀਟਰ ਦੀ ਲਾਈਨ ਦੇ ਵਿੱਚ ਕਿਤੇ ਬਿੱਥ ਆ ਗਈ, ਲਾਈਨ ਤਾਂ ਪੱਕੀ ਸੀਗੀ। ਟਰਾਲੀਆਂ ਜਦੋਂ ਰਾਤ ਨੂੰ ਉੱਥੇ 10-11 ਵਜੇ ਤੱਕ ਜਾ ਕੇ ਲੰਗਰ ਛਕਿਆ, ਕੁਛ ਫਿਰ ਸਿੱਧੇ ਲੰਘ ਗਏ ਉੱਥੋਂ। ਮਤਲਬ 27 ਤਰੀਕ ਸਵੇਰੇ ਨੂੰ ਤਕਰੀਬਨ ਜਿੱਥੇ ਜਾ ਕੇ ਹੁਣ ਇਸ ਵੇਲੇ ਸਟੇਜ ਲੱਗੀ ਆ, ਉੱਥੇ ਸਵੇਰ ਤੱਕ ਪਹੁੰਚ ਹੋ ਗਈ ਸੀਗੀ। ਠੀਕ ਹੈ ਜੀ। ਪਹਿਲੀ ਟਰਾਲੀ ਉਹ ਸੀਗੀ ਜਿੱਤੇ ਖੁਦ ਕਾਫੀ ਦਿਨ ਉਹ ਤੁਹਾਡੇ ਇੱਥੇ ਮੇਰੇ ਖਿਆਲ ਭੋਗਪੁਰ ਏਰੀਏ ਦਾ ਗੁਰਦੀਪ ਸਿੱਧੂ ਆ ਸ਼ਾਇਦ ਮੁੰਡਾ ਜੀ, ਅੰਮ੍ਰਿਤਧਾਰੀ ਦਾੜੀ ਰੱਖੀ ਹੋਈ ਆ ਜੀ, ਤੇ ਉਹ ਮੁੰਡਿਆ ਉਹਦੀ ਟਰਾਲੀ ਦੇ ਉੱਤੇ ਕਈ ਦਿਨ ਹੀ ਸਟੇਜ ਲੱਗੀ ਰਹੀ। ਉਹ ਟਰਾਲੀ ਲੱਖਾ ਸਿਧਾਣਾ ਵਾਲਾ ਗਰੁੱਪ ਸਾਰਾ ਇਹ ਜਾਨੀ ਕਿ ਪਹਿਲਾਂ ਉੱਥੇ ਜਦੋਂ ਕੋਈ ਸਟੇਜ ਤਾਂ ਬਣੀ ਨਹੀਂ ਸੀਗੀ, ਉਹ ਟਰਾਲੀ ਤੋਂ ਸਟੇਜ ਚੱਲਦੀ ਰਹੀ ਕਈ ਦਿਨ, ਮੁੜ ਕੇ ਹੌਲੀ ਪ੍ਰਬੰਧ ਹੋਏ। ਉਸ ਤੋਂ ਬਾਅਦ ਫਿਰ ਜਿੱਦਾਂ ਜਿੱਥੇ ਕਿਸੇ ਦੇ ਪਿੰਡ ਵਾਲੀ ਟਰਾਲੀ ਲੱਗੀ ਸੀ, ਹਰ ਇੱਕ ਨੇ ਫੋਨ ਕਰਕੇ ਸਾਹਿਬ ਇਹਦੇ ਬਾਰੇ ਗੱਲਬਾਤ ਕਰਦੇ ਆ। ਇੱਕ ਤਾਂ ਉਹ ਵੀ ਗੱਲ ਕਰਨੀ ਆ ਕਿ ਜਿਹੜੀ ਉੱਥੇ ਜਾ ਕੇ 1-2 ਦਿਨ ਕਸ਼ਮਕਸ਼ ਰਹੀ ਕਿ ਕਿਸਾਨਾਂ ਨੂੰ ਉਹ ਗਰਾਊਂਡ ਦੇ ਦੇਣੀ, ਨਿਰੰਕਾਰੀ ਮੈਦਾਨ ਦੇ ਦੇਣਾ, ਉੱਥੇ ਦੇ ਦੇਣਾ, ਦਿੱਲੀ ਵਿੱਚ ਉੱਥੇ ਤੱਕ, ਉਹ ਵੀ ਅਸੀਂ ਗੱਲ ਕਰਦੇ ਆ। ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਮਿਲਦੇ ਤੇ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪੰਜਾਬੀ ਨੈਸ਼ਨਲ ਟੀਵੀ ਤੇ ਕਿਸਾਨ ਅੰਦੋਲਨ ਦੀ ਗੱਲਬਾਤ ਕਰ ਰਹੇ ਹਾਂ। ਸ਼ੰਭੂ ਮੋਰਚੇ ਤੇ ਜੋ ਹੋਇਆ ਉਸ ਦਾ ਵਿਖਿਆਨ ਆਪ ਜੀ ਨੇ ਸੁਣਿਆ, ਤੇ ਸਿੰਘੂ ਮੋਰਚੇ ਤੇ ਕਿਵੇਂ ਜਾ ਕੇ ਬੈਠ ਗਏ ਨੇ ਕਿਸਾਨ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ, ਉਸ ਦੀ ਗੱਲਬਾਤ ਕਰਾਂਗੇ। ਤੇ ਉੱਥੇ ਕਿਹਦਾ ਯੋਗਦਾਨ ਕਿਸ ਤਰ੍ਹਾਂ ਦਾ ਰਿਹਾ, ਕਿਹੜੀਆਂ ਸੰਸਥਾਵਾਂ ਦੇਸ਼ ਵਿਦੇਸ਼ ਦੀਆਂ ਜਿਨ੍ਹਾਂ ਨੇ ਉੱਥੇ ਕਿਸਾਨ ਅੰਦੋਲਨ ਨੂੰ ਆਪਣਾ ਸਹਿਯੋਗ ਦਿੱਤਾ, ਤੇ ਕਿਹਨਾਂ ਨੇ ਵਿਰੋਧਤਾ ਕੀਤੀ, ਲੋਕਾਂ ਦਾ ਕਿਹੋ ਜਿਹਾ ਵਿਹਾਰ ਰਿਹਾ, ਇਹ ਸਾਰੀ ਗੱਲਬਾਤ। ਬਰਗਰ ਸਾਹਿਬ, ਅਸੀਂ ਗੱਲ ਕਰਦੇ ਹਾਂ ਹੁਣ ਕਿ ਜਦੋਂ ਇੱਕ ਛੋਟੇ ਜਿਹੇ ਉਹਦੇ ਬਾਰੇ ਦੱਸੋ, ਬਹੁਤਾ ਸਮਾਂ ਅਸੀਂ ਭਾਵੇਂ ਨਾ ਲਾਈਏ। ਇਹ ਗੱਲ ਤਾਂ ਪੱਕੀ ਸੀ ਕਿ ਕਿਸਾਨ ਜਦੋਂ ਉੱਥੇ ਪਹੁੰਚ ਗਏ ਨੇ, ਤੇ ਜਿੱਥੇ ਜਾਣ ਦਾ ਇਹਨਾਂ ਨੇ ਪ੍ਰੋਗਰਾਮ ਦਿੱਲੀ ਦੇ ਵਿੱਚ ਬਣਾਇਆ ਹੋਇਆ ਸੀ, ਜਿਹੋ ਜਿਹਾ ਰੋਕਣ ਦਾ ਸਿਸਟਮ ਸ਼ੰਭੂ ਤੇ ਜਾਂ ਪਾਣੀਪਤ ਜਾਂ ਹੋਰਨਾਂ ਜਗ੍ਹਾ ਤੇ ਕੀਤਾ ਗਿਆ ਸੀ, ਉਸ ਤੋਂ ਜ਼ਿਆਦਾ ਤਕੜਾ ਜਿਹੜਾ ਸੀ ਉਹ ਦਿੱਲੀ ਦੇ ਬਾਰਡਰ ਤੇ ਜਿੱਥੇ ਹੁਣ ਕਿਸਾਨ ਬੈਠੇ ਹੋਏ ਨੇ ਉੱਥੇ ਸੀ। ਪੁਲਿਸ ਦਾ ਭਾਵ ਦਿੱਲੀ ਨੇ ਜ਼ਿਆਦਾ ਸਖਤ ਪ੍ਰਬੰਧ ਕੀਤੇ ਹੋਏ ਸੀ ਕਿ ਦਿੱਲੀ ਵਿੱਚ ਨਹੀਂ ਐਂਟਰ ਹੋਣ ਦੇਣਾ। ਫਿਰ ਵੀ ਜਦੋਂ ਕਿਸਾਨਾਂ ਦਾ ਪਿੱਛੇ ਦਾ ਰਿਕਾਰਡ ਦੇਖਿਆ ਗਿਆ ਕਿ ਉੱਥੋਂ ਕਿਵੇਂ ਤੋੜ ਕੇ ਆਏ ਨੇ, ਤੇ ਉਹਨਾਂ ਨੂੰ ਇੱਕ ਸੇਫ ਐਂਟਰੀ ਵੀ ਦੇਣ ਦੀ ਗੱਲਬਾਤ 1-2 ਦਿਨ ਚੱਲਦੀ ਰਹੀ। ਬੁਰਾੜੀ ਗਰਾਊਂਡ ਜੋ ਬਹੁਤ ਵੱਡਾ ਏਰੀਆ ਹੈ ਬਾਈਪਾਸ ਦੇ ਉੱਪਰ, ਜੋ ਕੂੜੇ ਦੇ ਪਹਾੜ ਲੱਗੇ ਨੇ ਉਹਨਾਂ ਦੇ ਸਾਹਮਣੇ ਹੀ ਨੇ ਤਕਰੀਬਨ, ਉਹਨਾਂ ਨੂੰ ਨਿਰੰਕਾਰੀ ਮੈਦਾਨ ਵੀ ਆਖਿਆ ਜਾਂਦਾ। ਉੱਥੇ ਜਾਣ ਤੋਂ ਕਿਸਾਨ ਕਿਵੇਂ ਰੁਕ ਗਏ ਨੇ, ਤੇ ਜਾਂ ਉੱਥੇ ਗਏ ਵੀ ਨੇ ਕੁਝ, ਇਹ ਬਾਰੇ ਸਾਨੂੰ ਦੱਸੋ। ਕੁਲਦੀਪ ਜੀ, ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਇਹ ਪਾਣੀਪਤ ਤੋਂ ਨਿਕਲੇ ਹੋਏ ਉੱਥੇ ਆਪਣੇ ਸਿੰਘੂ ਬਾਰਡਰ ਤੇ ਪਹੁੰਚ ਜਾਂਦੇ ਆ,
ਉੱਥੇ ਜਾਣ ਤੋਂ ਪਹਿਲਾਂ ਇੱਕ ਝੜਪ ਉੱਥੇ ਵੀ ਪੁਲਿਸ ਨਾਲ ਹੁੰਦੀ ਆ, ਉਹ ਆਪਾਂ ਦ੍ਰਿਸ਼ ਵੀ ਦੇਖੇ ਆ ਜੀ, ਵੀ ਕਿੰਨਾ ਉਹ ਕਿਸਾਨ ਬਜ਼ੁਰਗਾਂ ਦੇ ਲਾਠੀਆਂ ਮਾਰਦੇ ਤਾਂ ਦੂਸਰੇ ਮੁੰਡੇ ਨੇ ਟਰੈਕਟਰ ਚਲਾ ਕੇ ਫਿਰ ਪੁਲਿਸ ਨੂੰ ਉੱਥੇ ਦਬਲਿਆ ਜੀ। ਤੇ ਉਹ ਸਾਰਾ ਘਟਨਾਕ੍ਰਮ ਹੋਣ ਤੋਂ ਬਾਅਦ ਅਸਲ ਵਿੱਚ ਕੀ ਸੀ, ਇਹ ਜਿਹੜੇ ਲੀਡਰ ਸੀਗੇ ਜਿਹੜੇ ਇਹ ਉੱਥੇ ਅਸਮੰਜਸ ਫੇਰ ਪੈਦਾ ਹੋਇਆ, ਜਿੱਦਾਂ ਸ਼ੰਭੂ ਮੋਰਚੇ ਤੋਂ ਗਾਂਹ ਤੁਰਨ ਨੂੰ ਤਿਆਰ ਨਹੀਂ ਸੀ ਨਾ, ਉੱਥੇ ਆਣ ਕੇ ਵੀ ਸਰਕਾਰ ਨੇ ਕੇਂਦਰ ਦੀ ਨੇ ਗੱਲ ਭਾਂਪ ਲਈ ਸੀ ਵੀ ਜਿੰਨੇ ਪ੍ਰੈਸ਼ਰ ਦੇ ਨਾਲ ਪਿੱਛੋਂ ਇਕੱਠ ਆ ਰਿਹਾ ਆ, ਜਿੱਦਾਂ ਹਰਿਆਣੇ ਦੇ ਵਿੱਚ ਪੁਲਿਸ ਬੇਵਸ ਹੋ ਗਈ ਆ ਵੀ ਇਹ ਹੁਣ ਰੁਕਣੇ ਹੈ ਨਹੀਂ ਜੀ। ਉਹਨਾਂ ਨੇ ਉਹ ਜਿਹੜਾ ਵਿੱਚ 18-20 ਘੰਟੇ ਦਾ ਟਾਈਮ ਸੀਗਾ ਜਦੋਂ ਅੰਬਾਲੇ ਤੋਂ ਚੱਲਦੇ ਆ ਤਾਂ ਉੱਥੇ ਪਹੁੰਚਦੇ ਸੀਗੇ, ਸਰਕਾਰ ਨੇ ਵੀ ਗੱਲ ਸੋਚ ਲਈ ਸੀ ਵੀ ਹੁਣ ਇਹਨਾਂ ਨੂੰ ਸਾਨੂੰ ਪ੍ਰੇਮ ਪਿਆਰ ਨਾਲ ਹੈਂਡਲ ਕਰਨਾ ਪੈਣਾ। ਉਹਨਾਂ ਨੇ ਪ੍ਰਪੋਜ਼ਲਾਂ ਦੇਣੀਆਂ ਸ਼ੁਰੂ ਕਰਤੀਆਂ, ਜਿਵੇਂ ਦੱਸਿਆ ਬਰਾੜੀ ਗਰਾਊਂਡ ਦਾ ਪਹਿਲਾਂ ਉਹਨੇ ਪ੍ਰਪੋਜ਼ਲ ਦਿੱਤੀ, ਉੱਥੇ ਆਣ ਕੇ ਜਥੇਬੰਦੀਆਂ ਫੇਰ ਛੱਜੋ ਪੰਜ ਪਈਆਂ ਰਹੀਆਂ ਵੀ ਸਾਨੂੰ ਬਰਾੜੀ ਜਾਣਾ ਚਾਹੀਦਾ ਕਿ ਜਾਂ ਨਹੀਂ ਜਾਣਾ ਚਾਹੀਦਾ। ਕੁਛ ਹਿੱਸਾ ਸੀਗਾ ਵੀ ਜੇ ਸੇਫ ਐਂਡ ਸਿਕਿਉਰ ਸਾਨੂੰ ਸਾਰਾ ਕੁਝ ਉੱਤੇ ਮਿਲ ਰਿਹਾ ਆ, ਪਾਣੀ ਮਿਲੂਗਾ, ਟਾਇਲਟ ਦਾ ਪ੍ਰਬੰਧ ਮਿਲੂਗਾ, ਹੋਰ ਵੀ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ, ਵੀ ਸਾਨੂੰ ਉੱਥੇ ਚਲੇ ਜਾਣਾ ਚਾਹੀਦਾ। ਪਰ ਕੁਛ ਲੀਡਰ ਜਿਹੜੇ ਤਜਰਬੇਕਾਰ ਸੀ ਉਹਨਾਂ ਦਾ ਇਹ ਕਹਿਣਾ ਸੀ ਵੀ ਸਾਨੂੰ ਉਹ ਐਡੀ ਵੱਡੀ ਉਹ ਜੰਗਲੀ ਜੇਲ੍ਹ ਬਣਾ ਦੇਣੀ ਆ, ਅਸੀਂ ਉੱਥੇ ਇੱਕ ਪਾਸੇ ਲੱਗੇ ਲਟਕੇ ਰਵਾਂਗੇ, ਸਾਨੂੰ ਉੱਥੇ ਕਿਸੇ ਨੇ ਪੁੱਛਣਾ। ਕਾਫੀ ਜਦੋਂ ਜਹਿਦ ਤੋਂ ਬਾਅਦ ਜਥੇਬੰਦੀਆਂ ਨੇ ਫਿਰ ਇੱਕ ਫੈਸਲਾ ਕੀਤਾ ਵੀ ਉੱਥੇ ਜਾ ਕੇ ਅਸੀਂ ਇਹਨਾਂ ਦੇ ਗੋਡੇ ਥੱਲੇ ਆਵਾਂਗੇ, ਇੱਥੇ ਅਸੀਂ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ। ਉਹ ਇਸੇ ਕਰਕੇ ਫਿਰ ਉਹਨਾਂ ਨੇ ਜਿਹੜੀ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇੱਕ ਫੈਸਲਾ ਲੈ ਲਿਆ ਵੀ ਅਸੀਂ ਜਿਹੜੇ ਬਾਰਡਰਾਂ ਤੇ ਅਟਕ ਗਏ ਅਸੀਂ ਇੱਥੇ ਅਟਕਾਂਗੇ, ਅਸੀਂ ਇਹੀ ਜਿਹੜਾ ਨੈਸ਼ਨਲ ਹਾਈਵੇ 1 ਆ ਇਹ ਬੰਦ ਕਰਾਂਗੇ, ਉਧਰੋਂ ਟਿਕਰੀ ਵਾਲਾ ਬਾਰਡਰ ਉਹ ਬੰਦ ਹੋਊਗਾ। ਇੱਦਾਂ ਹੀ ਉਧਰੋਂ ਗਾਜੀਪੁਰ ਵੀ ਸਾਰੇ ਲੋਕ ਪਹੁੰਚ ਚੁੱਕੇ ਸੀਗੇ, ਸ਼ਾਹਜਹਾਂਪੁਰ ਥੋੜਾ ਜਿਹਾ ਲੇਟ ਲੱਗਦਾ ਇਹਦੇ ਨਾਲੋਂ, ਪਰ ਉਸ ਵੇਲੇ ਤੱਕ ਇਹ ਫੈਸਲਾ ਹੋ ਗਿਆ ਬਰਾੜੀ ਜਿਹੜਾ ਸਾਡੇ ਲਈ ਨੁਕਸਾਨਦੇਹ ਆ ਤੇ ਅਸੀਂ ਸਾਨੂੰ ਇੱਥੇ ਹੀ ਮੋਰਚੇ ਲਾ ਲੈਣੇ ਚਾਹੀਦੇ ਆ। ਅੰਮ੍ਰਿਤਪਾਲ ਜੀ, ਮੈਂ ਇਹਦੇ ਵਿੱਚ ਗੱਲ ਕਰਨੀ ਚਾਹਾਂਗਾ ਕਿ ਜਿਵੇਂ ਬਰਗਾ ਸਾਹਿਬ ਨੇ ਬਾਰ-ਬਾਰ ਗੱਲ ਕੀਤੀ ਹੈ ਕਿ ਕਿਸਾਨੀ ਜਿਹੜੇ ਸੀਨੀਅਰ ਆਗੂ ਉਹ ਤੇ ਬਹਿ ਗਏ ਸੀ ਜੀ, ਜ਼ਾਹਰਾ ਤੌਰ ਤੇ ਉਹਨਾਂ ਨੇ ਕੋਈ ਜੋ ਇੱਕ ਵਾਅਦਾ ਜਾਂ ਪ੍ਰੋਗਰਾਮ ਦਿੱਤਾ ਹੋਇਆ ਸੀ ਉਸ ਤੇ ਵੀ ਉਸ ਲਾਈਨ ਤੇ ਵੀ ਸੋਚ ਰਹੇ ਸਨ। ਜਿਵੇਂ ਇਹਨਾਂ ਨੇ ਅੱਗੇ ਦੱਸਿਆ ਕਿ ਉਹ ਚਾਹੁੰਦੇ ਸੀ ਕਿ ਕਿਤੇ ਲੋਕਾਂ ਦੇ ਪੁੱਤਰ ਰਜਾਈ ਨਾ ਮਾਰੇ ਜਾਣ, ਬਿਲਕੁਲ, ਤੇ ਇਹਨਾਂ ਗੱਲਾਂ ਤੋਂ ਡਰ ਵੀ ਸੀ ਉਹਨਾਂ ਦੇ ਮਨ 'ਚ। ਇੱਕ ਉਮਰ ਦੀ ਹੱਦ ਦੇ ਨਾਲ ਵੀ ਫਰਕ ਪੈ ਜਾਂਦਾ, ਸੋਚਣੀ ਦਾ ਵੀ ਫਰਕ ਪੈਂਦਾ, ਗਰਮ ਖੂਨ ਗਰਮ ਹੁੰਦਾ, ਜਵਾਨ ਖੂਨ, ਬਿਲਕੁਲ। ਪਰ ਨਾਲ ਦੀ ਨਾਲ ਇਹ ਦੱਸੋ ਕਿ ਜਦੋਂ ਸਰਕਾਰ ਦਾ ਪੱਖ ਅਸੀਂ ਵੇਖਦੇ ਹਾਂ ਜੀ ਤੇ ਮਨੋਹਰ ਲਾਲ ਖੱਟਰ ਐਂਡ ਕੰਪਨੀ ਤੇ ਦਿੱਲੀ ਸਰਕਾਰ, ਇਹਨਾਂ ਨੇ ਕੀ ਇਸ ਗੱਲ ਦਾ, ਜੇ ਕਿਸਾਨੀ ਆਗੂ ਜਿਹੜੇ ਨੇ ਇਸ ਗੱਲ ਤੇ ਬਹੁਤਾ ਉਹਨਾਂ ਨੂੰ ਕੋਈ ਪੱਕਾ ਨਹੀਂ ਸੀ ਪਤਾ ਕਿ ਕੀ ਹੋਣਾ ਤੇ ਕਿਵੇਂ ਕਰਨਾ, ਕਿੱਥੇ ਜਾ ਕੇ ਬੈਠਣਾ, ਤੇ ਇਹਨਾਂ ਨੂੰ ਕਿੰਨਾ ਕੁ ਪਤਾ ਸੀ ਤੇ ਇਹ ਕਿੰਨੀ ਕੁ ਤਿਆਰੀ ਕਰੀ ਬੈਠੇ ਸੀ? ਜਿੱਦਾਂ ਇਹਨੇ ਇੱਕ ਹਿੰਦੀ ਫਿਲਮ ਦੇ ਵਿੱਚ ਇੱਕ ਡਾਇਲੌਗ ਸੀਗਾ ਕਿ ਜਦੋਂ ਤੁਸੀਂ ਸੱਚੇ ਮਨ ਨਾਲ ਕਹਿੰਦਾ ਕਿਸੇ ਨੂੰ ਚਾਹੁੰਦੇ ਆ ਤੇ ਫਿਰ ਸਾਰੀ ਕਾਇਨਾਤ ਤੁਹਾਨੂੰ ਉਹਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੀ ਆ। ਤੇ ਅਸੀਂ ਇੱਕ ਹੋਰ ਗੱਲ ਵੀ ਕਈ ਵਾਰ ਕੁਲਦੀਪ ਜੀ ਸੁਣਦੇ ਆ ਕਿ ਗੋਡ ਇਜ਼ ਦਾ ਮਾਸਟਰ ਪਲੈਨਰ ਜੀ। ਇਹ ਜਥੇਬੰਦੀਆਂ ਵਾਲਿਆਂ ਨੇ ਵੀ ਇਹ ਨਹੀਂ ਸੋਚਿਆ ਸੀਗਾ ਕਿ ਅਸੀਂ ਉੱਥੇ ਤੱਕ ਜਾਣਾ ਆ ਤੇ ਕਿੱਦਾਂ ਹੋਣੀ ਆ, ਕਿਉਂਕਿ ਸਾਰਾ ਕੁਝ ਸਾਡੀ ਸੋਚ ਨਾਲ ਨਹੀਂ ਹੁੰਦਾ ਜੀ, ਦੁਨੀਆ ਉੱਦਾਂ ਨਹੀਂ ਚੱਲਦੀ ਜਿੱਦਾਂ ਅਸੀਂ ਸੋਚਦੇ ਹਾਂ, ਬਿਲਕੁਲ। ਤੇ ਸਰਕਾਰਾਂ ਤਾਂ ਇਸ ਮਸਲੇ ਦੇ ਵਿੱਚ, ਇਸ ਮਸਲੇ ਨੂੰ ਸਮਝਣ ਲਈ ਬਿਲਕੁਲ ਬੋਗਸ ਸਾਬਤ ਹੋਈਆਂ, ਬਿਲਕੁਲ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਪ੍ਰਣਾਲੀ ਕਹਿ ਲਓ ਜਾਂ ਇਦਾਂ ਸਮਝ ਲਓ ਕਿ ਉਹਨਾਂ ਦੇ ਨਜ਼ਰਾਂ ਦੇ ਵਿੱਚ ਇਹ ਅੰਦੋਲਨ ਜਿਹੜਾ ਹੈ ਉਹ ਕੱਖ ਵੀ ਨਹੀਂ ਸੀ ਜੀ। ਉਹ ਇਹ ਸੋਚਦੇ ਸੀ ਕਿ ਥੋੜੇ ਜਿਹੇ ਲੋਕ ਆ ਇਸ ਗੱਲ ਨੂੰ ਲੈ ਕੇ ਬੈਠੇ ਹੋਏ, ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਰੇਲਵੇ ਸਟੇਸ਼ਨਾਂ ਤੇ ਬੈਠੇ ਸੀ, ਫਿਰ ਸੜਕਾਂ ਤੇ ਬੈਠੇ ਰਹੇ, ਟੋਲ ਪਲਾਜ਼ਿਆਂ ਤੇ ਬੈਠੇ ਆ, ਕਿਉਂਕਿ ਬੀਜੇਪੀ ਨੂੰ ਪੰਜਾਬ ਤੋਂ ਮੈਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਨੂੰ ਬਹੁਤ ਸਹੀ ਜਾਣਕਾਰੀ ਜਿਹੜੀ ਨਹੀਂ ਮਿਲ ਰਹੀ ਸੀ, ਜੇ ਮਿਲ ਵੀ ਰਹੀ ਸੀ ਤਾਂ ਉਹਨੂੰ ਉਹ ਕੰਪਾਈਲ ਨਹੀਂ ਕਰ ਰਹੇ ਸੀ। ਤੇ ਜਿਹੜੀ ਸਰਕਾਰ ਦਾ ਜਿਹੜਾ ਹਉਮੈ ਦਾ ਕੱਦ ਆ ਉਹ ਐਡਾ ਵੱਡਾ ਸੀ, ਉਹਨਾਂ ਨੂੰ ਇਹ ਜਿਹੜੇ ਥੱਲੇ ਵਾਲੀ ਚੀਜ਼ਾਂ ਸੀ ਇਹ ਕੀੜੇ ਮਕੌੜੇ ਹੀ ਲੱਗਦੇ ਸੀ ਜੀ। ਤੇ 7 ਸਾਲ ਦਾ ਉਹਨਾਂ ਦਾ ਤਜਰਬਾ ਐਜ਼ ਏ PM ਤੇ ਕੁਝ 12-15 ਸਾਲ ਦਾ ਉਹਨਾਂ ਦਾ ਤਜਰਬਾ ਜਿਹੜਾ ਐਜ਼ ਏ ਮੁੱਖ ਮੰਤਰੀ ਆ, ਉਹਨਾਂ ਨੂੰ ਇਹ ਚੀਜ਼ ਬਿਲਕੁਲ ਨਿਗੁਣੀ ਲੱਗਦੀ ਸੀ। ਪਰ ਬਾਅਦ ਵਿੱਚ ਉਹ ਜਿਹੜੀ ਗਲੇ ਦੀ ਹੱਡੀ ਬਣ ਕੇ ਹੁਣ ਫਸ ਗਈ ਆ, ਉੱਥੇ ਤੱਕ ਅਸੀਂ ਗੱਲ ਦੱਸੀ ਆ ਜੀ। ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸਰਕਾਰਾਂ ਇਸ ਅੰਦੋਲਨ ਨੂੰ ਸਮਝਣ ਦੇ ਵਿੱਚ ਬਹੁਤ ਨਾਕਾਮਯਾਬ ਰਹੀਆਂ। ਇਸੇ ਪਾਰਟੀ ਦੇ ਪਹਿਲਾਂ ਇੱਕ ਪ੍ਰਧਾਨ ਮੰਤਰੀ ਹੁੰਦੇ ਸੀ ਅਟਲ ਬਿਹਾਰੀ ਵਾਜਪੇਈ, ਉਹ ਕਵੀ ਵੀ ਸੀ, ਉਹ ਲਿਖਦੇ ਵੀ ਸੀ, ਤੇ ਉਹਨਾਂ ਦੀ ਇੱਕ ਕਵਿਤਾ ਦੇ ਵਿੱਚ ਇੱਕ ਲਾਈਨ ਸੀ ਕਿ ਐ ਪ੍ਰਮਾਤਮਾ ਮੁਝੇ ਇਤਨੀ ਉਚਾਈ ਮਤ ਦੇਣਾ ਕਿ ਮੈਂ ਆਪਣੋਂ ਕੋ ਵੀ ਗਲੇ ਨਾ ਲਗਾ ਸਕੂੰ ਜੀ। ਤੇ ਇਹ ਗਲੇ ਤੇ ਕੀ ਲਾਉਣਾ ਸੀ, ਇਹ ਤੇ ਆਪਣੇ ਮੁਲਕ ਦੇ ਲੋਕਾਂ ਦੀਆਂ ਗੱਲਾਂ ਵੀ ਨਹੀਂ ਸੁਣ ਸਕਦੇ, ਉਹਨਾਂ ਦੀਆਂ ਗੱਲਾਂ ਵੀ ਇਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚੀਆਂ, ਉਹਨਾਂ ਦੀ ਜਿਹੜੀ ਦੁੱਖ ਦੀ ਆਵਾਜ਼ ਹੈ, ਉਹਨਾਂ ਦੀ ਜਿਹੜੀ ਸਮੱਸਿਆ ਆ, ਜਿਸ ਕੰਮ ਲਈ ਸਰਕਾਰ ਬਣਦੀ ਆ, ਉਹ ਵੀ ਇਸ ਸਰਕਾਰ ਜਿਹੜੀ ਆ ਇਹ ਸੁਣਨ ਤੋਂ ਨਾਕਾਮਯਾਬ ਰਹੀ, ਥੱਲੇ ਨੂੰ ਦੇਖਣ ਤੋਂ ਹੀ ਭੁੱਲ ਗਈ। ਬਿਲਕੁਲ, ਇਸੇ ਕਰਕੇ ਇਹ ਜਿਹੜਾ ਇੰਨਾ ਕੁਛ ਇਹਨਾਂ ਨੂੰ ਦੇਖਣਾ ਪਿਆ, ਜਿੰਨੀਆਂ ਅਸੀਂ ਗੱਲਾਂ ਕੀਤੀਆਂ ਆ। ਬਿਲਕੁਲ ਇਹ ਗੱਲਾਂ ਤੇ ਕਰਦੇ ਨੇ ਵਿਸ਼ਵ ਗੁਰੂ ਬਣਾਉਣ ਦੀਆਂ, ਪਰ ਆਪਣੇ ਇਹਨਾਂ ਦੇ ਲੋਕ ਸਭ ਤੋਂ ਜ਼ਰੂਰੀ ਜਿਹੜੀ ਸ਼ੈ ਆ ਦੁਨੀਆ ਦੀ ਇਸ ਕਰੋਨਾ ਦੇ ਵਿੱਚ ਸਿੱਧ ਹੋਇਆ ਕਿ ਉਹ ਜਿਹੜੀ ਆ ਰੋਟੀ ਆ ਤੇ ਕਿਸਾਨੀ ਆ ਤੇ ਖੇਤੀ ਆ, ਤੇ ਉਹਨੂੰ ਹੀ ਇਹਨਾਂ ਨੇ ਦਰਕਨਾਰ ਕੀਤਾ। ਉਹਦੀਆਂ ਹੀ ਸਮੱਸਿਆਵਾਂ ਤੋਂ ਇਹ ਭੇਦ ਨਹੀਂ ਪਾ ਸਕੇ ਕਿ ਉਸ ਸਮੱਸਿਆ ਨੂੰ ਹੱਲ ਕਿਵੇਂ ਕਰਨਾ। ਜਿੱਦਾਂ ਤੁਸੀਂ ਗੱਲ ਕੀਤੀ ਆ ਖੱਟਰ ਐਂਡ ਪਾਰਟੀ ਦੀ, ਇਹ ਮੁਲਕ ਆ ਚਾਚਾ, ਇਹ ਮੁਲਕ ਹੈ, ਇੱਥੇ ਫੈਡਰਲ ਸਿਸਟਮ ਆ, ਸਟੇਟ ਦੀ ਆਪਣੀ ਸਰਕਾਰ ਆ, ਸੈਂਟਰ ਦੀ ਆਪਣੀ ਸਰਕਾਰ ਆ। ਇੱਕ ਪੰਜਾਬ ਤੋਂ ਕੁਝ ਲੋਕਾਂ ਨੇ ਦਿੱਲੀ ਨੂੰ ਜਾਣਾ ਹੈ, ਹਰਿਆਣਾ ਸਰਕਾਰ ਦਾ ਕੋਈ ਅਧਿਕਾਰ ਹੀ ਨਹੀਂ ਬਣਦਾ ਉਹਨਾਂ ਨੂੰ ਰੋਕਣ ਦਾ। ਬਿਲਕੁਲ ਰਾਜਧਾਨੀ ਹੈ, ਰਾਜਧਾਨੀ ਹੈ। ਜੇ ਰਾਜਧਾਨੀ ਨਾ ਵੀ ਹੋਵੇ, ਜੇ ਉਹਨਾਂ ਨੇ ਦੂਸਰੇ ਸਟੇਟ ਤੱਕ ਜਾਣਾ ਹੈ ਜੀ,
ਜੇ ਹਰਿਆਣੇ ਵਾਲਿਆਂ ਨੂੰ ਅਸੀਂ ਉਹਨਾਂ ਨੇ ਖੱਟੜ ਸਾਹਿਬ ਨੇ ਕੱਲ ਨੂੰ ਜੰਮੂ ਐਂਡ ਕਸ਼ਮੀਰ ਜਾਣਾ ਹੋਵੇ, ਪੰਜਾਬ ਵਾਲਿਆਂ ਨੂੰ ਰਸਤੇ 'ਚ ਰੋਕ ਦੇਣ ਤੇ ਫਿਰ ਇਹ ਕਹਿਣਗੇ ਉਹਨਾਂ ਤੇ ਕਾਨੂੰਨ ਦੀ ਧਾਰਾ ਲਾਓ। ਜੀ ਮਾੜੀ ਗੱਲ। ਸੁਪਰੀਮ ਕੋਰਟ ਕਹਿੰਦੀ ਆ ਕਿ ਜਿਹੜੇ ਵੱਡੇ ਹਾਈਵੇ ਨੇ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ, ਤੇ ਇੱਥੇ ਸਰਕਾਰ ਨੇ ਆਪ ਰੋਕਿਆ, ਟੋਏ ਪੁੱਟ ਦਿੱਤੇ ਗਏ। ਤੇ ਫਿਰ ਉਹਨਾਂ ਹੀ ਟੋਇਆਂ ਨੂੰ ਫਿਰ ਜਨਤਾ ਦੀ ਤਾਕਤ ਨਾਲ ਪੂਰਦੇ ਹੋਏ ਵੀ ਇਹਨਾਂ ਨੇ ਦੇਖਿਆ ਆਪਣੀਆਂ ਅੱਖਾਂ ਨਾਲ ਜੀ। ਪੱਟੇ ਤਾਂ ਸਰਕਾਰ ਨੇ ਆਪਣੀ ਤਾਕਤ ਨਾਲ। ਬਿਲਕੁਲ ਸਾਹਿਬ, ਇੱਕ ਗੱਲ ਇਹਦੇ ਵਿੱਚ ਇਹ ਵੀ ਆ, ਜਿਹੜਾ ਕਿਸਾਨ ਵਿਚਾਰਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਖੇਤੀ ਕਰਦਾ ਹੈ ਹਾਂਜੀ, ਤੇ ਚਿੱਕੜ ਦੇ ਵਿੱਚ ਵੜਦਾ, ਜਦੋਂ ਬਾਰਿਸ਼ ਆਉਂਦੀ ਹੈ ਤੇ ਸਾਰੇ ਅੰਦਰ ਵੜਦੇ ਨੇ, ਜਦੋਂ ਧੁੱਪ ਹੁੰਦੀ ਹੈ ਤੇ ਅੰਦਰ ਨੂੰ ਭੱਜਦੇ ਨੇ, ਤੇ ਜ਼ਿਮੀਂਦਾਰ ਬਾਹਰ ਨੂੰ ਭੱਜਦਾ ਹੈ ਕਿ ਮੈਂ ਫਸਲ ਦੇ ਵਿੱਚ, ਮੇਰਾ ਮੀਂਹ ਦੇ ਵਿੱਚ ਜਾਂ ਕਿਸੇ ਚੀਜ਼ ਨਾਲ ਨੁਕਸਾਨ ਨਾ ਹੋ ਜਾਵੇ, ਮੈਂ ਵਾਧੂ ਪਾਣੀ ਜਿਹੜਾ ਉਹਦੀ ਨਿਕਾਸੀ ਦਾ ਕੋਈ ਦੇਖਾਂ, ਜਾਂ ਧੁੱਪ ਹੈ ਤੇ ਮੈਂ ਪਾਣੀ ਲਾਉਣ ਦਾ ਦੇਖਾਂ, ਤੇ ਜਾਂ ਜੰਗਲੀ ਜਾਨਵਰਾਂ ਤੋਂ ਬਚਾਉਣ ਦਾ, ਜਾਂ ਜਿਹੜੇ ਅਵਾਰਾ ਪਸ਼ੂ ਨੇ ਉਹਨਾਂ ਤੋਂ ਕਿਵੇਂ ਫਸਲਾਂ ਨੂੰ ਬਚਾਵਾਂ, ਕੀੜੇ ਮਾਰ ਦਵਾਈਆਂ, ਜਾਂ ਸਾਰਾ ਕੁਝ ਦੇਖਦਾ। ਤੇ ਇਹਨਾਂ ਨੇ ਕਿਵੇਂ ਸੋਚ ਲਿਆ ਕਿ ਇੱਕ ਹਾਈਵੇ ਪੁੱਟ ਕੇ ਕਿਸਾਨ ਨੂੰ ਰੋਕ ਲਓ? ਕਿਸਾਨਾਂ ਕੋਲ ਟਰੈਕਟਰ ਹੁੰਦੇ ਨੇ ਖੇਤਾਂ ਵਿੱਚ, ਜਿੱਥੋਂ ਮਰਜ਼ੀ ਲੰਘ ਸਕਦੇ ਸਾਨੂੰ। ਕੁਲਦੀਪ ਜੀ, ਸਿਆਣੇ ਜਿਹੜੀ ਤੁਸੀਂ ਗੱਲ ਕੀਤੀ ਵੀ ਕਿਸਾਨ ਹਮੇਸ਼ਾ ਜਦੋਂ ਵੀ ਕੋਈ ਧੁੱਪ ਛਾਂ ਆਉਂਦੀ ਆ ਤੇ ਉਹ ਧੁੱਪ ਛਾਂ ਨਹੀਂ ਦੇਖਦਾ, ਉਹਨੂੰ ਆਪਣਾ ਨਿਸ਼ਾਨਾ, ਉਹਨੂੰ ਆਪਣੀ ਫਸਲ ਉਹ ਦਿਸਦੀ ਹੁੰਦੀ ਆ। ਤਾਂ ਹੀ ਕਹਿੰਦੇ ਸਿਆਣੇ ਕਿ ਖੇਤੀ ਕਰਮਾ ਸੇਤੀ। ਉਹ ਜਿਹੜੀਆਂ ਚੀਜ਼ਾਂ ਹੀ ਅੱਜ ਤੱਕ ਬੰਨ੍ਹ ਕੇ ਬੈਠੀਆਂ 7-8 ਮਹੀਨੇ ਤੋਂ ਉਹਨਾਂ ਨੂੰ ਜੀ, ਇਹ ਜਜ਼ਬਾ ਸੀ ਨਾ ਜਿਹੜਾ, ਇਹ ਜਜ਼ਬਾ ਹੀ ਕਿਸਾਨਾਂ ਨੂੰ ਇਸ ਵੇਲੇ ਦਿੱਲੀ ਦੇ ਬਾਰਡਰਾਂ ਤੇ ਬੰਨ੍ਹ ਕੇ ਬੈਠਾ ਜੀ। ਕਿਉਂਕਿ ਆਪਾਂ ਹੁਣ ਜੇ ਗੱਲ ਕਰਦੇ ਆ ਵੀ ਜਿਹੜੀ ਹਲਾਲਾ ਕਰਨ ਵਾਲੇ ਲੋਕ ਸੀ, ਮੇਲਾ ਦੇਖਣ ਵਾਲੇ ਲੋਕ ਸੀ, ਸ਼ੌਂਕ ਨਾਲ ਜਾਣ ਵਾਲੇ ਲੋਕ ਸੀਗੇ, ਉਹ ਤਾਂ ਜਾ ਹਟੇ। ਉਹ ਤਾਂ 26 ਜਨਵਰੀ ਤੋਂ ਬਾਅਦ ਉੱਥੇ ਲੱਭਾ ਕੋਈ ਨਹੀਂ। ਅੱਜ ਜਿਹੜੇ ਲੋਕ ਬੈਠੇ ਆ ਉਹ ਏਸੀ ਮੇਜਾ ਵਾਲੇ, ਏਸੀ ਸੁਰਤ ਵਾਲੇ, ਜੇ ਇਸ ਦਿਮਾਗ ਰੱਖਣ ਵਾਲੇ ਲੋਕ ਅੱਜ ਇਸ ਵੇਲੇ ਜੁੜੇ ਬੈਠੇ। ਆਪਾਂ ਗੱਲ ਕਰਦੇ ਆ ਕਿ ਇਹ ਹਿੱਸੇ ਇਹਨਾਂ ਦੇ ਕਿੱਦਾਂ ਆ। ਆਪਾਂ ਦੇਖਦੇ ਆ ਕਿ ਕਿਸਾਨ ਵਰਗ ਉਹ ਆਪਣੇ ਮੁਨਾਫੇ ਲਈ ਕੁਝ ਨਹੀਂ ਕਰ ਰਿਹਾ ਜੀ, ਉਹ ਤਾਂ ਇੱਕ ਡਿਊਟੀ ਨਿਭਾ ਰਿਹਾ, ਜਿੱਦਾਂ ਫੌਜੀ ਨਹੀਂ ਹੈਗੇ। ਜੇ ਆਪਾਂ ਕਹਿ ਦਈਏ ਵੀ ਕਿਸੇ ਜਦੋਂ ਲਾਸ਼ਾਂ ਆਉਂਦੀਆਂ ਉਹਨਾਂ ਦਾ ਮੁੱਲ ਤਾਂ ਕੋਈ ਨਹੀਂ ਨਾ, ਜਿਹਨਾਂ ਦੇ ਘਰ ਦਾ ਮੈਂਬਰ ਚਲੇ ਗਿਆ ਉਹਦਾ ਅਸੀਂ ਮੁੱਲ ਨਹੀਂ ਪਾ ਸਕਦੇ, ਪਰ ਉਹ ਇੱਕ ਜਜ਼ਬਾ ਆ ਜਿਹੜਾ ਬਾਰਡਰਾਂ ਤੇ ਲੈ ਕੇ ਖੜਾ ਹੈ। ਜੀ ਜੀ ਜੀ। ਤਨਖਾਹ ਤਾਂ ਕੋਈ ਇਹ ਤਾਂ ਹੈ ਨਹੀਂ ਵੀ ਪ੍ਰਧਾਨ ਮੰਤਰੀ ਨੂੰ ਜ਼ਿਆਦਾ ਇੱਕ ਆਮ ਫੌਜੀ ਦੀ ਤਨਖਾਹ ਆ ਜਾਂ BSF ਵਾਲੇ ਦੀ ਤਨਖਾਹ ਆ। ਇੱਕ ਜਜ਼ਬਾ ਲੈ ਕੇ ਬੈਠਾ ਆ। ਉਹਨਾਂ ਨੂੰ ਆਪਣਾ ਪਰਿਵਾਰ ਚਲਾਉਣ ਲੱਗੀ ਜਿੰਨੀ ਸਰਕਾਰ ਨੇ ਤਨਖਾਹ ਲਾਤੀ, ਉਸ ਤਨਖਾਹ ਤੇ ਉਹ ਵਿਚਾਰੇ ਉੱਥੇ ਬੈਠੇ ਆਪਣੇ ਜਜ਼ਬੇ ਨਾਲ ਕੰਮ ਕਰ ਰਹੇ। ਇੱਦਾਂ ਹੀ ਆਪਾਂ MSP ਦਾ ਦੇਖਦੇ ਜਾਂ ਸਰਕਾਰ ਨੇ ਜਿਹੜਾ ਪ੍ਰਬੰਧ ਦੇ ਦਿੱਤਾ, ਕਿਸਾਨ ਰੱਬ ਦਾ ਹੁਕਮ ਸਮਝ ਕੇ, ਰਜਾ ਮੰਨ ਕੇ ਚੱਲਿਆ ਜਾਂਦਾ। ਚਾਹੇ ਉਹਨਾਂ ਨੇ ਕਹਿ ਸਕਦੇ ਬਹੁਤ ਲੰਬੀ ਤਾਦਾਦ ਖੁਦਕਸ਼ੀਆਂ ਦੀ ਹੋ ਗਈ, ਚਾਹੇ ਜ਼ਮੀਨਾਂ ਵਿਕ ਗਈਆਂ, ਚਾਹੇ ਸਿਰ ਕਰਜ਼ੇ ਚੜ੍ਹ ਗਏ, ਇੱਕ ਜਜ਼ਬਾ ਆ, ਲਈ ਜਾਂਦਾ। ਉਸੇ ਕਰਕੇ ਅੱਜ ਜਿਹੜਾ ਪਿਛਲੇ ਲੰਬੇ ਸਮੇਂ ਦਾ, ਜਿਵੇਂ ਕਿ ਚਾਚਾ ਅਜੀਤ ਸਿੰਘ ਦੇ ਅੰਦੋਲਨ ਤੋਂ ਬਾਅਦ ਚੌਧਰੀ ਚਰਨ ਸਿੰਘ ਦੇ JP ਅੰਦੋਲਨ ਹੋਏ ਆ, ਇੱਦਾਂ ਦੇ ਅੰਦੋਲਨ ਨੂੰ ਵੱਡੇ ਜਿਹੜੇ ਗਿਣਤੀ ਦੇ ਅੰਦੋਲਨ ਜਿਹੜੇ ਇਤਿਹਾਸ 'ਚ ਲਿਖੇ ਗਏ ਆ। ਤੇ ਇਹ ਜਿਹੜਾ ਅੰਦੋਲਨ ਆ ਕਿਸਾਨੀ ਦਾ, ਇਹ ਇਸ ਜਜ਼ਬੇ ਕਰਕੇ ਇਹ ਇਤਿਹਾਸ ਵਿੱਚ ਲਿਖਿਆ ਜਾਣਾ। ਠੀਕ ਹੈ ਜੀ, ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਅਸੀਂ ਗੱਲਬਾਤ ਕਰਾਂਗੇ ਉਹਨਾਂ ਜਥੇਬੰਦੀਆਂ ਦੀ, ਉਹਨਾਂ ਸੰਸਥਾਵਾਂ ਦੀ, ਉਹਨਾਂ ਵਿਅਕਤੀਗਤ ਲੋਕਾਂ ਦੀ ਜਿਨ੍ਹਾਂ ਨੇ ਇਸ ਦੀ ਸਪੋਰਟ ਕੀਤੀ ਜਾਂ ਸਪੋਰਟ ਕਰਨ ਤੋਂ ਨਾ ਕੀਤੀ, ਜਾਂ ਚੁੱਪ ਗੁੜਪ ਬੈਠੇ ਰਹੇ ਜਾਂ ਵਿਰੋਧਤਾ ਕੀਤੀ। ਬਾਲੀਵੁੱਡ ਵੀ ਹੈ ਔਰ ਕਈ ਸਾਡੀਆਂ ਸੰਸਥਾਵਾਂ ਹੋਰ ਵੀ ਨੇ, ਬਹੁਤ ਸਾਰੇ ਪ੍ਰੋਮੀਨੈਂਟ ਲੋਕ ਵੀ ਨੇ ਜੋ ਨਿਕਲ ਕੇ ਸਾਹਮਣੇ ਨਹੀਂ ਆਏ ਤੇ ਕੁਝ ਆਏ। ਇਹ ਸਾਰੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ। ਕਿਸਾਨ ਅੰਦੋਲਨ ਦੇ 6 ਮਹੀਨੇ ਕੀ ਸਰਕਾਰ ਝੁਕੇਗੀ ਜਾਂ ਨਹੀਂ, ਇਸ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਮਾਹਰ ਮਹਿਮਾਨਾਂ ਦੇ ਨਾਲ ਕਾਫੀ ਸਾਰੀ ਗੱਲਬਾਤ ਹੋ ਚੁੱਕੀ ਹੈ। ਹੁਣ ਅਸੀਂ ਗੱਲਬਾਤ ਕਰਾਂਗੇ ਬਲਗਾ ਸਾਹਿਬ ਤੇ ਅਮਰਤ ਜੀ। ਮੈਂ ਗੱਲ ਕਰਨੀ ਚਾਹਾਂਗਾ ਕਿ ਥੋੜਾ ਰੱਖੀਏ ਸੀ ਸਮਾਂ ਅਸੀਂ ਹਰ ਮੁੱਦੇ ਵਾਸਤੇ ਜੀ, ਜਿਸ ਦੇ ਵਿੱਚ ਸਾਡੀਆਂ ਸੰਸਥਾਵਾਂ ਜਿਵੇਂ ਕਿ ਜਿਨ੍ਹਾਂ ਨੇ ਕੰਮ ਕੀਤਾ ਇਸ ਦੇ ਵਿੱਚ ਬਾਲੀਵੁੱਡ ਦਾ ਕਿੰਨਾ ਕੁ ਯੋਗਦਾਨ ਰਿਹਾ, ਬਾਲੀਵੁੱਡ ਦੇ ਵਿੱਚੋਂ ਕਿਹੜੀ ਪਛਾਣ ਵਾਲੇ ਲੋਕ ਬੋਲੇ, ਨੇਤਾਵਾਂ ਵਿੱਚੋਂ, ਪੁਰਾਣੇ ਆਗੂਆਂ ਦੇ ਵਿੱਚੋਂ, ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਕਿਹੜੀਆਂ ਬੋਲੀਆਂ ਤੇ ਕਿਹੜੀਆਂ ਚੁੱਪ ਰਹੀਆਂ, ਤੇ ਪੰਜਾਬ ਵਿੱਚ ਭਾਜਪਾ ਆਗੂਆਂ ਨੂੰ ਕਿਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜ਼ੁਬਾਨ ਉਹਨਾਂ ਨੇ ਵੀ ਬੰਦ ਨਹੀਂ ਕੀਤੀ, ਕਈਆਂ ਨੇ ਤਾਂ ਕੀਤੀ ਹੈ, ਪਰ ਕਈਆਂ ਦੀ ਹਾਸੋਹੀਣੀ ਸਥਿਤੀ ਵੀ ਬਣੀ। ਸਾਰੀ ਗੱਲਬਾਤ ਕਰਾਂਗੇ। ਬਲਗਾ ਸਾਹਿਬ, ਤੁਸੀਂ ਇਸ ਬਾਰੇ ਦੱਸੋ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ, ਜਿਸ ਦੇ ਵਿੱਚ ਗੋਹੇ ਦੀ ਟਰਾਲੀ ਦਾ ਵੀ ਕਾਂਡ ਹੈ, ਸ਼ੀਸ਼ਾ ਵੀ ਭੰਨਿਆ ਗਿਆ, ਉਹ ਅਸੀਂ ਪਹਿਲਾਂ ਕਰ ਚੁੱਕੇ ਹਾਂ ਖੈਰ ਗੱਲਬਾਤ, ਪਰ ਹੋਰ ਜਗ੍ਹਾ ਤੇ ਉਹਨਾਂ ਨੂੰ ਥਾਂ ਤੇ ਘਰਾ ਕੀਤਾ ਗਿਆ, ਕਈ ਜਗ੍ਹਾ ਤੇ ਉਹਨਾਂ ਨੂੰ ਸਟੇਜ ਦੇ ਪਿੱਛੋਂ ਦੀ ਨਿਕਲਣਾ ਪਿਆ। ਇਹ ਸਾਰੇ ਹਾਲਾਤ ਕਿਵੇਂ ਬਣੇ ਤੇ ਕਿਉਂ ਬਣੇ? ਇਹ 'ਚ ਕੁਲਦੀਪ ਭਾਜੀ 4 ਕੁ ਬੰਦੇ ਜਿਹੜੇ BJP ਦੇ ਜ਼ਿਆਦਾ ਇਸ ਅੰਦੋਲਨ ਦੇ ਵਿੱਚ ਜਿਹੜਾ ਉਹਨਾਂ ਨੇ ਲੋਕਾਂ ਦਾ ਪਿਆਰ ਖੱਟਿਆ ਨਾ, ਕਿਸਾਨੀ ਹਿੱਤਾਂ ਮਾਨ ਸਨਮਾਨ ਜਿਹੜਾ ਖੱਟਿਆ, ਉਹ 4 ਕੁ ਬੰਦੇ ਜ਼ਿਆਦਾ। ਸ਼ੁਰੂਆਤ ਹੁੰਦੀ ਆ ਵਿਜੇ ਸਾਂਪਲਾ ਤੋਂ, ਜਦੋਂ ਉਹ ਆਪਣੇ ਕੋਈ ਪ੍ਰੋਗਰਾਮ ਇੱਧਰ ਉੱਧਰ ਕਰਨ ਲਈ, ਤੇ ਉਹ ਉਸ ਵੇਲੇ ਕੋਈ ਦਲਿਤ ਮੈਟਰ ਚੱਲ ਰਿਹਾ ਸੀਗਾ, ਤਾਂ ਉਹਦੀ ਪ੍ਰਮੋਸ਼ਨ ਕਰ ਲਈ ਸੈਂਟਰ ਸਰਕਾਰ ਦੀ ਜਾਂਦਾ, ਤਾਂ ਸ਼ੁਰੂਆਤੀ ਦੌਰ ਵਿੱਚ ਇੱਧਰ ਮਾਲਵਾ ਸਾਈਡ ਉਹਦਾ ਵਿਰੋਧ ਹੁੰਦਾ ਹੈ। ਉਸ ਤੋਂ ਬਾਅਦ ਅਸ਼ਵਨੀ ਸ਼ਰਮਾ ਜੀ ਹੋ ਗਏ, ਇਹਨਾਂ ਦਾ ਵੀ ਜਿੱਦਾਂ ਤੁਸੀਂ ਗੱਲ ਕੀਤੀ ਵੀ ਸ਼ੀਸ਼ਾ ਸ਼ੂਸ਼ਾ ਤੋੜਨ ਵਾਲੀ ਗੱਲ ਹੋਈ, ਕਿਉਂਕਿ ਆ ਟਾਂਡੇ ਵਾਲੀ ਲਾਈਨ ਤੇ ਤਕਰੀਬਨ ਇਹ ਤਾਂ ਪੰਗਾ ਪੈਂਦਾ ਰਿਹਾ ਇਸ ਰੋਡ ਤੇ।
ਤੇ ਉਸ ਤੋਂ ਬਾਅਦ ਸ਼ੁਰੂਆਤੀ ਇੱਕ ਦੋ ਝਟਕਿਆਂ ਤੇ ਇਹ ਤਾਂ ਫੇਰ ਛੇਤੀ ਚੁੱਪ ਕਰ ਗਏ ਜੀ। ਫੇਰ ਜਿਹੜਾ ਮਾਨ ਸਨਮਾਨ ਜਿਹੜਾ ਸਭ ਨੂੰ ਵੱਧ ਮਿਲਿਆ ਉਹ ਸਰਜੀਤ ਕੁਮਾਰ ਜਿਆਣੀ ਜੀ, ਤੇ ਜਿਹੜਾ ਅੱਜ ਪਹਿਲਾਂ ਤੱਕ ਗਰੇਵਾਲ ਸਾਹਿਬ ਨੂੰ, ਜਿਹੜਾ ਅੱਜ ਤੱਕ ਵੀ ਲੈ ਰਹੇ ਆ ਨਾਲ ਦੀ ਨਾਲ ਹੀ ਕੈਸ਼ ਹੀ ਮਿਲਦਾ ਉਹਨਾਂ ਨੂੰ, ਤਾਂ ਉਹ ਹੈਗੇ ਹਰਜੀਤ ਗਰੇਵਾਲ ਜਿਹੜੇ ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ। ਜੀ ਜੀ। ਲੋਕਾਂ ਨੂੰ ਬੜੀ ਆਸ ਸੀ ਇਹਨਾਂ ਤੋਂ, ਖਾਸ ਕਰਕੇ ਸਰਜੀਤ ਕੁਮਾਰ ਜਿਆਣੀ ਆਪ ਖੇਤੀਕਾਰ ਆ, ਆਪ ਕਿਸਾਨ ਆ, ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ। ਜਿੰਨਾ ਚਿਰ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਦੇਖ ਲਿਆ ਵੀ ਕਿਸਾਨਾਂ ਨੇ ਇਸ ਵੇਲੇ ਪੂਰੇ ਪੰਜਾਬ ਨੂੰ ਸੁੰਨ ਕਰਕੇ ਰੱਖ ਦਿੱਤਾ, ਨਾਲ ਹਰਿਆਣਾ ਇਸ ਵੇਲੇ ਖੜਾ ਹੋ ਗਿਆ। ਪਹਿਲਾਂ ਤਾਂ ਉਹਨਾਂ ਨੇ ਇਹ ਬਿਆਨ ਦਿੱਤੇ ਵੀ ਇਹ ਜੀ ਠੀਕ ਹੈ, ਕਿਸਾਨਾਂ ਦੀਆਂ ਮੰਗਾਂ ਠੀਕ ਹੈ, ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ, ਮੈਂ ਜਾ ਕੇ ਗੱਲ ਕਰਦਾ। ਵਿੱਚ ਵਿਚਾਲੇ ਉਹਨੇ ਰਾਜੇਵਾਲ ਸਾਹਿਬ ਨਾਲ ਜਾਂ ਹੋਰ ਲੀਡਰਾਂ ਨਾਲ ਸੈਂਟਰ ਸਰਕਾਰ ਵਿੱਚ ਰਾਬਤਾ ਕਰਾਉਣ ਲਈ, ਤਾਲਮੇਲ ਕਰਾਉਣ ਲਈ ਉਹਨੇ ਸਰਜੀਤ ਕੁਮਾਰ ਜਿਆਣੀ ਨੇ ਅਹਿਮ ਭੂਮਿਕਾ ਵੀ ਅਦਾ ਕੀਤੀ। ਪਰ ਪਤਾ ਨਹੀਂ ਉਹ ਬੀਜੇਪੀ ਦੇ ਜਾਂ ਉਹ ਆਰਐਸਐਸ ਵਾਲਿਆਂ ਦੇ ਕਿਹੜੀ ਉਹ ਭਭੂਤੀ ਆ, ਜਦੋਂ ਜਿਆਣੀ ਸਾਹਿਬ ਉੱਥੇ ਗਏ ਆ ਜਾਂ ਗਰੇਵਾਲ ਉੱਥੇ ਗਏ ਆ, ਇਹਨਾਂ ਦੇ ਸਿਰ ਪਤਾ ਨਹੀਂ ਉਹਨੇ ਕੀ ਭੁੱਕਿਆ। ਇਹ ਨਹੀਂ ਮੁੜ ਕੇ ਉਸ ਗੱਲ ਤੇ ਦੁਬਾਰਾ ਆਏ ਵੀ ਕਿਸਾਨੀ ਘਾਟੇ ਦੀ ਆ ਜਾਂ ਕਿਸਾਨੀ ਨੂੰ ਕੋਈ ਨੁਕਸਾਨ। ਅੱਜ ਤੱਕ ਵਿਰੋਧ ਵਿੱਚ ਬੋਲੀ ਅੱਜ ਤੱਕ ਯਾਨੀ ਕਿ ਦੋਨਾਂ ਦੇ ਇਹਨਾਂ ਦੇ ਭਭੂਤੀ ਸਿਰ 'ਚ ਪਾਈ ਨਾ। ਛੋਟੀ ਜਿਹੀ ਗੱਲ ਤੀਕਸ਼ਣ ਸੂਦ ਦੀ ਵੀ ਕਰੀਏ। ਹਾਂਜੀ। ਉਹ ਉਹਨਾਂ ਨੂੰ ਇੰਨਾ ਮਾਣ ਸਨਮਾਨ ਕਿਉਂ ਮਿਲਿਆ? ਉਹ ਫਿਰ ਇਦਾਂ ਜੀ, ਉਹ ਜਦੋਂ ਇਹਨਾਂ ਅਸਲ ਵਿੱਚ ਨਾ ਬੀਜੇਪੀ ਦੇ ਇੱਕ ਵਿੱਚ ਇਦਾਂ ਦੀਆਂ ਮਨ ਇਹਨਾਂ ਦੇ ਬਣੇ ਹੋਏ ਆ ਵੀ ਜਦੋਂ ਕੰਟਰੋਵਰਸ਼ੀਅਲ ਕੋਈ ਮੈਟਰ ਹੋਊਗਾ ਨਾ, ਉਹਦੇ ਵਿੱਚ ਜਾ ਕੇ ਜਿੰਨਾ ਅਸੀਂ ਨਾ ਆਪਣੀ ਲੀਡਰਸ਼ਿਪ ਨੂੰ ਚੰਗਾ ਬਣ ਕੇ ਦਿਖਾ ਲਾਂਗੇ ਤੇ ਇਨਾਮ ਸਨਮਾਨ ਜਿਹੜੇ ਬਾਅਦ ਵਿੱਚ ਸਾਨੂੰ ਫਿਰ ਦੱਸਣ ਨੂੰ ਬਣ ਜਾਣਗੇ, ਲਓ ਜੀ ਅਸੀਂ ਤੁਹਾਡੀ ਸਰਕਾਰ ਦਾ ਉੱਥੇ ਸਪੋਰਟ ਕੀਤੀ, ਅਸੀਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਤੇ ਉਸ ਵੇਲੇ ਸਾਡੇ ਜੀ ਸ਼ੀਸ਼ੇ ਤੋੜੇ, ਸਾਡੇ ਘਰ ਦੇ ਮੂਹਰੇ ਕਿਸੇ ਅਸੀਂ ਆ ਚੱਲਿਆ। ਇਹ ਬਹੁਤ ਇੱਕ ਨਹੀਂ ਹੈਗਾ, ਇੱਧਰ ਅੰਮ੍ਰਿਤਸਰ ਸਾਈਡ ਵੀ, ਪਠਾਨਕੋਟ ਸਾਈਡ ਵੀ ਹੁਣ ਵੀ ਸਮੇਂ-ਸਮੇਂ ਤੇ ਜਿਵੇਂ ਕਿ ਆਪਣੇ ਵਿਧਾਇਕ ਦੇ ਇੱਕ ਦੇ ਉੱਥੇ ਮਤਲਬ ਨਗਨ ਵੀ ਕੀਤਾ ਰਿਹਾ, ਜਦ ਕਿ ਅਸੀਂ ਆਪਣੇ ਚੈਨਲ ਤੋਂ ਉਦੋਂ ਵੀ ਵਿਰੋਧਤਾ ਕੀਤੀ ਵੀ ਇਹ ਕਿਸੇ ਦਾ ਵਿਰੋਧ ਕਰਨ ਦਾ ਕੋਈ ਤਰੀਕਾ ਨਹੀਂਗਾ, ਇਹ ਠੀਕ ਨਹੀਂ। ਪਰ ਲੋਕਾਂ ਦੇ ਮਨ 'ਚ ਰੋਸ ਤਾਂ ਹੈ ਨਾ। ਜੀ। ਇਹ ਬੀਜੇਪੀ ਦੇ ਜਿੰਨੇ ਲੀਡਰ ਵੀ ਆ ਇਹ ਵਿੱਚ ਬਹੁਤਾਤ ਜਿਹੜੇ ਆ ਸੀਰੀਅਸ ਕਿਸਾਨੀ ਮੁੱਦੇ ਨੂੰ ਲੈ ਕੇ ਨਹੀਂ, ਸੀਰੀਅਸ ਉਹ ਬਿੱਲਾਂ ਨੂੰ ਲੈ ਕੇ ਨਹੀਂ ਹੈਗੇ, ਉਹ ਤਾਂ ਸਿਰਫ ਆਪਣਾ ਆਪ ਚਪਕਾਉਣਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਕੋਲ ਥੋੜੇ ਚੰਗੇ ਬਣ ਕੇ ਦਿਖਣਾ। ਅਮਰਤ ਜੀ, ਸ਼ਾਰਟ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਦੀ ਅਸੀਂ ਗੱਲ ਕੀਤੀ ਹੈ, ਮੈਨੂੰ ਇਦਾਂ ਲੱਗਦਾ ਸੀਗਾ ਕਿ ਕਾਂਗਰਸ ਵਾਲਿਆਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਿਲਕੁਲ ਜੀ। ਔਰ ਅਕਾਲੀ ਦਲ ਨੂੰ ਦੂਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਤੇ ਜੇ ਕਿਸੇ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਹ ਅਕਾਲੀ ਦਲ ਨੂੰ ਕਰਨਾ ਪਿਆ। ਬਿਲਕੁਲ। ਉਹ ਵੀ ਅੱਜ ਤੱਕ ਖਮਿਆਜਾ ਭੁਗਤ ਰਹੇ ਨੇ। ਉਹਨਾਂ ਵੱਲੋਂ ਹਾਲਾਂਕਿ ਸੁਖਬੀਰ ਬਾਦਲ ਨੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਸੀ, ਪਰ ਜਦੋਂ ਫੈਲਾਅ ਜਿਹਾ ਇੱਕ ਵਾਰੀ ਫੇਰ ਆ ਗਿਆ ਕਰੋਨਾ ਦਾ ਤਾਂ ਫੇਰ ਰੋਕ ਦਿੱਤੀਆਂ, ਟਿਕਟਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸੀ। ਜੀ। ਪਰ ਉਹਨਾਂ ਦਾ ਵੀ ਕੋਈ ਅੱਜ ਤੱਕ ਮੁੱਦਾ ਕਲੀਅਰ ਕੱਟ ਉੱਭਰ ਕੇ ਸਾਹਮਣੇ ਨਹੀਂ ਆਇਆ। ਬਿਲਕੁਲ। ਮੈਂ ਇਹਨੂੰ ਹੋਰ ਪਾਸੇ ਲਿਜਾਣਾ ਚਾਹਾਂਗਾ ਜੀ। ਕਿਸਾਨ ਅੰਦੋਲਨ ਦੇ ਵਿੱਚ ਪਹਿਲੇ ਦਿਨ ਤੋਂ ਜਿੱਥੇ ਵੀ ਲੱਗੇ ਹੋਏ ਸੀ ਮੋਰਚੇ, ਕਿਸਾਨਾਂ ਨੇ ਇਹ ਗੱਲ ਕਰ ਲਈ ਵੀ ਅਸੀਂ ਰਾਜਨੀਤਿਕ ਪਾਰਟੀਆਂ ਦੇ ਕਿਸੇ ਆਗੂ ਨੂੰ ਜਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਜਾਂ ਬੁਲਾਰਿਆਂ ਨੂੰ ਅਸੀਂ ਸਟੇਜਾਂ ਤੇ ਬੋਲਣ ਨਹੀਂ ਦੇਣਾ। ਬਿਲਕੁਲ ਜੀ। ਤੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਫਿਰ ਵੱਡੀ ਸਟੇਜ ਲਾਈ, ਜਿਵੇਂ ਬਿਰਗਾ ਸਾਹਿਬ ਨੇ ਦੱਸਿਆ ਕਿ ਟਰਾਲੀ ਤੋਂ ਲੱਗੀ ਸੀ ਸਟੇਜ, ਹੌਲੀ ਵੱਡੀ ਹੁੰਦੀ ਗਈ ਤੇ ਅੱਜ ਦੱਸਿਆ ਜਾਂਦਾ ਕਿ 15 ਲੱਖ ਦੇ ਆਸ-ਪਾਸ ਖਰਚਾ ਹੈ ਰੋਜ਼ ਦਾ ਉੱਥੇ ਦਾ। ਬਿਲਕੁਲ। ਇੰਨੀ ਵੱਡੀ ਸਟੇਜ ਬਣ ਗਈ ਤੇ ਉੱਥੋਂ ਕਿਸੇ ਰਾਜਨੀਤਿਕ ਆਗੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਰਵਨੀਤ ਬਿੱਟੂ ਦੀ ਪੱਗ ਵੀ ਲਾਈ ਗਈ ਉੱਥੇ ਪਹੁੰਚੇ ਦੀ। ਦੇਖੋ, ਇਸ ਅੰਦੋਲਨ ਨੇ ਰਾਜਨੀਤੀ ਨੂੰ, ਹਿੰਦੁਸਤਾਨ ਨੂੰ ਤੇ ਇੱਕ ਨਵੀਂ ਦਿਸ਼ਾ ਦੇਣੀ ਹੈ, ਇਹ ਤਾਂ ਬਿਲਕੁਲ ਸਾਫ਼ ਗੱਲ ਹੈ। ਟਾਈਮ ਥੋੜਾ ਬਹੁਤਾ ਵੱਧ ਲੱਗ ਸਕਦਾ, ਪਰ ਇਹਨਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਖਾਸ ਕਰਕੇ ਪੰਜਾਬ ਦੀਆਂ ਨੂੰ, ਬਾਹਰਲੀਆਂ ਦਾ ਕੀ ਹੋਵੇਗਾ ਉੱਥੇ ਅਸਰ ਥੋੜਾ ਜਿਹਾ ਘਟਿਆ, ਪਰ ਅਸਰ ਜ਼ਰੂਰ ਹੋਵੇਗਾ, ਕਿਉਂਕਿ ਜਦੋਂ ਅੱਗ ਲੱਗ ਜਾਂਦੀ ਉਹ ਫੈਲਦੀ ਜ਼ਰੂਰ ਆ ਤੇ ਉਹਦੇ ਸੇਕ ਜਿਹੜਾ ਸਾਰਿਆਂ ਨੂੰ ਲੱਗਣਾ ਹੈ। ਇਹ ਸਾਰੀਆਂ ਪੰਜਾਬ ਦੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਆ, ਚਾਹੇ ਉਹ ਬੀਜੇਪੀ ਆ, ਚਾਹੇ ਉਹ ਸੱਤਾਧਾਰੀ ਧਿਰ ਕਾਂਗਰਸ ਆ, ਚਾਹੇ ਬੀਜੇਪੀ ਨਾਲੋਂ ਛੁੱਟ ਕੇ ਆਪਣੇ ਆਪ ਨੂੰ ਸਾਫ਼ ਕਰਨ ਦੇ ਯਤਨਾਂ 'ਚ ਲੱਗੀ ਹੋਈ ਅਕਾਲੀ ਦਲ ਆ, ਚਾਹੇ ਅਗਲੀ ਵਾਰ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਦੇਖ ਰਹੀ ਆਮ ਆਦਮੀ ਪਾਰਟੀ ਆ, ਚਾਹੇ ਬਹੁਜਨ ਸਮਾਜ ਪਾਰਟੀ ਆ, ਜਿੰਨੀਆਂ ਵੀ ਧਿਰਾਂ, ਇਹਨਾਂ ਸਾਰੀਆਂ ਨੂੰ ਕਿਸਾਨਾਂ ਨੇ ਜਿੱਦਾਂ ਕਹਿੰਦੇ ਨਾ ਝਾੜ ਕੇ ਪਰੇ ਬਿਠਾਤਾ, ਉੱਥੇ ਹੋ ਕੇ ਬੈਠੋ ਜੀ। ਤੁਸੀਂ ਸਾਡੀ ਗੱਲ ਅੱਜ ਤੱਕ ਸੁਣੀ, ਬੈਠਣਾ ਵੀ ਪਿਆ, ਬੈਠਣ ਜੋਗੇ ਵੀ ਨਹੀਂ ਛੱਡੇ। ਇਹ ਜੇ ਅਕਲਮੰਦ ਹੁੰਦੇ, ਜੇ ਇਹ ਸਿਆਣੇ ਹੁੰਦੇ ਤੇ ਵਾਕਈ ਬੈਠ ਜਾਂਦੇ ਉੱਥੇ। ਹਾਲਾਤ ਹੀ ਇਹਨਾਂ ਕਰਕੇ ਪੈਦਾ ਹੋਇਆ। ਬੈਠੇ ਤਾਂ ਸੀ ਕਾਂਗਰਸ ਵਾਲੇ ਜੰਤਰ ਮੰਤਰ ਤੇ ਬਲਗਿਆ ਸਾਹਿਬ, ਉਹ ਅੱਖੀ ਦੇਖੇ ਦ੍ਰਿਸ਼, ਉਹ ਦੂਜੇ ਪਾਸੇ ਜਾ ਕੇ ਬੈਠੇ ਨਾ ਜੀ, ਉੱਥੇ ਨਹੀਂ ਬੈਠੇ ਜੀ। ਜੇ ਇੱਕ ਦੋ ਸਿਸਟਮ ਸੋਹਣਾ ਹੈ ਜੀ, ਕੋਈ ਟਾਇਲਟ ਵਗੈਰਾ ਬਾਥਰੂਮ ਵਗੈਰਾ ਵੀ ਬੰਦੇ ਨੇ ਯੂਜ਼ ਕਰਨੇ ਨੇ, ਤੁਸੀਂ ਇਸ ਤਰ੍ਹਾਂ ਨਾ ਕਰੋ। ਦੇਖੋ, ਜਿਹੜੇ ਕਿਸਾਨ ਘੜੀ ਕੱਢ ਸਕਦਾ, ਰਾਜਨੇਤਾ ਥੋੜਾ ਉੱਥੇ ਬਹਿ ਸਕਦੇ ਆ। ਫਿਰ ਇਹ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਨਾ ਦੱਸਣ ਜੀ। ਜੇ ਇਹਨਾਂ ਨੇ ਜੰਤਰ ਮੰਤਰ ਜਾ ਕੇ ਵੱਖਰਾ ਧਰਨਾ ਲਾਉਣਾ ਸੀ ਤੇ ਫਿਰ ਇਹ ਆਪਣੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਕਿਉਂ ਦੱਸਦੇ? ਮੈਨੂੰ ਬੀਜੇਪੀ ਵਾਲਿਆਂ ਨਾਲ ਇੱਕ ਗੱਲ ਯਾਦ ਆ ਰਹੀ ਸੀ ਕਿ ਇਹ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਆ, ਇਹਨਾਂ ਨੇ ਤੇ ਉਸ ਲਾਈਨ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਬਦਨਾਮ ਵੀ ਹੋਗੇ ਤਾਂ ਨਾਮ ਤਾਂ ਹੋਗਾ। ਤੁਸੀਂ ਆਪ ਹੀ ਦੱਸੋ ਕਿ ਹਰਜੀਤ ਸਿੰਘ ਗਰੇਵਾਲ ਆ, ਇਹਨੂੰ ਪਹਿਲਾਂ ਕੋਈ ਜਾਣਦਾ ਸੀ ਕਿ ਬੀਜੇਪੀ ਦਾ ਲੀਡਰ ਹੈ ਕਿ ਨਹੀਂ? ਅੱਜ ਸਾਰੇ ਜਾਣਦੇ, ਹੁਣ ਸਾਰੇ ਜਾਣਦੇ, ਬਿਲਕੁਲ। ਨਾਂ ਤੇ ਬਣ ਗਿਆ ਜੀ। ਤੇ ਜਿਹੜੇ ਉਹਨਾਂ ਦੇ ਭਗਤ ਆ, ਜਿਹੜੇ ਉਹਨਾਂ ਨਾਲ ਜੁੜੇ ਹੋਏ ਲੋਕ ਆ, ਉਹਨਾਂ ਲਈ ਤਾਂ ਉਹ ਵੱਡਾ ਨਾਂ ਆ, ਬਿਲਕੁਲ। ਤੇ ਇਹ ਛੋਟੇ ਕਸਬਿਆਂ ਦੇ ਵਿੱਚ, ਹਰ ਕਸਬੇ 'ਚ ਇਹਨਾਂ ਦੇ ਲੀਡਰਾਂ ਨੂੰ ਗਾਲਾਂ ਪਈਆਂ।
ਆਪਾਂ ਹੁਣ ਬਹੁਤਾ ਨਾ ਜੀ ਇਹਨਾਂ ਰਿੜਕੀ, ਕਿਉਂਕਿ ਗੱਲ ਕਿਸਾਨ ਅੰਦੋਲਨ ਦੀ ਕਰੀਏ ਅਸੀਂ। ਤੇ ਸੋਸ਼ਲ ਬਾਈਕਾਟ ਦੀ ਵੀ ਗੱਲ ਚੱਲੀ, ਉਸ ਦਾ ਵੀ ਖੈਰ ਬੁਰਾ ਵੀ ਮਨਾਇਆ ਗਿਆ ਕਿ ਇਸ ਤਰ੍ਹਾਂ ਨਾ ਕਰੋ। ਇਹਦੇ ਵਿੱਚ ਮੈਂ ਭਾਜੀ ਹੋਰ ਜੋੜਨਾ ਚਾਹੁੰਦਾ ਵੀ ਦੇਖੋ, ਮੈਂ ਨਿੱਜੀ ਤੌਰ ਤੇ ਇਹ ਗੱਲ ਮੰਨਦਾ ਆ ਵੀ ਜੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅੱਜ ਅੰਦੋਲਨ ਲੜ ਰਹੇ ਤਾਂ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਹੈ, ਹਰ ਇੱਕ ਬੰਦੇ ਨੂੰ ਆਪਣਾ ਮਤ ਰੱਖਣ ਦਾ ਹੱਕ ਆ। ਪਰ ਇਹ ਗੱਲ ਕਦੇ ਵੀ ਵਾਜਬ ਨਹੀਂ, ਨਾ ਸੰਵਿਧਾਨਕ ਤੌਰ ਤੇ ਨਾ ਇਨਸਾਨੀਅਤ ਤੌਰ ਤੇ। ਤੁਸੀਂ ਕਿਸੇ ਦਾ ਵਿਰੋਧ ਕਰ ਸਕਦੇ, ਤੁਸੀਂ ਕਾਲੇ ਝੰਡੇ ਦਿਖਾ ਲਓ, ਤੁਸੀਂ ਨਾਅਰੇ ਲਾ ਲਓ, ਕਿਸੇ ਦੇ ਘਰ ਦੇ ਮੂਹਰੇ ਗੋਹੇ ਦੀ ਟਰਾਲੀ ਸਿੱਟਣਾ ਇਹ ਕੋਈ ਸੱਭਿਅਕ ਤਰੀਕਾ ਨਹੀਂ, ਸਾਡੇ ਸਮਾਜ ਦਾ ਹਿੱਸਾ ਨਹੀਂ। ਦੂਸਰਾ, ਜਿਵੇਂ ਕਿ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ, ਅਸੀਂ ਉਹਦੇ ਮੌਕੇ ਤੇ ਮੌਜੂਦ ਸੀ, ਇਦਾਂ ਕਿਸੇ ਦੇ ਨਾਲ ਕਿਸੇ ਦੀ ਪੱਗ ਲਾਉਣੀ ਤੇ ਸਮਝ ਲਓ ਵੀ ਸਿੱਖ ਧਰਮ ਦੇ ਵਿੱਚ ਤਾਂ ਸਾਡੇ ਵੈਸੇ ਹੀ ਮਤਲਬ ਪੱਗ ਨੂੰ ਕਿਸੇ ਨੂੰ ਹੱਥ ਪਾਉਣਾ ਜਾਣੀ ਕਿ ਆ, ਉਹਨੂੰ ਮਤਲਬ ਕਿਸੇ ਤਰ੍ਹਾਂ ਵਾਜਬ ਹੀ ਨਹੀਂ ਮੰਨਿਆ ਜਾਂਦਾ, ਭਾਵੇਂ ਕਿ ਇਹ ਸਾਡੇ 'ਚ ਕੁਰੀਤੀਆਂ ਹੈਗੀਆਂ। ਅਸੀਂ ਤਾਂ ਇਹ ਗੁਰਦੁਆਰਿਆਂ ਵਿੱਚ ਵੀ ਪੱਗਾਂ ਲਾਥੀਆਂ ਦੇਖਦੇ ਹਾਂ, ਇਹ ਵੱਖਰਾ ਵਿਸ਼ਾ ਹੈ, ਪਰ ਇਹ ਹੋਣਾ ਨਹੀਂ ਚਾਹੀਦਾ। ਉਸ ਤੋਂ ਬਾਅਦ ਸਾਡੇ ਦੁਆਬੇ ਦੇ ਐਮਐਲਏ ਸਤਿਕਾਰਤ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ, ਉਹ ਵੀ ਜਨਰਲੀ ਤੌਰ ਤੇ ਉੱਥੇ ਜਦੋਂ ਜਾਂਦੇ ਆ ਤੇ ਉੱਥੇ ਵੀ ਪਤਾ ਲੱਗਾ ਵੀ ਕਿਸੇ ਇੱਕ ਪਾਰਟੀ ਧਿਰ ਦੇ, ਅੰਮ੍ਰਿਤਸਰ ਸਾਈਡ ਦੇ ਜਿਹੜੇ ਕੋਈ ਮਤਲਬ ਕਿਸੇ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਲੋਕ ਸੀਗੇ, ਉੱਥੇ ਜਿਹੜਾ ਉਹਨਾਂ ਦਾ ਮੌਕੇ ਤੇ ਵਿਰੋਧ ਕੀਤਾ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ, ਇਹ ਚੀਜ਼ਾਂ ਨੇ ਕੋਈ ਅੰਦੋਲਨ ਨੂੰ ਬੜਾ ਫਾਇਦਾ ਨਹੀਂ ਦਿੱਤਾ, ਭਾਵੇਂ ਕਿ ਮੌਕੇ ਤੇ ਆਣ ਕੇ ਜਥੇਬੰਦੀਆਂ ਨੇ ਇਹ ਗੱਲ ਮਹਿਸੂਸ ਕੀਤੀ ਆ ਵੀ ਜੇ ਕਿਸੇ ਦਾ ਵਿਰੋਧ ਕਰਨਾ ਤਰੀਕੇ ਨਾਲ ਕਰੋ, ਇਹ ਕੋਈ ਤਰੀਕਾ ਨਹੀਂ ਕਿਸੇ ਦੀ ਕੁੱਟਮਾਰ ਕਰਨਾ ਜਾਂ ਕਿਸੇ ਨੂੰ ਇੱਥੋਂ ਆਏ ਨੂੰ ਤੁਸੀਂ ਵਿੱਚੋਂ ਭਜਾਵੋ, ਇਹ ਠੀਕ ਨਹੀਂ ਹੈਗਾ। ਇੱਕ ਮੈਂ ਹੋਰ ਜਿਹਨੂੰ ਬਹੁਤ ਜ਼ਿਆਦਾ ਹਾਰ ਪਏ ਨੇ, ਉਹ ਹੈ ਬੀਬੀ ਕੰਗਨਾ ਰਣੌਤ। ਉਹ ਹੁਣ ਤਾਂ ਖਾਤਾ, ਉਹਦਾ ਟਵਿੱਟਰ ਖਾਤਾ ਬੰਦ ਹੋ ਗਿਆ ਹੈ ਜੀ। ਉਹ ਖਾਮ ਉਹਨੇ ਆਪਣੇ ਆਪ ਨੂੰ ਵਿੱਚ ਸ਼ਾਮਲ ਕਰ ਲਿਆ। ਖੈਰ ਉਹ ਦਰਬਾਰ ਸਾਹਿਬ ਹੁਣ ਮੱਥਾ ਟੇਕ ਕੇ ਗਈ। ਆਪਾਂ ਉਹਦੀ ਬਹੁਤੀ ਗੱਲ ਨਾ ਕਰੀਏ। ਬਾਲੀਵੁੱਡ ਜੇ ਭਾਰਤ ਦੀਆਂ ਜਿਹੜੀਆਂ ਕੁਝ ਪਛਾਣ ਦੁਨੀਆ ਦੇ ਵਿੱਚ ਜਿਹੜੀ ਬਣਦੀ ਆ, ਉਸ ਵਿੱਚੋਂ ਬਾਲੀਵੁੱਡ ਇੱਕ ਨਾਮ ਹੈ ਜੀ। ਬਾਲੀਵੁੱਡ ਦੀ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਇੰਨੇ ਵੱਡੇ ਖਾਨ ਤੇ ਇੰਨੇ ਵੱਡੇ ਨਾਮ ਤੇ ਇਦਾਂ ਦੇ ਵੱਡੇ ਦਿੱਗਜ, ਨਲਕਾ ਪੁੱਟ ਤੇ ਧਰਤੀ ਧਕੇਲ, ਪਤਾ ਨਹੀਂ ਕਿਹੜੇ ਕਿਹੜੇ, ਹਾਂਜੀ ਮਹਾਬਲੀ ਤੇ ਕੀ ਨਾਮ, ਤੇ ਸਦੀ ਦੇ ਮਹਾਨਾਇਕ, ਜਿਹਨਾਂ ਬਾਰੇ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਜੇ ਉਹ ਸਦੀ ਦੇ ਮਹਾਨਾਇਕ ਸੀ, ਫਿਰ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਮਦਨ ਲਾਲ ਢੀਂਗਰਾ ਕੌਣ ਸਨ ਫਿਰ? ਠੀਕ ਹੈ ਜੀ। ਇਹ ਫਿਲਮਾਂ ਦੇ ਹੀਰੋਆਂ ਨੂੰ ਪੈਸੇ ਲੈ ਕੰਮ ਕਰਨ ਵਾਲਿਆਂ ਨੂੰ ਸਦੀ ਦੇ ਮਹਾਨਾਇਕ ਨਹੀਂ ਅਸੀਂ ਆਖ ਸਕਦੇ। ਫਿਲਮ ਨਗਰੀ ਦੇ ਵਿੱਚੋਂ ਜਿਹੜਾ ਯੋਗਦਾਨ ਆਇਆ, ਉਹ ਕਿਸ ਕਿਸਮ ਦੇ ਲੋਕਾਂ ਦਾ ਆਇਆ ਤੇ ਕਿਹਨਾਂ ਦਾ ਨਹੀਂ ਆਇਆ, ਇਹਦੇ ਬਾਰੇ ਥੋੜੇ ਲਫ਼ਜ਼। ਇਹਦੇ ਵਿੱਚ ਜਦੋਂ ਵੱਡੇ ਤੌਰ ਤੇ ਦੇਖਿਆ, ਜਿਹੜਾ ਪੰਜਾਬੀ ਗਾਇਕ ਭਾਈਚਾਰਾ ਸੀ ਜਾਂ ਪੰਜਾਬੀ ਇੰਡਸਟਰੀ ਨਾਲ ਜਿਹੜੇ ਲੋਕ ਸੀ, ਉਹ ਤਾਂ ਤਕਰੀਬਨ ਜਦੋਂ ਰੇਲ ਪਟੜੀਆਂ ਤੋਂ ਸ਼ੁਰੂ ਹੋ ਗਿਆ, ਕੁਛ ਜਿਹੜੇ ਕਲਾਕਾਰ ਸੀ ਉਹ ਤਾਂ ਉੱਥੇ ਕੀ ਹਾਜ਼ਰੀ ਲਾਉਣ ਲੱਗ ਗਏ ਸੀਗੇ ਜੀ। ਪਰ ਫਿਰ ਜਦੋਂ ਜਾ ਕੇ ਸਿੰਘੂ ਬਾਰਡਰ ਸਟੇਜ ਟਿਕ ਜਾਂਦੀ ਆ ਜਾਂ ਟਿਕਰੀ ਬਾਰਡਰ ਸਟੇਜ ਟਿਕ ਜਾਂਦੀ, ਤੇ ਤਕਰੀਬਨ ਜਿਹੜਾ ਕਹਿੰਦੇ ਨਹੀਂ ਹੁੰਦੇ ਵੀ ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ, ਫਿਰ ਜਾਣੀ ਕਿ ਚਾਹੇ ਕੋਈ ਹੇਠਲੇ ਪੱਧਰ ਦਾ ਗਾਇਕ ਕਲਾਕਾਰ ਸੀ, ਉਹ ਸਾਰਿਆਂ ਨੇ ਤਕਰੀਬਨ ਆਲਮੋਸਟ ਕਹਿ ਸਕਦੇ 90-95% ਹਰ ਇੱਕ ਨੇ ਆਪਣੀ ਸਮਰੱਥਾ ਮੁਤਾਬਕ ਹਾਜ਼ਰੀ ਦਿਖਾਈ। ਵੱਡੀ ਹਸਤੀ ਜਿਹੜੇ ਆਪਾਂ ਗਿਣਤੀ ਦੀ ਗੱਲ ਕਰਦੇ ਹਾਂ, ਦਲਜੀਤ ਦੋਸਾਂਝ ਦੀ, ਕਿਉਂਕਿ ਉਹ ਕਲਾਕਾਰ ਵੀ ਆ ਤੇ ਗਾਇਕ ਵੀ ਆ। ਜਦੋਂ ਉਹਨੇ ਆਪਣਾ ਰਾਸ਼ੀ ਦਾ ਯੋਗਦਾਨ ਵੀ ਪਾਇਆ, ਭਾਵੇਂ ਕਿ ਹਜੇ ਤੱਕ ਉਹ ਬਾਹਲੀ ਕੋਈ ਗੱਲ ਕਲੀਅਰ ਨਹੀਂ ਹੋ ਰਹੀ ਵੀ ਉਹ ਕੈਸ਼ ਹੋ ਗਿਆ, ਚੈੱਕ ਕਿ ਨਹੀਂ ਹੋ ਗਿਆ। ਦੇ ਖਿਲਾਫ ਵੀ ਡਟ ਕੇ ਬੋਲਿਆ, ਕੰਗਨਾ ਰਣੌਤ ਦੇ ਖਿਲਾਫ। ਸਭ ਨਾਲੋਂ ਵੱਡਾ ਇੱਕ ਇਹ ਚੀਜ਼ਾਂ ਦੋ ਬਾਰੇ ਦੇਖਣ ਵਾਲੀਆਂ ਜੀ। ਸ਼ੁਰੂਆਤੀ ਦੌਰ ਤੋਂ ਹੀ 28-29 ਤਰੀਕ ਤੋਂ ਹੀ ਜਿਹੜਾ ਬੀਜੇਪੀ ਦੇ ਲੀਡਰਾਂ ਨੇ, ਖਾਸ ਕਰਕੇ ਕੁਝ ਲੇਡੀਜ਼ ਇਹਨਾਂ ਦੀਆਂ ਪ੍ਰਵਕਤਾ ਆ, ਤੇ ਬੀਜੇਪੀ ਦੇ ਜਿਹੜੇ MP MLA ਜਾਂ ਹੋਰ ਸਟੇਟਾਂ ਦੇ ਇਦਾਂ ਦੇ ਜਿਹੜੇ ਕਹਿ ਸਕਦੇ ਰਾਜਨੀਤੀ ਦੇ ਵਿੱਚ ਆਪਣਾ ਨਾਂ ਰੱਖਦੇ ਆ, ਉਹਨਾਂ ਦੇ ਜਿਹੜੇ ਬਿਆਨ ਕਿਸਾਨੀ ਦੇ ਪੱਖ ਵਿੱਚ ਨਹੀਂ ਆਏ ਜਾਂ ਕਿਸਾਨੀ ਦੇ ਵਿਰੋਧ ਵਿੱਚ ਇਦਾਂ ਦੇ ਸ਼ਬਦ ਵਰਤੇ ਆ, ਉਹ ਸ਼ਬਦ ਕਦੀ ਵੀ ਕਿਸੇ ਪੱਖੋਂ ਵੀ ਵਾਜਬ ਨਹੀਂ ਸੀਗੇ। ਕਿਉਂਕਿ ਤੁਸੀਂ ਅੱਤਵਾਦੀ ਕਹਿ ਦੇਣਾ, ਤੁਸੀਂ ਪਾਕਿਸਤਾਨੀ ਕਹਿਣਾ, ਤੁਸੀਂ ਨਕਸਲੀ, ਅਰਬਨ ਨਕਸਲੀ, ਘਟੀਆ ਤੋਂ ਘਟੀਆ ਦਰਜੇ ਦੀ। ਉਹਦੇ ਵਿੱਚ ਜਿਹੜਾ ਕਹਿ ਸਕਦੇ ਕਿ ਕੰਗਨਾ ਰਣੌਤ ਦੀ ਤੁਸੀਂ ਗੱਲ ਕੀਤੀ ਆ, ਉਹਨੇ ਵੀ ਇਹ ਜਿਹੜਾ ਕਲੰਕ ਖੱਟਣਾ ਸੀ, ਕਲੰਕ ਖੱਟਣਾ ਸੀ, ਉਹਨੇ ਇਹ ਨਾ ਕਿਸਾਨਾਂ ਦਾ ਉਹਨੇ ਵੀ ਖੱਟਿਆ। ਜਦ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੋਸ਼ਿਸ਼ ਸੀ ਵੀ ਜਿਹੜੀ ਵੀ ਭਾਰਤ ਦੀ ਜਾਂ ਕਿਤੇ ਦੀ ਵੀ ਜੰਮੀ ਹੋਈ ਧੀ ਭੈਣ ਆ, ਉਹ ਸਾਡੇ ਲਈ ਧੀ ਭੈਣ ਪਹਿਲਾਂ, ਬਾਕੀ ਗੱਲ ਬਾਅਦ 'ਚ। ਪਰ ਇਸ ਕੰਗਨਾ ਰਣੌਤ ਨੇ ਕਿਸਾਨੀ ਅੰਦੋਲਨ ਨੂੰ ਬਿਨਾਂ ਸਮਝੇ ਤੋਂ ਕਿਸਾਨ ਲੀਡਰਾਂ ਦੇ ਖਿਲਾਫ ਤੇ ਕਿਸਾਨੀ ਦੇ ਖਿਲਾਫ ਜਿਹੜਾ ਆਪਣਾ ਰੋਲ ਅਦਾ ਕੀਤਾ ਆ, ਇਹ ਵੀ ਦੁਨੀਆ ਦੇ ਵਿੱਚ ਯਾਦ ਰੱਖਿਆ ਜਾਊਗਾ। ਇੱਕ ਗੱਲ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਦੋਂ ਉਹ ਥਨਵਰਗ ਲੜਕੀ ਦਾ ਆਉਂਦਾ ਹੈ, ਟਵੀਟ ਆਉਂਦਾ ਹੈ ਜੀ, ਗ੍ਰੇਟਾ ਥਨਵਰਗ, ਗ੍ਰੇਟਾ ਦਾ, ਉਦੋਂ ਜਾ ਕੇ ਬੀਜੇਪੀ ਵਾਲਿਆਂ ਦੇ ਜਿਹੜੀਆਂ ਮਿਰਚਾਂ ਲੜੀਆਂ ਨਾ, ਚਾਹੇ MP ਸੀ ਤੇ ਚਾਹੇ ਸਰਕਾਰ 'ਚ ਬੈਠੇ ਮੰਤਰੀ ਸੀ, ਉਦੋਂ ਫਿਰ ਟੂਲਕਿਟ ਸਾਹਮਣੇ ਆ ਗਈ। ਉਦੋਂ ਜੋ ਥਨਵਰਗ ਨੇ ਨਾ ਜਿਹੜਾ ਬਿਆਨ ਦਿੱਤਾ ਹੈ, ਟਵੀਟ ਕੀਤਾ ਆ, ਰਿਹਾਨਾ ਨੇ ਕੀਤਾ ਆ, ਉਹ ਦੁਨੀਆ ਦੇ ਇਹਨਾਂ ਨਾਲੋਂ ਜਿਹੜੇ ਕਹਿੰਦੇ ਨਾ ਵੀ ਸਾਡਾ ਮੋਦੀ ਦਾ ਦੁਨੀਆ ਦਾ ਪ੍ਰਵਾਨਤਾ ਇਸ ਵੇਲੇ ਲੀਡਰ ਬਣਨ ਜਾ ਰਿਹਾ, ਇਸ ਤੋਂ ਵੀ ਦੁੱਗਣੀ ਤਿੱਗਣੀ ਫੋਲੋਇੰਗ ਲੈ ਕੇ ਬੈਠੀਆਂ। ਉਹਨਾਂ ਨੇ ਫਿਰ ਇਹਨਾਂ ਨੂੰ ਫਿਰ ਥੋੜਾ ਹਿਲਾਇਆ। ਹਿਲਾਉਣ ਤੋਂ ਬਾਅਦ ਫਿਰ ਧੱਕੇ ਨਾਲ, ਚਾਹੇ ਉਹ ਕਰੈਕਟਰ ਸੀ ਉਹਨਾਂ ਤੋਂ, ਕ੍ਰਿਕਟਰ ਜਿਹੜੇ ਸੀ ਸਚਿਨ ਤੇਂਦੁਲਕਰ ਜਾਂ ਗੌਤਮ ਗੰਭੀਰ ਵਗੈਰਾ, ਫਿਰ ਇਹਨਾਂ ਤੋਂ ਬਿਆਨ ਦੇਣੇ ਸ਼ੁਰੂ ਕੀਤੇ। ਇਹਨਾਂ ਚੀਜ਼ਾਂ ਨੇ ਵੀ ਕਹਿ ਸਕਦੇ ਕਿ ਇਸ ਮਸਲੇ ਨੂੰ ਬਹੁਤ ਜ਼ਿਆਦਾ ਕੰਪਲੀਕੇਟਡ ਹੀ ਕੀਤਾ ਆ, ਦੇਸ਼ ਦਾ ਅੰਦਰੂਨੀ ਮਾਮਲਾ ਦੱਸਿਆ ਗਿਆ। ਤੇ ਜਿੱਦਣ ਇਹ ਆਪ ਜਾ ਕੇ ਪ੍ਰਧਾਨ ਮੰਤਰੀ ਮੋਦੀ
ਉੱਥੇ ਜਾ ਕੇ ਟਰੰਪ ਦੇ ਟਰੰਪ ਨਾਂ ਦੇ ਤੇ ਹੱਕ ਦੇ ਵਿੱਚ ਹਨਾ ਅਬ ਕੀ ਵਾਰ ਟਰੰਪ ਸਰਕਾਰ ਆ। ਜੀ, ਜੀ, ਉਦੋਂ ਨਹੀਂ ਸੀ ਲੱਗਦਾ ਇਹਨਾਂ ਨੂੰ ਵੀ ਅਸੀਂ ਦੂਜੇ ਦੇਸ਼ ਦੀ ਰਾਜਨੀਤੀ ਉਹ ਦੇ ਤਾਂ ਵੱਡੀ ਗੱਲ ਹਿੱਸਾ ਹੈ, ਦੇ ਤੁਸੀਂ ਰਹੇ ਹਾਂ। ਏਦਾਂ ਨਾ ਕਰੋ। ਹੁਣ ਉਹ ਨਾਲੇ ਉਹਨੂੰ ਮਾਰਿਆ ਜੀ। ਹਨਾ ਤੇ ਜਿੱਦਾਂ ਦੇ ਹਾਲਾਤ ਹੋਏ ਹੁਣ ਡਿੱਗਣ ਗਿਆ ਵੀ। ਡਿੱਗਣ ਗਿਆ ਵੀ। ਅਸੀਂ ਗੱਲਬਾਤ ਜਾਰੀ ਰੱਖਾਂਗੇ ਜੀ। ਇਹਦੇ ਵਿੱਚ ਕਿਉਂਕਿ ਇੰਨਾ ਵੱਡੀ ਮੈਗਨੀਚਿਊਡ ਦੀ ਜੀ ਗੱਲ ਹੈ, ਇਸ ਨੂੰ ਇੰਨੇ ਲਫ਼ਜ਼ਾਂ ਵਿੱਚ ਸਮੇਟਣਾ ਵਾਜਬ ਨਹੀਂ ਜਾਪਦਾ। ਹੁਣ ਮੈਨੂੰ ਇਹ ਜਾਪ ਰਿਹਾ ਕਿ ਅਸੀਂ ਇਸ ਦੇ ਬਾਰੇ ਪਤਾ ਨਹੀਂ ਸਾਰਾ ਦਿਨ ਗੱਲ ਕਰ ਸਕਦੇ ਹਾਂ। ਬਿਲਕੁਲ ਜੀ। ਪਰ ਮੈਂ ਸ਼ਾਰਟ ਦੇ ਵਿੱਚ ਫੇਰ ਇਸ ਨੂੰ ਰੱਖਾਂ, ਜਿਹੜਾ ਉੱਥੇ ਦੀ ਮੋਰਚੇ ਦੀ ਰੂਪ ਰੇਖਾ ਅਸੀਂ ਇੰਨੀ ਵਾਰੀ ਗਏ ਆ, ਵੇਖੀ ਆ, ਉਹਨੂੰ ਹੰਡਾਇਆ, ਮਾਣਿਆ, ਔਰ ਮੌਸਮ ਵੀ, ਠੰਡ ਵੀ, ਸਾਰਾ ਕੁਝ, ਉਹਦੀ ਆਪਾਂ ਬਣਤਰ ਦੀ ਗੱਲ ਕਰੀਏ ਤੁਸੀਂ ਜੀ ਜੇ ਤੁਸੀਂ ਇਸ ਅਗਲੀ ਗੱਲ ਤੇ ਜਾਣ ਤੋਂ ਪਹਿਲਾਂ ਤੁਸੀਂ ਬਾਲੀਵੁੱਡ ਦੀ ਤੇ ਭਾਰਤ ਦੀ ਗੱਲ ਕੀਤੀ ਸੀ, ਉੱਥੇ ਮੈਨੂੰ ਇੱਕ ਹੋਰ ਗੱਲ, ਉਹਨੂੰ ਮੈਂ ਦੂਸਰੇ ਪੱਖ ਤੋਂ ਦੇਖਣ ਦੀ ਗੱਲ ਕਰਦਾ ਜੀ। ਹਿੰਦੁਸਤਾਨ ਦੇ ਵਿੱਚ ਸਾਡਾ ਜਿਹੜਾ ਲਾਲਚ ਹੈ ਨਾ, ਉਹ ਕਦੇ ਖਤਮ ਨਹੀਂ ਹੁੰਦਾ। ਸ਼ਾਇਦ ਦੁਨੀਆ 'ਚ ਵੀ ਇਹੀ ਹੋਵੇ ਜੀ। ਇੱਥੇ ਪਿੰਡ, ਜੇ ਅਸੀਂ ਪਿੰਡ ਨੂੰ ਇੱਕ ਮੁਲਕ ਮੰਨ ਲਈਏ, ਤੇ ਪਿੰਡ ਦੇ ਲੋਕ ਵੀ ਆਪਣੇ ਪਿੰਡ ਦੇ ਜਥੇਦਾਰ ਨਾਲ ਜਾਂ ਵੱਡੇ ਲੀਡਰ ਨਾਲ ਜੁੜੇ ਹੋਏ ਨੇ ਕਿ ਸਾਡੀ ਜਿਹੜੀ ਲੋੜ ਆ ਉਹ ਐਮਐਲਏ ਤੱਕ ਇਸ ਬੰਦੇ ਨੇ ਪੂਰੀ ਕਰਨੀ ਜੀ। ਇਦਾਂ ਹੀ ਸਾਡੇ ਲੋਕ ਅੱਗੇ ਐਮਐਲਏ ਨਾਲ ਜੁੜੇ ਹੋਏ ਨੇ ਜੀ। ਤੇ ਤੁਸੀਂ ਕਦੇ ਦੇਖਦੇ ਸੀ 20-30 ਸਾਲ ਪਹਿਲਾਂ ਤੱਕ ਜਿਹੜੇ ਜੱਜ ਲੋਕ ਸੀ ਉਹ ਬਹੁਤ ਬੇਬਾਕ ਹੋ ਕੇ ਆਪਣੀ ਗੱਲ ਰੱਖਦੇ ਸੀ ਤੇ ਬੋਲਦੇ ਸੀ, ਪਰ ਬੀਤੇ ਸਮੇਂ ਦੇ ਵਿੱਚ ਤੁਸੀਂ ਇਹਦੇ ਵਿੱਚ ਨਿਗਾਰ ਜਿਹੜਾ ਆ ਦੇਖਿਆ। ਇਦਾਂ ਹੀ ਜਿਹੜੇ ਬਾਲੀਵੁੱਡ ਦੇ ਲੋਕ ਆ ਉਹ ਵੀ ਆਪਣੀਆਂ ਲੋੜਾਂ ਨੂੰ ਲੈ ਕੇ, ਆਪਣੀਆਂ ਫਿਲਮਾਂ ਦੇ ਟੈਕਸ ਮਾਫ ਕਰਾਉਣ ਨੂੰ ਲੈ ਕੇ, ਆਪਣੇ ਵਿਰੋਧ ਨੂੰ ਲੁਕਾਉਣ ਨੂੰ ਲੈ ਕੇ ਸਰਕਾਰਾਂ ਨਾਲ ਜੁੜੇ ਹੋਏ ਨੇ। ਤੇ ਸਾਡੀਆਂ ਸਰਕਾਰਾਂ ਦੀ ਵੀ ਉਹਨਾਂ ਤੋਂ ਕਿਤੇ ਨਾ ਕਿਤੇ ਬਹੁਤ ਸਾਰੇ ਇਹੋ ਜਿਹੇ ਕੰਮ ਕਰਾਉਂਦੀਆਂ ਨੇ, ਕਈਆਂ ਨੂੰ ਟਿਕਟਾਂ ਦੇ ਦਿੰਦੀਆਂ ਨੇ, ਕਈਆਂ ਨੂੰ ਆਪਣੇ ਬ੍ਰਾਂਡ ਐਂਬੈਸਡਰ ਬਣਾਉਂਦੀਆਂ ਨੇ। ਮੋਦੀ ਸਾਹਿਬ ਜਦੋਂ ਪ੍ਰਧਾਨ ਮੰਤਰੀ ਬਣਦੇ ਨੇ, ਅੱਜ ਤੱਕ ਉਹਨਾਂ ਨੇ ਜਿਹੜੀ ਇੱਕਮਾਤਰ ਇੰਟਰਵਿਊ ਕੀਤੀ ਉਹ ਅਕਸ਼ੇ ਕੁਮਾਰ ਨਾਲ ਕੀਤੀ ਆ ਜੀ। ਤੇ ਇਹਨਾਂ ਦੇ ਵਿੱਚੋਂ ਕਿਸੇ ਵੀ ਵੱਡੇ ਅਦਾਕਾਰ ਨੇ ਬੋਲਣ ਦਾ ਹੌਸਲਾ ਨਹੀਂ ਦਿਖਾਲਿਆ। ਜੇ ਕੁਝ ਬਹੁਤ ਚੰਗੇ ਨੇ ਜਿਹੜੇ ਬੋਲੇ ਨੇ ਜੀ, ਚਾਹੇ ਉਹ ਨਾਨਾ ਪਾਟੇਕਰ ਸੀ, ਚਾਹੇ ਉਹ 2-3 ਹੋਰ ਕਲਾਕਾਰ ਸੀ, ਥੋੜੇ ਸੀ ਜੀ, ਪਰ ਉਹ ਮੰਜੇ ਹੋਏ ਕਲਾਕਾਰ ਸੀ। ਤੁਸੀਂ ਕੰਗਣਾ ਰਣਾਵਤ ਦੀ ਗੱਲ ਕੀਤੀ, ਐਜ਼ ਐਨ ਐਕਟਰ ਭਾਵੇਂ ਉਹ ਚੰਗੀ ਸੀ, ਪਰ ਉਸ ਤੋਂ ਵੀ ਜ਼ਿਆਦਾ ਸਾਨੂੰ ਜਿਹੜਾ ਤਕਲੀਫ ਹੋਈ ਉਹ ਅਨੁਪਮ ਖੇਰ ਦੇ ਨਾਮ ਬੋਲਣ ਤੋਂ ਹੋਈ। ਜੀ। ਉਮਰ ਦਰਾਜ਼ ਬੰਦਾ ਆ, ਹਿੰਦੁਸਤਾਨ ਦੀਆਂ ਸਮੱਸਿਆਵਾਂ ਨੂੰ ਸਮਝਦਾ ਆ, ਪਤਾ ਨਹੀਂ ਉਹ ਕਿਉਂ ਇਸ ਗੱਲ ਦੇ ਵਿੱਚ ਨਹੀਂ ਬੋਲੇ, ਪਰ ਜਿਹੜੇ ਬੋਲੇ ਆ ਉਹ ਚੰਗਾ ਬੋਲੇ ਆ, ਪਰ ਬਹੁਤਾਤ ਦੇ ਵਿੱਚ ਜਿਹੜੇ ਲੋਕ ਆ ਉਹ ਨਹੀਂ ਬੋਲੇ। ਲੋਕ ਸਭਾ ਦੀ ਟਿਕਟ ਐਵੇਂ ਨਹੀਂ ਮਿਲਦੀ ਅਮਰਜੀਤ, ਤੁਸੀਂ ਅਨੁਪਮ ਖੇਰ ਨੂੰ ਵਿਚਾਰੇ ਨੂੰ ਕਿਵੇਂ ਘੜੀ ਸਕਦੇ ਆ? ਬਿਲਕੁਲ ਜੀ, ਹੰਸਰਾਜ ਹੰਸ ਨੂੰ ਮਿਲੀ ਸੀ। ਜੇ ਉਹ ਬੀਬੀ ਨੂੰ ਚੰਡੀਗੜ੍ਹ ਤੋਂ ਐਮਪੀ ਵੀ ਬਣਾਉਣਾ ਆ ਤੇ ਆਪ ਹੀ ਘਰ ਰਾਜ ਸਭਾ ਦੀ ਝਾਕ ਰੱਖਣੀ ਆ, ਤੇ ਫਿਰ ਮੋਦੀ ਦੇ ਖਿਲਾਫ ਬੋਲ ਕੇ ਮੈਨੂੰ ਲੱਗਦਾ ਕਿ ਸਾਡਾ ਹੁਣ ਨਾ ਪ੍ਰੋਗਰਾਮ ਦਾ ਸਮਾਂ ਜਿਹੜਾ ਅੱਜ ਦਾ ਖਤਮ ਹੋ ਗਿਆ। ਅਸੀਂ ਗੱਲਬਾਤ ਅਗਲੇ ਪ੍ਰੋਗਰਾਮ 'ਚ ਕਰਾਂਗੇ ਜੀ। ਅਸੀਂ ਹੁਣ ਨਾ ਆਸੇ-ਪਾਸੇ ਦੀਆਂ ਗੱਲਾਂ ਛੱਡ ਕੇ ਤੇ ਬਿਲਕੁਲ ਮੋਰਚੇ ਦੇ ਉੱਤੇ, ਸਟੇਜ ਦੇ ਕਿਵੇਂ ਸਰਕਾਰ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ। ਸਰਕਾਰ ਨਾਲ ਗੱਲਬਾਤ ਵੀ ਹੈ, ਵਿਗਿਆਨ ਭਵਨ ਦੇ ਵਿੱਚ ਇੰਨਾ ਵਿਗਿਆਨ ਕਿਵੇਂ ਫੈਲਿਆ ਜੀ, ਤੇ ਉੱਥੇ ਗਿਆਨ ਵਾਲੀ ਗੱਲ ਕਿਉਂ ਨਹੀਂ ਹੋਈ? ਵਿਗਿਆਨ ਦੇ ਵਿੱਚ ਵਿਗਿਆਨਕ ਗੱਲ ਹੋਣੀ ਚਾਹੀਦੀ ਸੀ। ਵੈਸੇ ਹੁਣ ਕਹਿੰਦੇ ਨੇ ਕਿ ਵਿਗਿਆਨ ਭਵਨ ਨੂੰ ਵੀ ਢਾਉਣ ਨੂੰ ਫਿਰਦੇ ਨੇ। ਬਿਲਕੁਲ ਜੀ, ਉਹ ਜਿਹੜਾ ਸੈਂਟਰਲ ਵਿਸਟਾ ਦੇ ਵਿੱਚ ਬਣਾਇਆ ਜਾ ਰਿਹਾ, ਉਸ ਦੇ ਵਿੱਚ ਬਲੀ ਵਿਗਿਆਨ ਭਵਨ ਦੀ ਵੀ ਦਿੱਤੀ ਜਾਣੀ ਹੈ। ਬਿਲਕੁਲ। ਖੈਰ, ਸਾਡੇ ਆਗੂ ਉੱਥੇ ਗਏ ਨੇ, ਗੱਲਾਂ ਬਾਤਾਂ ਹੋਈਆਂ ਨੇ, ਗੱਲਾਂ ਬਾਤਾਂ ਕਿਉਂ ਰੁਕੀਆਂ, ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਅਗਲੇ ਪ੍ਰੋਗਰਾਮ। ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ ਜੀ।